तुद आगे तुद आगे अरदास हमारी जियो पिंड जियो पिंड सब तेरा कहो नानक कहो नानक सब तेरी कहो नानक कहो नानक सब तेरी बढ़िया।
ਗਰੀਬ ਨਵਾਜ਼ ਬੋਲਿਆ ਜੀ ਸਤਿਨਾਮ ਸ਼੍ਰੀ ਮੀਰੀ ਅਤੇ ਪੀਰੀ ਦੋਵੇਂ ਮੀਰੀ ਅਤੇ ਪੀਰੀ ਦੋਵੇਂ ਜੀਰੀ ਅਤੇ ਪੀਰੀ ਦੋਵੇਂ ਹੋ ਮੇਰੀ ਤੇ ਫਕੀਰੀ ਦੋਵੇਂ ਮੇਰੀ ਤੇ ਫਕੀਰੀ ਦੋਵੇਂ ਮੇਰੀ ਤੇ ਫਕੀਰੀ ਦੋਵੇਂ ਦੋਵੇਂ ਹੱਥ ਜੋੜੇ ਆਉਣ ਦੋਵੇਂ ਹੱਥ ਜੋੜੇ ਆਉਣ ਦਰ ਤੇਰੇ ਚੱਲ ਕੇ ਦੋਵੇਂ ਹੱਥ ਜੋੜੇ ਆਉਣ ਦਰ ਤੇਰੇ ਚੱਲ ਕੇ ਸੂਰਜ ਤੇ ਚੰਦ ਦੋਵੇਂ ਸੂਰਜ ਤੇ ਚੰਦ ਦੋਵੇਂ ਹੁਕਮ ਚ ਬੱਧੇ ਦੋਵੇਂ ਸੂਰਜ ਤੇ ਚੰਦ ਦੋਵੇਂ ਸੂਰਜ ਤੇ ਚੰਦ ਦੋਵੇਂ ਹੁਕਮ ਚ ਬੱਧੇ ਦੋਵੇਂ ਚੌਰ ਚ ਲਾਵੇ ਪਾਉਣਾ ਚੌਰ ਚ ਲਾਵੇ ਪਾਉਣਾ ਤੇਰੇ ਦਰ ਚੱਲ ਕੇ ਚੌਰ ਚ ਲਾਵੇ ਪਾਉਣਾ ਤੇਰੇ ਦਰ ਚੱਲ ਕੇ ਨੱਥਾ ਅਬਦੁੱਲਾ ਦੋਵੇਂ ਨੱਥਾ ਅਬਦੁੱਲਾ ਦੋਵੇਂ ਢੱਡ ਤੇ ਸਾ ਰੰਗੀ ਨਾਲ ਨੱਥਾ ਅਬਦੁੱਲਾ ਦੋਵੇਂ ਨੱਥਾ ਅਬਦੁੱਲਾ ਦੋਵੇਂ ਢੱਡ ਤੇ ਸ ਰੰਗੀ ਨਾਲ ਵੀਰਾਂ ਦੀਆਂ ਵਾਰਾਂ ਗਾਉਣ ਵੀਰਾਂ ਦੀਆਂ ਵਾਰਾਂ ਗਾਉਣ ਤੇਰੇ ਦਰ ਚੱਲ ਕੇ ਵੀਰਾਂ ਦੀਆਂ ਵਾਰਾਂ ਗਾਉਣ ਵੀਰਾਂ ਦੀਆਂ ਵਾਰਾਂ ਗਾਉਣ ਤੇਰੇ ਦਰ ਚੱਲ ਕੇ ਮੇਰੀ ਸਮ ਰੱਥਾ ਭਲਾ ਮੇਰੀ ਸਮ ਰੱਥਾ ਭਲਾ ਇੰਨੀ ਨਿਰ ਦੋਸ਼ ਕਿੱਥੇ ਮੇਰੀ ਸਮਰੱਥਾ ਪਾਵੇਂ ਮੇਰੀ ਸਮਰੱਥਾ ਪਾਵੇਂ ਇੰਨੀ ਨਰ ਦੋਸ਼ ਕਿੱਥੇ ਦੱਸਾਂ ਆਉਂਦੇ ਕੌਣ ਕੌਣ ਦੱਸਾਂ ਆਉਂਦੇ ਕੌਣ ਕੌਣ ਤੇਰੇ ਦਰ ਚੱਲ ਕੇ ਦੱਸਾਂ ਆਉਂਦੇ ਕੌਣ ਕੌਣ ਤੇਰੇ ਦਰ ਚੱਲ ਕੇ ਦੱਸਾਂ ਆਉਂਦੇ ਕੌਣ ਕੌਣ ਤੇਰੇ ਦਰ ਚੱਲ ਕੇ ਚੱਲ ਕੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਵਰ ਛਤਰ ਤਖਤ ਦੇ ਮਾਲਕ ਸਭ ਧਰਮਾਂ ਦੇ ਸਾਂਝੇ ਗੁਰੂ ਗ੍ਰੰਥ ਸਾਹਿਬ ਗੁਰੂਆਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ
ਗੱਦੀ ਤੇ ਸੁਭਾਏ ਮਾਨ ਤੇ ਗੁਰੂ ਦੀ ਪਿਆਰੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਅਤੇ ਗੁਰੂ ਰੂਪ ਖਾਲਸਾ ਜੀ, ਸ੍ਰੀ ਜ਼ਫਰਨਾਮਾ ਸਾਹਿਬ ਲਿਖਣਸਰ ਗੁਰਦੁਆਰਾ ਸਾਹਿਬ ਭਾਈ ਕਾ ਦਿਆਲਪੁਰਾ ਵਿਖੇ ਜਿੰਨੀਆਂ ਸਿੱਖ ਸੰਗਤਾਂ ਜ਼ਫਰਨਾਮਾ ਸਾਹਿਬ ਅਤੇ ਮੰਜੀ ਸਾਹਿਬ ਗੁਰਦੁਆਰਾ ਸਾਹਿਬ, ਜਿੱਥੇ ਸੁਭਾਏ ਮਾਨ ਗੁਰੂ ਗ੍ਰੰਥ ਸਾਹਿਬ ਗੁਰੂਆਂ ਦੇ ਗੁਰੂ 11ਵੇਂ ਸਤਿਗੁਰੂ ਮਹਾਰਾਜ, ਮੰਜੀ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਦਲ ਭੰਜਨ ਗੁਰ ਸੂਰਮਾ ਬੜਜੋਧਾ ਬਹੁ ਪਰਪਕਾਰੀ ਦੇ ਦਰ ਤੇ ਪਹੁੰਚੇ ਆ ਪਿਆਰਿਓ। ਆਓ ਸਭ ਤੋਂ ਪਹਿਲਾਂ ਜਿੰਨੀਆਂ ਮੇਰੀਆਂ ਬੱਚੀਆਂ, ਬੀਬੀਆਂ, ਭੈਣਾਂ, ਵੀਰ, ਬਜ਼ੁਰਗ, ਬੱਚੇ ਤੇ ਗੁਰੂ ਰੂਪ ਖਾਲਸਾ ਜੀ ਪਹੁੰਚੇ ਆ ਦਿਆਲਪੁਰੇ ਦੀ ਧਰਤੀ ਤੇ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਆਪੋ ਆਪਣਾ ਸੀਸ ਝੁਕਾ ਕੇ, ਚਾਹੇ ਕੋਈ ਮੁਸਲਮਾਨ ਆਇਆ ਹੋਵੇ ਇਸ ਗੁਰੂ ਦੀ ਗੋਦ ਦਾ ਨਿੱਘ ਮਾਣਨ ਵਾਸਤੇ, ਚਾਹੇ ਕੋਈ ਹਿੰਦੂ ਆਇਆ ਹੋਵੇ, ਜੈਨੀ ਆਇਆ ਹੋਵੇ, ਬੋਧੀ ਆਇਆ ਹੋਵੇ, ਭਾਵ ਕਿਸੇ ਵੀ ਧਰਮ ਦਾ ਇਨਸਾਨ ਬੰਦਾ ਹੋਵੇ, ਇੱਥੇ ਸਭ ਨੂੰ ਸਤਿਕਾਰ ਤੇ ਪਿਆਰ ਇੱਕੋ ਜਿਹਾ ਮਾਣ ਮਿਲਦਾ ਹੈ। ਜੋ ਦਰ ਤੇ ਚੱਲ ਕੇ ਆਉਂਦਾ ਸ਼ਰਨ ਆਵੈ ਤਿਸ ਕੰਠ ਲਗਾਵੈ, ਇਹ ਬਿਰਧ ਸੁਆਮੀ ਸੰਦਾ। ਇਹ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਿਆਂ ਨੂੰ ਛਾਤੀ ਨਾਲ ਲਾਉਣ ਵਾਲੇ ਹੈ। ਕਿਸੇ ਵੀ ਧਰਮ ਦਾ ਬੰਦਾ, ਕਿਸੇ ਵੀ ਜਾਤ ਮਜ਼ਹਬ ਦਾ ਬੰਦਾ ਆਵੇ, ਕਿਉਂਕਿ ਇਨਸਾਨ ਦੀਆਂ ਪੈਦਾ ਕੀਤੇ ਧਰਮ ਤੇ ਇਨਸਾਨ ਦੇ ਪੈਦਾ ਕੀਤੀਆਂ ਜਾਤਾਂ ਬਣਾਈਆਂ ਹੋਈਆਂ। ਇਹ ਕਿੱਤੇ ਦਾ ਨਾਮ ਹੁੰਦਾ ਪਿਆਰਿਓ। ਆਓ ਇਹ ਜਿਹੜੀ ਆਪਾਂ ਧੁਰੋਂ ਅਕਾਲ ਪੁਰਖ ਤੋਂ ਮਾਨਤਾ ਬਖਸ਼ਿਸ਼ ਕੀਤੀ, ਮਨੁੱਖ ਜਾਮੇ ਨੂੰ ਬਹੁਤ ਵੱਡੀ ਮਹਾਨ ਬਖਸ਼ਿਸ਼ ਕੀਤੀ ਹੋਈ ਹੈ, ਉਹਦੀ ਬਖਸ਼ਿਸ਼ਾਂ ਦੇ ਪਾਤਰ ਬਣੀਏ। ਉਹਦਾ ਸ਼ੁਕਰਾਨਾ ਕਰਨ ਵਾਸਤੇ, ਉਹਨਾਂ ਦੀ ਵਡਿਆਈ ਸੁਣਨ ਵਾਸਤੇ ਆਪਾਂ ਕੰਨਾਂ ਨੂੰ ਇੱਧਰ ਜੋੜੀਏ ਗੁਰੂ ਦੀ ਬਾਣੀ ਨਾਲ, ਗੁਰੂ ਕੇ ਇਤਿਹਾਸ ਨਾਲ। ਆਓ ਫਿਰ ਸਭ ਤੋਂ ਪਹਿਲਾਂ ਮੈਂ ਇਹ ਕਹਿ ਰਿਹਾ ਵੀ ਮੁਸਲਮਾਨ, ਹਿੰਦੂ, ਸਿੱਖ, ਜੈਨੀ, ਬੋਧੀ ਕੋਈ ਵੀ ਆਇਆ ਹੈ, ਕਿੰਤੂ ਦੂਰ ਕਰਕੇ, ਦੁਬਦਾ ਤੋਂ ਦੂਰ ਹੋ ਕੇ, ਦੁਬਦਾ ਵਿੱਚੋਂ ਭਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਉਣਾ ਕਰੋ। ਸਾਰੀਆਂ ਸਿੱਖ ਸੰਗਤਾਂ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਤੋਂ ਉਪਰੰਤ ਅੱਜ ਆਪਾਂ, ਜੋ ਕਿ ਸਭ ਤੋਂ ਪਹਿਲਾਂ ਢਾਡੀਆਂ ਸਿੰਘਾਂ ਨੇ ਧੰਨ ਧੰਨ ਗੁਰੂ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਪੰਜ ਪਿਆਲੇ ਪੰਜ ਪੀਰ ਸਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਭਾਵ ਪੰਜਵਾਂ ਜਾਮਾ ਪਲਟ ਕੇ ਕੀ ਹੈ, ਮੂਰਤ ਹਰ ਕੋ ਬਿੰਦ ਸਵਾਰੀ, ਫਿਰ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਪਕਾਰੀ। ਅੱਜ ਉਹ ਪਰਪਕਾਰ ਉਹਨਾਂ ਗੁਰੂ ਸਾਹਿਬਾਨਾਂ ਦਾ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 6ਵੀਂ ਗੱਦੀ ਦੇ ਵਾਰਸ ਬਣੇ। ਪੰਚਮ ਸਤਿਗੁਰੂ ਮਹਾਰਾਜ ਜਾਣ ਤੋਂ ਬਾਅਦ ਵਿੱਚ ਆਪਣੇ ਪਿਤਾ ਵਾਲੀ ਗੱਦੀ ਤੇ ਸੁਭਾਏ ਮਾਨ 6ਵੇਂ ਸਤਿਗੁਰੂ ਮਹਾਰਾਜ ਹੋਏ। ਅੱਜ ਆਪਾਂ ਇਤਿਹਾਸ ਇੱਥੋਂ ਜੋ ਆਰੰਭ ਕਰਨਾ ਹੈ। ਸੋ ਜਿਵੇਂ ਕਿ ਆਪਣੀ ਦੁਨੀਆ ਦੇ ਲੁਕਾਈ ਦੇ ਜਿੰਨੇ ਵੀ ਫੈਸਲੇ, ਝਗੜੇ, ਝੇੜੇ ਜਾਂ ਇੱਕ ਦੂਜੇ ਭਰਾਵਾਂ ਦੇ ਵਿੱਚ ਪਾੜਾ ਜਾਂ ਇੱਕ ਦੂਜੇ ਤੇ ਹਾਈ ਹੋਏ ਵੇ ਭਾਵ, ਮਨਮੁਖ ਬੰਦੇ ਇੱਕ ਦੂਜੇ ਨੂੰ ਮਾਰਨ ਤੇ ਤੁਲੇ ਹੋਏ ਭਾਵ, ਕਤਲਾਂ ਦੇ ਕੇਸ ਜਿਵੇਂ ਸਾਡੀਆਂ ਸਰਕਾਰਾਂ ਕੋਲ ਜਾਂਦੇ ਆ, ਉਸ ਮੌਕੇ ਇੱਕ ਸੱਚੀ ਸਰਕਾਰ ਧੰਨ ਧੰਨ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ 6ਵੇਂ ਜਾਮੇ ਵਿੱਚ ਸ੍ਰੀ ਅੰਮ੍ਰਿਤਸਰ ਵਿਖੇ ਬਿਰਾਜਮਾਨ ਹੋਏ। ਪਿਤਾ ਦੇ ਜਾਣ ਤੋਂ ਬਾਅਦ ਵਿੱਚ 6ਵੀਂ ਜੋਤ ਆਈ, ਪਰ ਉਹ 6ਵੀਂ ਜੋਤ ਨੇ ਇੱਕ ਇਹ ਉਪਰਾਲਾ ਸ੍ਰੀ ਹਰਿਮੰਦਰ ਸਾਹਿਬ, ਜੋ ਗੁਰੂ ਨਾਨਕ ਸਾਹਿਬ ਦੀ ਗੱਦੀ ਤੋਂ ਲੈ ਕੇ ਪੰਚਮ ਸਤਿਗੁਰੂ ਤਿੱਕਰ ਗੁਰੂ ਸਾਹਿਬ ਦੇ ਸਤਿਕਾਰ ਤੇ ਮਾਨ, ਉਸ ਅਕਾਲ ਪੁਰਖ ਦੀ ਮਾਨਤਾ ਦਿੱਤੀ ਹੋਈ ਸਾਹਮਣੇ ਆਏ। ਪਰ 6ਵਾਂ ਰੂਪ ਬਦਲ ਕੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪੈਣੀਆਂ, ਦੁਨੀਆ ਦੀ ਰਾਖੀ ਵਾਸਤੇ ਸਿੱਖ ਭਰਤੀ ਕਰਨੇ ਆਰੰਭ ਕੀਤੇ। ਤੇ ਪਿਆਰੋ, ਉਹਨਾਂ ਸਿੱਖਾਂ ਦੇ ਵਿੱਚ ਜਦੋਂ ਪ੍ਰਚਾਰ ਸਿੱਖੀ ਦਾ ਹੁੰਦਾ, ਬਾਬਾ ਬੁੱਢਾ ਜੀ ਦੇ ਹਮ ਰਕਾਬ ਰਹਿਣ ਵਾਲੇ ਬਾਬਾ ਕਲਿਆਣਾ ਜੀ ਦੀ ਡਿਊਟੀ ਨਗਰਾਂ ਵਿੱਚ ਪ੍ਰਚਾਰ ਦੀ ਲਾਈ। ਜਿਵੇਂ ਉਹਨਾਂ ਦਾ ਪ੍ਰਚਾਰ ਸੁਣ ਕੇ ਧੰਨ ਧੰਨ ਗੁਰੂ ਪੰਚਮ ਪਾਤਸ਼ਾਹ ਦੀ ਗੱਦੀ ਦੇ ਨਾਲ ਜੁੜਨ ਵਾਲੇ ਮੁਸਲਮਾਨਾਂ ਨੇ ਵੀ ਇਹ ਪ੍ਰਚਾਰ ਸੁਣਿਆ ਤੇ ਮੁਸਲਮਾਨ ਵੀ ਆ ਕੇ ਸਿੱਖ ਸਜੇ, 6ਵੇਂ ਸਤਿਗੁਰੂ ਦੀ ਸ਼ਰਨ ਆਏ। ਪਹਿਲਾਂ ਬਾਣੀ ਦਾ ਫਰਮਾਨ ਹੀ ਇਹ ਹੈ, ਜੋ ਸ਼ਰਨ ਆਵੈ ਤਿਸ ਕੰਠ ਲਗਾਵੈ, ਇਹ ਬਿਰਧ ਸੁਆਮੀ ਸੰਦਾ।
ਪਿਆਰੋ ਚਾਹੇ ਮੁਸਲਮਾਨ, ਮੈਂ ਪਹਿਲਾਂ ਆਰੰਭਤਾ ਹੀ ਇੱਥੋਂ ਕੀਤੀ ਹੈ, ਚਾਹੇ ਮੁਸਲਮਾਨ ਹੋਵੇ, ਜੈਨੀ ਹੋਵੇ, ਬੋਧੀ ਹੋਵੇ, ਭਾਵ ਸਾਰਿਆਂ ਦੇ ਗੁਰੂ ਆਪਣਾ ਇੱਕ ਹੈ। ਅਕਾਲ ਪੁਰਖ ਨੇ ਆ ਮਨੁੱਖ ਜਾਮਾ ਜਦੋਂ ਦਿੱਤਾ ਤੇ ਇਧਰ ਮੁਸਲਮਾਨ ਫਕੀਰ ਦੀ ਬਾਣੀ ਵੀ ਦਰਜ ਵਿੱਚ ਥਾਂ ਕੀਤੀ ਗਈ ਹੈ, ਜਿਹਦੇ ਵਿੱਚੋਂ ਦੂਈ ਦਵਾਇਤ ਈਰਖਾ ਭਾਵਨਾ ਦੀਆਂ ਕੰਧਾਂ ਢਹਿ ਗਈਆਂ। ਕੀ ਕਿਹਾ ਗਿਆ? ਅਬਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਮੰਦੇ। ਸੋ ਪਿਆਰਿਓ, ਮੰਦਾ ਕਿਹਨੂੰ ਕਹੀਏ ਤਾਂ ਖੁਦਾ ਦਾ ਨੂਰ ਹੈ। ਉਸ ਖੁਦਾ ਨੇ ਇੱਕ ਮਨੁੱਖਨਾਮਾ ਬਖਸ਼ਿਸ਼ ਕਰਕੇ ਬਹੁਤ ਸੋਹਣਾ ਸਾਨੂੰ ਮਾਨਸਨਾਮਾ ਦਿੱਤਾ, ਚਾਹੇ ਕੋਈ ਹਿੰਦੂ ਹੈ ਚਾਹੇ ਮੁਸਲਮਾਨ ਹੈ, ਆਪਾਂ ਸਾਰੇ ਏਕ ਪਿਤਾ। ਫਿਰ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਹੈ। ਜਥੇਦਾਰ ਬਾਬਾ ਜਗਤਾਰ ਸਿੰਘ ਜੀ ਨਿਹੰਗ ਸਿੰਘ ਗੁਰੂ ਕੀ ਲਾਡਲੀ ਫੌਜ ਵੱਲੋਂ ਢਾਡੀ ਜਥੇ ਦੇ ਮਾਨ ਵਿੱਚ ਤੇ ਨਾਲ ਜੋ ਵੀਡੀਓ ਦੀ ਸੇਵਾ ਵੀ ਕਰ ਰਹੇ ਹੈ, ਉਹਨਾਂ ਵੱਲੋਂ ਬੱਚਿਆਂ ਨੂੰ ਆਸ਼ੀਰਵਾਦ ਆਈ ਹੈ। ਤੇ ਧੰਨ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ, ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾਦੇ ਤੇ ਪੋਤੇ ਦਾ ਸਾਂਝਾ ਸਥਾਨ ਹੈ। ਪਿਆਰਿਓ, ਜਲਪੁਰੇ ਦੀ ਧਰਤੀ ਹੈ, ਦਾਦੇ ਤੇ ਪੋਤੇ ਦਾ ਸਾਂਝਾ ਸਥਾਨ ਤੇ ਪਹੁੰਚ ਕੇ ਆਪਾਂ ਹਾਜ਼ਰੀਆਂ ਲਵਾਈਆਂ। ਸਾਰਿਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਚੜ੍ਹਦੀਆਂ ਕਲਾ ਰੱਖਣ, ਸਿੱਖੀ ਨਾਮਦਾਨ ਭਰੋਸਾ ਆਪਣੇ ਚਰਨਾਂ ਕੋਲਾਂ ਦੀ ਪ੍ਰੀਤ ਬਖਸ਼ਿਸ਼ ਕਰਨ ਜੀ। ਸੋ ਆਓ ਆਪਾਂ ਛੇਵੇਂ ਸਤਿਗੁਰੂ ਮਹਾਰਾਜ, ਜਦੋਂ ਉਹਨਾਂ ਨੇ ਆ ਕੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ, ਉਦੋਂ ਬਾਅਦ ਦੇ ਵਿੱਚ ਜੇ ਮੈਂ ਇੱਧਰ ਨੂੰ ਜਾਵਾਂ, ਚੰਦੂ ਦੀਆਂ ਚਾਲਾਂ, ਕਿਉਂਕਿ ਉਹਨਾਂ ਦੇ ਪਿਤਾ ਨੂੰ ਜਿਨ੍ਹਾਂ ਨੇ ਸ਼ਹੀਦ ਕਰਵਾਇਆ ਸੀ, ਉਹਦਾ ਬਹੁਤ ਡੂੰਘਾ ਯੋਗਦਾਨ ਸੀ। ਕਿਉਂਕਿ ਸਿਰਫ ਇੱਕ ਉਹਦੀ ਲੜਕੀ ਦਾ ਰਿਸ਼ਤਾ ਨਾਤਾ ਪੰਚਮ ਸਤਿਗੁਰੂ ਮਹਾਰਾਜ ਨੇ ਇੱਕ ਇਹਨਾਂ ਸੰਗਤਾਂ ਜਿਹੜੀਆਂ ਮੇਰੀਆਂ ਬੱਚੀਆਂ, ਬੀਬੀਆਂ, ਭੈਣਾਂ, ਵੀਰ ਬਜ਼ੁਰਗ ਬੈਠੇ ਆ ਨਾ, ਛੇਵੇਂ ਸਤਿਗੁਰੂ ਮਹਾਰਾਜ, ਪੰਚਮ ਸਤਿਗੁਰੂ ਮਹਾਰਾਜ ਇਹਨਾਂ ਨਾਲ ਬਹੁਤ ਹੀ ਪਿਆਰ ਕਰਦੇ ਸਨ, ਸੰਗਤਾਂ ਦੇ ਨਾਲ। ਪਰ ਸੰਗਤ ਦੀ ਜਿਹੜੀ ਗੱਲ ਹੁੰਦੀ ਸੀ ਨਾ, ਉਹ ਪੰਚਮ ਸਤਿਗੁਰੂ ਮਹਾਰਾਜ ਕੋਲ ਪਹੁੰਚਦੀ ਸੀ ਤੇ ਪਹਿਲ ਦੇ ਆਧਾਰ ਤੇ ਪੰਚਮ ਸਤਿਗੁਰੂ ਮਹਾਰਾਜ ਉਹਨੂੰ ਪ੍ਰਵਾਨ ਕਰਦੇ ਸਨ। ਕਿਉਂਕਿ ਸੰਗਤ ਦੀ ਬੇਨਤੀ ਨੂੰ ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਵਾਨ ਕਰਦੇ ਆ। ਜੇ ਮਨ ਚਿਤ ਲਾ ਕੇ ਵਿਰਥੀ ਕਦੇ ਨਾ ਹੋਈ, ਜਨ ਕੀ ਅਰਦਾਸ ਆਪਾਂ ਇਹ ਪੜ੍ਹਦੇ ਹਾਂ। ਜਨ ਬਣ ਕੇ ਅਰਦਾਸ ਕਰਨ ਵਾਲੀ ਸੰਗਤ ਹੁੰਦੀ ਸੀ। ਉਹਨਾਂ ਸੰਗਤਾਂ ਦੀ ਫਿਰ ਅਰਦਾਸ ਬੇਨਤੀ ਪੂਰੀ ਪੰਚਮ ਸਤਿਗੁਰੂ ਮਹਾਰਾਜ ਪੂਰੀ ਕਰਦੇ ਸੀ। ਪਰ ਚੰਦੂ ਦੇ ਮੂੰਹ ਦੇ ਵਿੱਚੋਂ ਬੋਲ ਕੌੜੇ ਕੁਝ ਨਿਕਲੇ ਪੰਚਮ ਸਤਿਗੁਰੂ ਮਹਾਰਾਜ ਦੇ ਦਰਬਾਰ ਵਾਸਤੇ ਤੇ ਗੁਰੂ ਦੇ ਦਰਬਾਰ ਵਾਸਤੇ। ਤੇ ਪੰਚਮ ਸਤਿਗੁਰੂ ਮਹਾਰਾਜ ਉਹਨਾਂ ਦੇ ਵਾਸਤੇ ਚੰਦੂ ਨੇ ਜਿਹੜੇ ਲਾਗੀ ਭੇਜੇ ਸੀ ਨਾ, ਪਹਿਲਾਂ ਉਹਦੀ ਲੜਕੀ ਦਾ ਮੈਂ ਇੱਥੋਂ ਆਰੰਭਤਾ ਕਰਨੀ ਹੈ ਵੀ ਲੜਕੀ ਦਾ ਰਿਸ਼ਤਾ ਪਹਿਲਾਂ ਤਾਂ ਮੰਨ ਗਏ ਗੁਰੂ ਪੰਚਮ ਸਤਿਗੁਰੂ ਮਹਾਰਾਜ ਵੀ ਮੇਰੇ ਪੁੱਤਰ ਹਰਗੋਬਿੰਦ ਪਾਤਸ਼ਾਹ ਵਾਸਤੇ ਪ੍ਰਵਾਨ ਹੈ। ਕਿਉਂਕਿ ਸਾਰੇ ਦੇਸ਼ ਦਾ ਚੱਕਰ ਲਾ ਕੇ ਆਪਾਂ ਇਹ ਇਤਿਹਾਸ ਆਮ ਸਰਵਣ ਕਰਦੇ ਆਨੇ ਆ। ਜਵਾਬ ਦਿੱਤਾ ਕਿਹਦੇ ਕਾਰਨ? ਹਾਂ ਕੀਤੀ ਪਹਿਲਾਂ। ਤੇ ਜਿਹੜਾ ਚੰਦੂ ਸੀ, ਚੰਦੂ ਨੇ ਬਹੁਤ ਕੌੜਾ ਫਿੱਕਾ ਬੋਲਿਆ ਗੁਰੂ ਸਾਹਿਬ ਦੇ ਦਰਬਾਰ ਬਾਰੇ ਤੇ ਗੁਰੂ ਬਾਰੇ। ਉਸ ਮੌਕੇ ਫਿਰ ਪੰਚਮ ਸਤਿਗੁਰੂ ਮਹਾਰਾਜ ਦੀ ਦਿੱਲੀ ਦੀ ਸੰਗਤ ਨੇ ਫਿਰ ਮਹਾਰਾਜ ਨੂੰ ਕਹਿਤਾ, ਮਹਾਰਾਜ ਇਹੋ ਜਿਹੇ ਬੰਦੇ ਦੇ ਨਾਲ ਰਿਸ਼ਤਾ ਨਾਤਾ ਜੋੜਨਾ ਬਹੁਤ ਮਾੜੀ ਗੱਲ ਹੈ। ਉਹ ਤਾਂ ਕੋਈ ਸਿੱਖੀ ਦੇ ਤਾਂ ਨੇੜ ਤੇੜ ਦੀ ਗੱਲ ਨਹੀਂ, ਬਹੁਤ ਕੁਫਰ ਤੋਲਿਆ ਤੁਹਾਡੇ ਬਾਰੇ, ਦਰਬਾਰ ਬਾਰੇ। ਇਹ ਜਦੋਂ ਖਬਰ ਪਹੁੰਚੀ ਜਾਣੀ ਜਾਣ ਸਤਿਗੁਰੂ ਕੋਲੇ ਤੇ ਉਹਨਾਂ ਨੇ ਜਵਾਬ ਦੇ ਦਿੱਤਾ। ਤੇ ਜਵਾਬ ਦੇਣ ਤੋਂ ਬਾਅਦ ਦੇ ਵਿੱਚ ਚੰਦੂ ਨੇ ਵੈਰ ਵਿੱਢਿਆ। ਭਾਵ ਪਿਆਰਿਓ, ਵੈਰੀ ਤਾਂ ਹੋਰ ਵੀ ਸਨ ਗੁਰੂ ਦੀ ਗੱਦੀ ਦੇ, ਆਪਦੇ ਭੈਣ ਆਪਦੇ ਪਰਿਵਾਰ ਵਿੱਚੋਂ ਹੀ ਪਿਰਥੀ ਚੰਦ ਵਰਗੇ। ਭਾਵ ਸਾਰਿਆਂ ਨੇ ਗੂੰਦਣਾ ਗੁੰਦ ਕੇ ਗੁਰੂ ਸਾਹਿਬ ਪੰਚਮ ਸਤਿਗੁਰੂ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਉਣ ਤਿੱਕਰ ਕਰ ਦਿੱਤਾ। ਉਦੋਂ ਬਾਅਦ ਦੇ ਵਿੱਚ ਚੰਦੂ ਦਾ ਡੂੰਘਾ ਯੋਗਦਾਨ ਸੀ, ਕਿਉਂਕਿ ਉਹਦੀ ਲੜਕੀ ਦਾ ਰਿਸ਼ਤਾ ਨਾਤਾ ਮੁੱਕਰੇ ਸੀ ਪੰਚਮ ਸਤਿਗੁਰੂ, ਉਹਦਾ ਵੈਰ ਵੱਧ ਸੀ, ਇਹਦਾ ਯੋਗਦਾਨ ਉਹਨੇ ਵੱਧ ਪਾਇਆ। ਤੇ ਪਿਆਰਿਓ, ਜਦੋਂ ਪੰਚਮ ਸਤਿਗੁਰੂ ਮਹਾਰਾਜ ਜੀ ਸ਼ਹੀਦ ਹੋ ਗਏ, ਉਦੋਂ ਬਾਅਦ ਦੇ ਵਿੱਚ ਗੱਦੀ ਤੇ ਸੁਭਾਏਮਾਨ ਛੇਵੇਂ ਸਤਿਗੁਰੂ ਮਹਾਰਾਜ ਹੋਏ, ਜਿਨ੍ਹਾਂ ਦਾ ਸੁਭਾਏਮਾਨ ਗੁਰਦੁਆਰਾ ਸਾਹਿਬ ਹੈ ਸ੍ਰੀ ਜਫਰਨਾਮਾ ਸਾਹਿਬ ਤੋਂ। ਆ ਬਾਹਰ ਨਿਕਲੋਗੇ ਤੇ ਦਾਦੇ ਦਾ ਸਥਾਨ, ਧੰਨ ਗੁਰੂ ਕਲਗੀਧਰ ਪਾਤਸ਼ਾਹ ਬਾਪੂ ਜੀ ਦੇ ਦਾਦੇ ਦਾ ਸਥਾਨ ਛੇਵੇਂ ਸਤਿਗੁਰੂ ਦਾ ਤੁਹਾਡੇ ਸਾਹਮਣੇ ਆਉਂਦਾ ਹੈ। ਹੁਣ ਇਸ ਸਤਿਗੁਰੂ ਮਹਾਰਾਜ ਨੇ ਆ ਕੇ ਫਿਰ ਪੰਜਵੀਂ ਜੋਤ ਨੇ ਛੇਵੇਂ ਜਾਮੇ ਵਿੱਚ ਵਾਸਾ ਕੀਤਾ ਨਾ, ਗੱਦੀ ਤੇ ਬੈਠੇ ਤੇ ਦਿਨੋਂ ਦਿਨ ਚੜ੍ਹਦੀ ਕਲਾ ਹੁੰਦੀ ਜਾਂਦੀ ਰਹਿੰਦੀ ਆ ਦਰਬਾਰ ਦੀ। ਉਥੇ ਨਿਧਾ ਪ੍ਰਤੀ ਸੰਗਤਾਂ ਜਿਵੇਂ ਆਉਂਦੀਆਂ ਸ੍ਰੀ ਜ਼ਫਰਨਾਮਾ ਸਾਹਿਬ, ਮੰਜੀ ਸਾਹਿਬ, ਗੁਰਦੁਆਰਾ ਸਾਹਿਬ ਦਿਆਲਪੁਰ ਚੱਲ ਕੇ ਆਉਨੇ ਆ, ਨਤਮਸਤਕ ਹੁੰਨੇ ਆ। ਇਸ ਤਰ੍ਹਾਂ ਸੰਗਤਾਂ ਉੱਥੇ ਭਾਈ ਹੜ ਆਉਂਦਾ ਸੰਗਤਾਂ ਦਾ, ਚੜਾਵਾ ਚੜ੍ਹਦਾ ਹੈ, ਬੇਅੰਤ ਚੜਾਵੇ ਚੜ੍ਹਦੇ ਆ।
ਪਰ ਉਹਨਾਂ ਰਾਜਿਆਂ ਦੀਆਂ ਖੋਟੀਆਂ ਨੀਤਾਂ ਦੇਖ ਕੇ ਜਾਣੀ ਜਾਣ ਸਤਿਗੁਰੂ ਨੂੰ ਪਤਾ ਸੀ ਵੀ ਇਸ ਤਰ੍ਹਾਂ ਅਤਿਆਚਾਰ ਜ਼ੁਲਮ ਕਰਨ ਤੋਂ ਇਹਨਾਂ ਲੋਕਾਂ ਨੇ ਟਲਣਾ ਨਹੀਂ। ਪਹਿਲਾਂ ਮੇਰੇ ਪਿਤਾ ਨੂੰ ਸ਼ਹੀਦ ਕੀਤਾ ਤੇ ਉਹਦਾ ਬਦਲਾ ਲੈਣ ਵਾਸਤੇ ਚਿੱਤ ਦੇ ਵਿੱਚ ਉਸਰਦੀ ਆ ਗੱਲ ਵੀ ਇਹ ਸ਼ਾਸਤਰਾਂ ਤੋਂ ਬਿਨਾਂ ਮੁਕਾਬਲਾ ਨਹੀਂ ਹੋਣਾ ਉਹਨਾਂ ਜ਼ਾਲਮਾਂ ਲੋਕਾਂ ਦਾ। ਸੋਧੇ ਨਹੀਂ ਜਾਣੇ। ਹੁਣ ਇਧਰੋਂ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਮਹਾਰਾਜ ਨੇ ਇਹ ਕਹਿਤਾ, ਸੰਗਤ ਜੀ ਜੋ ਤੁਸੀਂ ਚੜਾਵਾ ਚੜਾ ਕੇ ਆਉਣੇ ਆ ਗੁਰੂ ਦਰਬਾਰ ਵਿੱਚ ਲੈ ਕੇ ਆਉਣੇ ਆ, ਬਹੁਤ ਵਧੀਆ ਵਧੀਆ ਵਸਤੂਆਂ ਪੈਸੇ ਕਰਕੇ ਆ ਕੇ ਨਤਮਸਤਕ ਹੁੰਨੇ ਆ ਇਸ ਦਰਬਾਰ ਵਿੱਚ। ਸਾਨੂੰ ਉਸ ਅਕਾਲ ਪੁਰਖ ਦਾ ਹੁਕਮ ਹੈ ਅੱਜ ਤੋਂ ਬਾਅਦ ਦੇ ਵਿੱਚ ਇਹ ਚੀਜ਼ਾਂ ਦੇ ਬਦਲੇ ਕੀ ਲੈ ਕੇ ਆਉਣੇ ਆ ਜੰਗੀ ਸ਼ਾਸਤਰ ਤੇ ਜੰਗੀ ਘੋੜੇ ਲੈ ਕੇ ਆਉਣੇ। ਸ਼ਾਸਤਰ ਲੈ ਕੇ ਆਓ, ਸਾਨੂੰ ਲੋੜ ਆ ਇਹਨਾਂ ਸ਼ਾਸਤਰਾਂ ਦੀ। ਛੇਵੇਂ ਸਤਿਗੁਰੂ ਮਹਾਰਾਜ ਨੇ ਇਹ ਹੁਕਮ ਕਰ ਦਿੱਤਾ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ। ਆ ਜਿਹੜੀਆਂ ਮਾਲਾ ਫੇਰ ਰਹੇ ਆ, ਮਾਲਾ ਸਾਡੇ ਵੱਡਿਆਂ ਨੇ ਬਹੁਤ ਮਾਲਾ ਫੇਰੀਆਂ। ਪੰਚਮ ਸਤਿਗੁਰੂ ਮਹਾਰਾਜ ਤੱਕ ਮਾਲਾ ਫੇਰ ਕੇ ਵਾਹਿਗੁਰੂ ਦੇ ਨਾਮ ਦੀਆਂ ਮਾਲਾ ਫੇਰ ਕੇ ਉਹਨਾਂ ਜ਼ਾਲਮਾਂ ਨੇ ਉਹਨਾਂ ਮੇਰੇ ਸਾਡੇ ਬਜ਼ੁਰਗਾਂ ਤੇ ਵੀ ਅਤਿਆਚਾਰ ਕੀਤਾ, ਪਰ ਉਹਨਾਂ ਨੇ ਅਜੇ ਵੀ ਨਹੀਂ ਟਲਣਾ। ਉਹਨਾਂ ਨੂੰ ਸੋਧਣ ਵਾਸਤੇ, ਉਹਨਾਂ ਨਾਲ ਜੰਗ ਯੁੱਧ ਕਰਨ ਵਾਸਤੇ ਸਾਨੂੰ ਜੰਗੀ ਸ਼ਾਸਤਰ ਚਾਹੀਦੇ ਆ ਤੇ ਜੰਗੀ ਘੋੜੇ ਚਾਹੀਦੇ ਆ। ਇਹ ਲੈ ਕੇ ਆਓ। ਫਿਰ ਦਿਨੋਂ ਬਦਿਨ ਪਿਆਰਿਓ ਗੁਰੂ ਕੀਆਂ ਸਿੱਖ ਸੰਗਤਾਂ ਫਿਰ ਆਪ ਜਾਣੂ ਇਤਿਹਾਸ ਬਾਰੇ ਵੀ। ਗੁਰੂ ਕੀਆਂ ਸਿੱਖ ਸੰਗਤਾਂ ਨੇ ਹੜ੍ਹ ਲਿਆ ਦਿੱਤੇ, ਹੜ੍ਹ। ਤੇ ਗੁਰੂ ਸਾਹਿਬ ਨੂੰ ਇੱਕ ਹੋਰ ਸ਼ੌਕ ਸੀ ਹਿਰਦੇ ਵਿੱਚ ਛੇਵੇਂ ਸਤਿਗੁਰੂ ਨੂੰ। ਕਿਹੜਾ ਵੀ ਆ ਜਿਹੜੇ ਨੌਜਵਾਨ ਹੈ ਇਹਨਾਂ ਦੀਆਂ ਸਰੀਰਾਂ ਨੂੰ ਸੰਭਾਲਣ ਵਾਸਤੇ, ਇਹਨਾਂ ਨੂੰ ਬਲਵਾਨ ਕਰਨ ਵਾਸਤੇ ਕੀ ਚਾਹੀਦਾ ਹੈ? ਕਿਉਂਕਿ ਜੰਗਾਂ ਯੁੱਧਾਂ ਵਿੱਚ ਫੇਰ ਹੀ ਸਾਡੇ ਨਾਲ ਹੈਲਪ ਕਰਨਗੇ। ਉਹ ਜ਼ਾਲਮ ਰਾਜਾਂ ਦੀਆਂ ਫੌਜਾਂ ਨਾਲ ਤਾਂ ਹੀ ਟੱਕਰ ਲਾਉਣਗੇ। ਉਹ ਜਿਹੜੇ ਮਾਪਿਆਂ ਦੀ ਆਸ ਹੈ ਵੀ ਸਾਡਾ ਪੁੱਤ ਜਵਾਨ ਹੋ ਕੇ ਸਾਡਾ ਸਹਾਰਾ ਬਣੂ, ਸੋਟੀ ਬਣੂ, ਐਂਡ ਤੇ ਸਾਡਾ ਸਹਾਰਾ ਬਣੂ, ਤੇ ਫੇਰ ਹੀ ਜੇ ਇਹ ਨਸ਼ਿਆਂ ਤੋਂ ਰਹਿਤ ਹੋ ਜਾਣਗੇ ਤੇ ਖਾਣਾ ਪੀਣਾ ਸਪਸ਼ਟ ਵਧੀਆ ਹੋਵੇਗਾ ਤੇ ਫਿਰ ਇਹਨਾਂ ਦੇ ਸਰੀਰ ਵਧੀਆ ਬਣਨਗੇ। ਉਹ ਚਾਲਾ ਕਿਹੜਾ ਚੱਲਿਆ ਸੀ ਗੁਰੂ ਸਾਹਿਬ ਨੇ? ਨੌਜਵਾਨ ਸਿੱਖਾਂ ਨੂੰ, ਕੋਈ ਵੀ ਚਾਹੇ ਮੁਸਲਮਾਨ ਜਿਹੜਾ ਆ ਕੇ ਪ੍ਰਚਾਰ ਸੁਣ ਕੇ ਸਿੱਖ ਬਣਦਾ ਨਾ, ਗੁਰੂ ਸਾਹਿਬ ਨੇ ਸਾਰਿਆਂ ਨੂੰ ਉਪਦੇਸ਼ ਦੇ ਦਿੱਤਾ, ਓਏ ਪੁੱਤਰੋ ਕੁਸ਼ਤੀਆਂ ਕਰਿਆ ਕਰੋ। ਕੁਸ਼ਤੀਆਂ ਅੱਜ ਕੱਲ ਅਸੀਂ ਜਾਣਦੇ ਨੇ ਕੁਸ਼ਤੀ ਕਿਹੜੀ ਹੁੰਦੀ ਪਿਆਰਿਓ? ਇੱਕ ਦੂਜੇ ਦੇ ਨਾਲ ਘੋਲ ਕਰਨਾ, ਘੋਲ ਕੁਸ਼ਤੀਆਂ। ਜਿਵੇਂ ਅੱਜ ਆਪਾਂ ਕ੍ਰਿਕਟ ਦਾ ਮੈਚ ਲੈ ਲਿਆ, ਹਾਕੀ ਦਾ ਮੈਚ ਲੈ ਲਿਆ, ਇਹ ਵੀ ਆਪਣੇ ਸਰੀਰ ਨੂੰ ਬਲਵਾਨ ਰੱਖਣ ਵਾਸਤੇ ਇਹ ਸਾਡੇ ਗੁਰੂ ਸਾਹਿਬਾਨਾਂ ਦੀਆਂ ਚਲਾਈਆਂ ਹੋਈਆਂ ਕੁਸ਼ਤੀਆਂ ਇੱਕ ਦੂਜੇ ਦੇ ਨਾਲ। ਭਾਵ ਉਦੋਂ ਉਸ ਮੌਕੇ ਦੇ ਪਿਆਰਿਓ ਘਿਓ, ਬਦਾਮ, ਪਿਸਤੇ। ਪਿਆਰੋ ਜਦੋਂ ਗੁਰੂ ਸਾਹਿਬ ਕਹਿੰਦਾ ਵੀ ਮੇਰੇ ਯੋਧਿਆਂ ਵਾਸਤੇ ਆ ਵੀ ਚੀਜ਼ਾਂ ਚਾਹੀਦੀਆਂ, ਨੌਜਵਾਨ ਕੁਸ਼ਤੀਆਂ ਕਰਨਗੇ, ਘੋਲ ਕਰਨਗੇ, ਤੇ ਉਹਨਾਂ ਵਾਸਤੇ ਪਿਆਰੋ ਟੀਨਾਂ ਦੇ ਟੀਨ ਗੁਰੂ ਕੀਆਂ ਸਿੱਖ ਸੰਗਤਾਂ ਨੇ ਢੇਰ ਲਾ ਦਿੱਤੇ। ਕੁਸ਼ਤੀਆਂ ਦੇ ਬਦਾਮਾਂ ਦੇ ਢੇਰ ਲਾ ਦਿੱਤੇ ਗੁਰੂ ਛੇਵੇਂ ਪਾਤਸ਼ਾਹ ਦੇ ਦਰਬਾਰ ਵਿੱਚ। ਸੱਚੇ ਪਾਤਸ਼ਾਹ ਤੁਹਾਡਾ ਹੁਕਮ ਹੈ। ਸ਼ਾਸਤਰਾਂ ਦੇ ਢੇਰ ਲਾਗੇ ਪਿਆਰੋ, ਇਹੋ ਜਿਹੇ ਸ਼ਾਸਤਰ ਲਿਆਉਣ ਲੱਗ ਪਏ ਸਿੱਖ। ਇਹ ਸ੍ਰੀ ਸਾਹਿਬ ਜੰਗੀ ਹਥਿਆਰ ਜਿਹੜੇ ਆਉਣ ਵਾਲੇ ਸੀ ਗੁਰੂ ਛੇਵੇਂ ਪਾਤਸ਼ਾਹ ਦੇ ਕੰਮ ਦਿਨੋਂ ਦਿਨ ਚੜ੍ਹਦੀ ਕਲਾ ਹੁੰਦੀ ਜਾ ਰਹੀ ਹੈ। ਗੁਰੂ ਦਰਬਾਰ ਦੀ ਮਹਿਮਾ ਦੇਖ ਕੇ ਚੰਦੂ ਦੇ ਅੱਗ ਲੱਗ ਗਈ। ਚੰਦੂ ਕਹਿੰਦਾ ਮੈਂ ਇਹਦੇ ਪਿਤਾ ਪੰਚਮ ਸਤਿਗੁਰੂ ਨੂੰ ਮੇਰਾ ਡੂੰਘਾ ਯੋਗਦਾਨ ਹੈ। ਹੋਵੇ ਨਾ ਜਿਵੇਂ ਇਹ ਚੜ੍ਹਦੀ ਦਰਬਾਰ ਦੀ ਚੜ੍ਹਦੀ ਕਲਾ ਹੁੰਦੀ ਜਾਂਦੀ ਹੈ, ਇੱਕ ਦਿਨ ਐਸਾ ਆਊ ਤੇ ਮੈਨੂੰ ਵੀ ਮੌਤ ਝੱਲਣੀ ਪਊ। ਮੇਰਾ ਸਣ ਬੱਚੇ ਕਹਾਣੀ ਪਰਿਵਾਰ ਪੀੜਿਆ ਜਾ ਸਕਦਾ ਹੈ। ਪਰ ਇਧਰੋਂ ਇੱਕ ਛੇਵੇਂ ਸਤਿਗੁਰੂ ਨੂੰ ਉਹ ਜ਼ਾਲਮ ਨੇ ਇੱਕ ਚਿੱਠੀ ਲਿਖੀ, ਕਿਉਂਕਿ ਪਿਆਰੋ ਇਸ ਦਰ ਦੇ ਨਾਲ ਝਗੜਾ ਕਰਨ ਵਾਲਾ ਕੋਈ ਇਨਸਾਨ ਅਜੇ ਤੱਕ ਆਪਾਂ ਨਾ ਤਾਂ ਦੇਖਿਆ। ਜਿਹੜਾ ਚੜ ਕੇ ਆਇਆ ਉਹ ਝੜ ਕੇ ਹੀ ਗਿਆ, ਤੇ ਜਿਹੜਾ ਗੁਰੂ ਦੀ ਸ਼ਰਨ ਪਿਆ ਉਹ ਤਰ ਕੇ ਹੀ ਗਿਆ। ਇਹ ਉਹ ਦਰ ਹੈ। ਇਸ ਦਰ ਦੇ ਨਾਲ ਵੈਰ ਵਿੱਢਣ ਲੱਗਾ ਤੇ ਆਪਦੇ ਜਿਹਨੇ ਧਮਕੀ ਦਿੱਤੀ ਛੇਵੇਂ ਪਾਤਸ਼ਾਹ ਨੂੰ ਇੱਕ ਚਿੱਠੀ ਲਿਖੀ। ਕੀ ਲਿਖਿਆ ਚਿੱਠੀ ਦੇ ਵਿੱਚ? ਕਹਿੰਦਾ ਵਿੱਚ ਲਿਖਿਆ ਚਿੱਠੀ ਦੇ ਗੱਲਾਂ ਵੱਜਣ ਵਾਂਗਣਾ ਤੀਰਾਂ ਜੇ ਕਹਿਣਾ ਮੰਨਿਆ ਨਾ ਸੁੱਟ ਨੂੰ ਜੇਲ੍ਹ 'ਚ ਜਕੜ ਜੰਜੀਰਾਂ। ਤੇਰੇ ਅਰਜਨ ਦੇ ਪਿਤਾ ਉਹ ਗਲਤੀ ਜਾਣ ਬੁੱਝ ਕੇ ਕੀਤੀ ਹੈ, ਪਤਾ ਸਿਆਣਾ ਨੂੰ ਜਿਹੜੀ ਨਾਲ ਉਸ ਦੇ ਬੀਤੀ। ਵੇਖੋ ਐਡੀਆਂ ਧਮਕੀਆਂ ਦਿੱਤੀਆਂ ਨਾ ਜਦੋਂ ਗੁਰੂ ਸਾਹਿਬ ਨੇ ਚਿੱਠੀ ਪੜ੍ਹੀ ਤੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਦੇ ਨੇਤਰ ਲਾਲ ਹੋ ਗਏ। ਕਹਿੰਦਾ ਜ਼ਾਲਮ ਹਜੇ ਵੀ ਨਹੀਂ ਟਲਦਾ, ਪਰ ਇਹਦੇ ਨਾਲ ਹੋਣੀ ਤਾਂ ਉਹੀ ਹੈ ਪਿਆਰੋ। ਫਿਰ ਉਹ ਹੋ ਕੇ ਰਹੀ। ਮੈਂ ਗੱਲ ਨੇੜੇ ਇਤਿਹਾਸ ਜੋੜਨ ਦੀ ਗੱਲ ਕਰਾਂ, ਫਿਰ ਕੀ ਕੰਮ ਹੋਇਆ। ਇਧਰੋਂ ਜਿਵੇਂ ਪਹਿਲਾਂ ਪਿਤਾ ਦੇ ਨਾਲ ਚਾਲ, ਛੇਵੇਂ ਪਾਤਸ਼ਾਹ ਦੇ ਪਿਤਾ ਨਾਲ ਚਾਲ ਚੱਲੀ, ਉਦੋਂ ਬਾਅਦ ਚ ਫਿਰ ਇਧਰ ਛੇਵੇਂ ਪਾਤਸ਼ਾਹ ਨਾਲ ਚਾਲ ਚੱਲਣ ਲੱਗਾ। ਜਹਾਂਗੀਰ ਬਾਦਸ਼ਾਹ ਦੇ ਕੰਨ ਉਸੇ ਤਰ੍ਹਾਂ ਜਾ ਭਰੇ
ਭਾਵ ਇੱਕ ਨਜੂਮੀਆਂ ਖਰੀਦ ਕੇ ਉਹਨੂੰ ਭੇਜਿਆ ਤੇ ਨਜੂਮੀਆਂ ਨੇ ਕੀ ਕੀਤਾ, ਨਜੂਮੀਆਂ ਭਾਵ ਜਿਹਨੂੰ ਕਹਿੰਦੇ ਜੋਤ ਸੀ। ਉਸ ਮੌਕੇ ਜੋਤ ਦੇ ਵਿੱਚ ਲੋਕ ਬਹੁਤ ਵਿਸ਼ਵਾਸ ਕਰਦੇ ਸਨ, ਪਰ ਉਸ ਮੌਕੇ ਗੁਰੂ ਦੇ ਸਿੱਖ ਨਹੀਂ ਸੀ ਕਰਦੇ, ਆਮ ਲੋਕ ਕਰਦੇ ਸਨ। ਅੱਜ ਵੀ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ ਸਿੰਘ ਸਿੰਘਣੀਆਂ ਭੈਣਾਂ ਵੀਰ ਕਦੇ ਵਾਸਤੇ ਵੀ ਇਹਨਾਂ ਅੰਧ ਵਿਸ਼ਵਾਸਾਂ ਦੇ ਵਿੱਚ ਨਹੀਂ ਜਾਂਦੇ, ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਓਟ ਆਸਰਾ ਲੈ ਕੇ ਇਸ ਗੁਰੂ ਤੋਂ, ਕਿਉਂਕਿ ਇਹ ਗੁਰੂ ਸਾਹਿਬ ਨੇ ਕਹਿਤਾ ਓਏ ਭਾਈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਦੇ ਸਾਂਝੇ ਹੈ, ਇੱਥੇ ਕੋਈ ਆਵੋ। ਇਹ ਕੀ ਕਰਦੇ ਆ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਇਆ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਫਿਰ ਜਿਨ੍ਹਾਂ ਨੇ ਇਹ ਤੁਕ ਗੁਰੂ ਦੀ ਬਾਣੀ ਦੀ ਪੜ੍ਹ ਲਈ ਨਾ, ਇਹ ਹੁਕਮ ਗੁਰੂ ਦਾ ਮੰਨ ਲਿਆ, ਕਦੇ ਵਾਸਤੇ ਵੀ ਪਿਆਰੋ ਉਹ ਅੰਧ ਵਿਸ਼ਵਾਸ ਵਿੱਚ ਨਹੀਂ ਜਾਂਦਾ। ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਤੇ ਵੀ ਲੱਤ ਮਸਤਕ ਨਹੀਂ ਹੁੰਦਾ, ਸੀਸ ਨਹੀਂ ਝੁਕਾਉਂਦਾ। ਸਤਿਕਾਰ ਜ਼ਰੂਰ ਕਰੂਗਾ, ਕੋਈ ਮਹਾਂਪੁਰਖ ਜਿਹੜਾ ਗੁਰਬਾਣੀ ਦੀ ਗੱਲ ਕਰਦਾ ਉਹਦਾ ਸਤਿਕਾਰ ਤੇ ਫਤਿਹ ਜ਼ਰੂਰ ਸਾਂਝੀ ਕਰੇਗਾ, ਉਹਦੇ ਨਾਲ ਦਿਲੀ ਪਿਆਰ ਰੱਖੂਗਾ, ਉਹਦੇ ਨਾਲ ਵਿਚਾਰ ਵਟਾਂਦਰਾ ਸਾਂਝਾ ਕਰੂਗਾ। ਉਹ ਸਿੱਖ ਹੈ ਗੁਰੂ ਦਾ, ਗੁਰੂ ਨੂੰ ਮੰਨਣ ਵਾਲਾ। ਪਰ ਅੱਜ ਦੇ ਕਈ, ਮੈਂ ਉਹਨਾਂ ਦੀ ਗੱਲ ਨਹੀਂ ਕਰਨਾ ਜਿਹੜੀ ਨਕਲੀ ਸਿੱਖ ਹੈ, ਆਪਾਂ ਅਸਲੀ ਸਿੱਖਾਂ ਦੀ ਗੱਲ ਕੀਤੀ ਹੈ। ਉਸ ਮੌਕੇ ਇਹੋ ਜਿਹੇ ਵੀ ਸਿੱਖ ਸਨ ਜਿਹੜੇ ਗੁਰੂ ਸਾਹਿਬ ਤੇ ਵਿਸ਼ਵਾਸ ਰੱਖਦੇ ਸਨ, ਗੁਰੂ ਦੇ ਚਰਨ ਭਉ ਲੈ ਕੇ ਇੱਕ ਗੁਰੂ ਦੀ ਗੱਲ ਤੇ ਗੁਰੂ ਦਾ ਬਚਨ ਮੰਨਦੇ ਸਨ। ਉਹ ਜੇ ਸਿੱਖ ਤਰ ਗਏ। ਪਰ ਪਿਆਰਿਓ ਫੋਕੇ ਬੰਦਿਆਂ ਤੇ, ਕੱਚੇ ਬੰਦਿਆਂ ਤੇ ਇਹ ਵਹਿਮ ਟੂਣੇ ਫਰੇਬ ਕੰਮ ਕਰਦੇ ਆ। ਸੋ ਆਓ ਫਿਰ ਇਹ ਟੂਣਿਆਂ ਟਾਮਣਾ ਤੇ ਵਹਿਮਾਂ ਭਰਮਾਂ ਦੇ ਵਿੱਚ ਪਾਉਣ ਵਾਲੇ ਬੰਦੇ ਨੂੰ, ਫਰੇਬੀ ਨੂੰ ਸੱਦਿਆ ਗਿਆ। ਕਿਹਨੂੰ? ਨਜੂਮੀਆਂ ਸੱਦਿਆ ਗਿਆ, ਜਿਹਨੂੰ ਜੋਤ ਸੀ ਕਹਿੰਦੇ ਵੀ ਇਹਦੇ ਤੇ ਗੱਲ ਤੇ ਵਿਸ਼ਵਾਸ ਕਰੂ ਰਾਜਾ। ਜੇ ਮੈਂ ਸਿੱਧੀ ਗੱਲ ਕਹੀ ਤੇ ਉਹਨੇ ਵਿਸ਼ਵਾਸ ਨਹੀਂ ਕਰਨਾ। ਹੁਣ ਇਧਰੋਂ ਨਜੂਮੀਆਂ ਖਰੀਦ ਕੇ ਭੇਜਿਆ ਤਖਤ ਤੇ ਪਿਆਰਿਓ ਉਹਦੇ ਫਰੇਬਾਂ ਬਾਰੇ ਪਹਿਲਾਂ ਅਸੀਂ ਇਤਿਹਾਸ ਵਿੱਚ ਪੜ੍ਹ ਚੁੱਕੇ ਹਾਂ, ਕਿਉਂਕਿ ਇਹ ਜਥੇਦਾਰ ਬਾਬਾ ਲਾਭ ਸਿੰਘ ਜੀ ਮੁੱਖ ਸੇਵਾਦਾਰ ਸ੍ਰੀ ਜਫਰਨਾਮਾ ਸਾਹਿਬ, ਉਹ ਜਦੋਂ ਜੇਲ੍ਹ ਦੇ ਵਿੱਚ ਸਨ, ਉਹਨਾਂ ਨੇ ਇਹ ਇਤਿਹਾਸ ਸਾਨੂੰ ਇਹ ਜਿਹੜੀਆਂ ਬੁੱਕਾਂ ਲਿਖ ਕੇ ਦਿੱਤੀਆਂ, ਉਹਦੇ ਵਿੱਚੋਂ ਇਹ ਪੜਚੋਲ ਹੈ। ਉਹ ਆਓ ਪਿਆਰਿਓ ਤੇ ਫਿਰ ਅੱਗੇ ਕੀ ਹੋਇਆ, ਇਹ ਇਤਿਹਾਸ ਚੱਲਿਆ, ਕਿੱਥੇ ਚਲਿਆ ਗਿਆ। ਉਹ ਨਜੂਮੀਆਂ ਪੈਸੇ ਦੇ ਕੇ ਖਰੀਦ ਲਿਆ। ਜੋਤਸੀ ਨੂੰ ਕਹਿੰਦੇ ਤੂੰ ਇਸ ਤਰ੍ਹਾਂ ਕਹਿਣਾ ਜਾ ਕੇ ਰਾਜੇ ਨੂੰ ਵੀ ਤੇਰੇ ਉੱਤੇ ਸਾੜ ਸਤੀ ਦਾ ਬਹੁਤ ਭਾਰੀ ਚੱਕਰ ਹੈ। ਜਿੰਨਾ ਚਿਰ ਛੇਵੇਂ ਪਾਤਸ਼ਾਹ ਤੇ ਭਾਵ ਟਿਕੀ ਟਕਾਈ ਹੋਈ ਸੀ, ਗੱਲ ਵੀ ਤੂੰ ਛੇਵੇਂ ਪਾਤਸ਼ਾਹ ਨੂੰ ਜੇਲ੍ਹ ਦੇ ਵਿੱਚ ਕਿਸੇ ਨਾ ਕਿਸੇ ਵਜ੍ਹਾ ਦੇ ਕਾਰਨ, ਜਿਹੜੀ ਜੇਲ੍ਹ ਆ ਉਹਦੀ ਜੇਲ੍ਹ ਦੇ ਵਿੱਚ ਕਿਸੇ ਨਾ ਕਿਸੇ ਭਾਵੇਂ ਉਹ ਸਿਮਰਨ ਕਰਨ ਦੇ ਬਹਾਨੇ ਜਾਵੇ, ਪਰ ਉਦੋਂ ਬਾਅਦ ਦੇ ਵਿੱਚ ਫਿਰ ਮੇਰਾ ਕੰਮ ਮੈਂ ਕਰਾਂਗਾ, ਕਿਉਂਕਿ ਜੋ ਦਰੋਗੇ ਨੂੰ ਵੀ ਖਰੀਦ ਲੂੰ ਜਿਵੇਂ ਇਹਨੂੰ ਮੈਂ ਖਰੀਦਿਆ। ਸਾਰਾ ਗੋਂਦਣਾ ਗੁੰਦ ਕੇ ਉਹਨੂੰ ਭੇਜਿਆ ਗਿਆ। ਭਾਵ ਜੋਤਸੀ ਨੇ ਪਹਿਲਾਂ ਸਿਪਾਹੀਆਂ ਨੂੰ ਭਰਮਾਇਆ, ਫਿਰ ਰਾਜੇ ਨੂੰ ਭਰਮਾਉਣ ਤੇ ਅੱਗੇ ਮਹਿਲਾਂ 'ਚ ਚਲਿਆ ਗਿਆ। ਤੇ ਭਾਵ ਉਹਨੇ ਇਹ ਗੱਲ ਕਹੀ ਵੀ ਤੇਰੇ ਤੇ ਸਾੜ ਸਦੀ ਦਾ ਬਹੁਤ ਬਲ ਹੈ, ਜਿੰਨਾ ਚਿਰ ਤੇਰੇ ਜੇਲ੍ਹ ਦੇ ਵਿੱਚ ਕੋਈ ਬੈਠ ਕੇ ਜਾਪ ਨਹੀਂ ਨਾ ਕਰਦਾ। ਜਾਪ ਭਾਵ ਫਰੇਬੀ ਬੰਦੇ ਨੇ, ਪਹਿਲਾਂ ਫਰੇਬੀ ਬੰਦੇ ਨੂੰ ਬੁਲਾਇਆ, ਉਹਦੇ ਨਾਲ ਗੋਂਦਣਾ ਪੂਰਾ ਗੁੰਦ ਕੇ ਉਹਨੂੰ ਸਮਝਾ ਦਿੱਤਾ ਵੀ ਤੈਨੂੰ ਪੈਸੇ ਇੰਨੇ ਰਜਮੇ ਮਿਲਣਗੇ। ਪਰ ਇਹ ਗੱਲ ਰਾਜੇ ਨੂੰ ਭਰਮਾ, ਉਸੇ ਤਰ੍ਹਾਂ ਭਰਮਾਇਆ ਗਿਆ। ਰਾਜਾ ਮੰਨ ਗਿਆ, ਕਿਉਂਕਿ ਰਾਜੇ ਕੰਨਾਂ ਦੇ ਕਹਿੰਦੇ ਕੱਚੇ ਹੁੰਦੇ ਆ। ਪਿਆਰਿਓ ਕੰਨਾਂ ਦੇ ਕੱਚੇ ਰਾਜੇ ਸਾਰੇ ਨਹੀਂ, ਜਿਹੜੇ ਰਾਜੇ ਪਿਆਰਿਓ ਆ ਗੁਰਬਾਣੀ ਦੇ ਵਿੱਚ ਉਹਨਾਂ ਦਾ ਮਕਾਮ ਪਿਆ ਹੋਇਆ। ਪਿਆਰਿਓ ਜਿਨ੍ਹਾਂ ਨੇ ਉਸ ਰੱਬ ਨਾਲ ਵੀ ਮਿਲੇ ਤੇ ਪ੍ਰਜਾ ਨੂੰ ਸੁੱਖ ਦਿੱਤਾ ਹੈ, ਦੁੱਖ ਨਹੀਂ ਦਿੱਤਾ। ਰਾਜੇ ਜਨਕ ਵਰਗੇ ਪਿਆਰਿਓ ਵੇਖੋ ਤੁਸੀਂ ਕਿੱਡੀ, ਤੁਸੀਂ ਉਹਨਾਂ ਦੇ ਜਿਨ੍ਹਾਂ ਨੇ ਸਿਮਰਨ ਸਵਾਸ ਸਿਮਰਨ ਵੀ ਕੀਤਾ ਤੇ ਪ੍ਰਜਾ ਨੂੰ ਵੀ ਨਹੀਂ ਦੁੱਖ ਦਿੱਤਾ। ਇਹੋ ਜਿਹੇ ਰਾਜੇ ਆਏ, ਉਹਨਾਂ ਦੇ ਨਾਮ ਗੁਰੂ ਨੇ ਸਲਾਹੁਣਾ ਕੀਤਾ ਉਹਨਾਂ ਨੂੰ। ਆਓ ਮੈਂ ਗੱਲ ਇੱਧਰ ਨੂੰ ਨਾਲ ਜਾਵਾਂ ਤੇ ਕਿੱਥੇ ਪਹੁੰਚ ਗਿਆ। ਉਹ ਰਾਜੇ ਕੋਲ ਪਹੁੰਚਿਆ, ਉਹਨੂੰ ਕਿਹਾ ਵੀ ਸਾੜ ਸਦੀ ਦਾ ਤੇਰੇ ਤੇ ਬਹੁਤ ਬਲ ਹੈ। ਜੇ ਕੋਈ ਇਹੋ ਜਿਹਾ ਬੰਦਾ ਭਾਵ ਵਲਸ਼ਾਲੇ ਲਿਆ ਕੇ ਗੁਰੂ ਛੇਵੇਂ ਪਾਤਸ਼ਾਹ ਦੇ ਗੱਲ ਲਿਆਉਣੀ ਚਾਹੁੰਦਾ ਸੀ, ਦਾਇਰਾ ਲੰਮਾ ਰੱਖ ਲਿਆ, ਕੋਈ ਇਹੋ ਜਿਹਾ ਬੰਦਾ ਹੋਵੇ ਸਵਾਸ ਸਿਮਰਨ ਕਰਨ ਵਾਲਾ ਹੋਵੇ, ਇੰਨੇ ਫੁੱਟ ਜਵਾਨ ਹੋਵੇ, ਇੰਨਾ ਉਹਦਾ ਇਸ ਤਰ੍ਹਾਂ ਰਹਿਣਾ ਬਹਿਣਾ ਹੋਵੇ, ਭਾਵ ਉਹ ਰਾਜੇ ਦੇ ਐਨ ਮਾਈਂਡ ਦੇ ਵਿੱਚ ਫਿੱਟ ਕਰਨ ਵਾਸਤੇ ਗੱਲ ਵੀ ਹਾਂ ਛੇਵੇਂ ਪਾਤਸ਼ਾਹ ਨੂੰ ਕਰ ਦੇਵੇ। ਤੇ ਪਿਆਰਿਓ ਇਸ ਤਰ੍ਹਾਂ ਭਰਮਾ ਕੇ ਤੇ ਰਾਜੇ ਨੂੰ ਮਨਾ ਲਿਆ। ਰਾਜੇ ਨੂੰ ਮਨਾਇਆ ਤੇ ਗੁਰੂ ਛੇਵੇਂ ਪਾਤਸ਼ਾਹ ਨੂੰ ਇਸ ਤਰ੍ਹਾਂ ਨਹੀਂ ਸੱਦਿਆ ਵੀ ਫਟਾਫਟ ਜੇਲ੍ਹ ਦੇ ਵਿੱਚ। ਪਹਿਲਾਂ ਉਹਨਾਂ ਨੂੰ ਬੁਲਾਇਆ ਨਿਮਰਤਾ ਦੇ ਨਾਲ। ਉਹਨਾਂ ਦੇ ਘਰ ਵਾਲੀ ਨੇ ਗੁਰੂ ਸਾਹਿਬ ਦੀ ਸ਼ਰਨ ਪੈ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇਕਰ ਤੁਸੀਂ ਮੇਰੇ ਪਤੀ ਨੂੰ ਬਚਾ ਦੇਵੋ, ਮੇਰਾ ਪੁੱਤਰ ਗੱਦੀ ਤੇ ਬੈਠੂ, ਤੇ ਜੇ ਕਿਤੇ ਮੇਰੇ ਰਾਜਾ ਇਸ ਤਰ੍ਹਾਂ ਮਰ ਗਿਆ, ਮੈਂ ਸਿਰੋਂ ਨੰਗੀ ਹੋ ਜੂ ਤੇ ਮੇਰੇ ਪੁੱਤਰ ਨੂੰ ਗੱਦੀ ਨਹੀਂ ਕਿਸੇ ਨੇ ਦੇਣੀ।
ਜੇ ਕਿਰਪਾ ਕਰੋ ਸਾਡੇ ਮੇਰੇ ਪਤੀ ਨੂੰ ਬਚਾਉਣ ਵਾਸਤੇ 60 ਸਦੀ ਦੇ ਚੱਕਰ ਤੋਂ ਬਚ ਜਾਵੇ ਤੇ ਗੁਰੂ ਸਾਹਿਬ ਜੀ ਤੁਸੀਂ ਕਿਰਪਾ ਕਰ ਦੇਵੋ ਜਾ ਕੇ ਜੇਲ੍ਹ ਦੇ ਵਿੱਚ ਭਾਵ ਸੱਚੇ ਪਾਤਸ਼ਾਹ ਨਿਮਰਤਾ ਕੋਮਲ ਦਿਲ ਵਾਲੇ, ਕਿਉਂਕਿ ਗੁਰੂ ਦੇ ਸਿੱਖਾਂ ਦਾ ਵੀ ਐਡਾ ਕੋਮਲ ਦਿਲ ਹੈ। ਅੱਜ ਦੇ ਸਿੱਖ ਜਿਹੜੇ ਗੁਰੂ ਦੀ ਬਾਣੀ ਨਾਲ ਜੁੜੇ ਹੋਏ ਆ ਨਾ, ਉਹ ਕਿਸੇ ਦਾ ਦੁੱਖ ਸਹਾਰਨਾ ਬਹੁਤ ਔਖਾ ਮੰਨਦੇ ਆ, ਕਿਸੇ ਦਾ ਦੁੱਖ ਨਹੀਂ ਸਹਾਰਦੇ, ਕਿਸੇ ਅੱਖਾਂ ਦੇ ਸਾਹਮਣੇ ਦੁੱਖ ਨਹੀਂ ਕਿਸੇ ਦਾ ਜਰ ਸਕਦੇ, ਪਰ ਆਪਦੇ ਤੇ ਦੁੱਖ ਜਿਹੜਾ ਸੰਤਾਪ ਆ ਜਾਵੇ ਉਹ ਝਾਲੀ ਲੈਂਦੇ ਆ, ਕਿਉਂਕਿ ਇਹ ਗੁਰੂ ਨੇ ਸਮਰੱਥਾ ਬਖਸ਼ਿਸ਼ ਕੀਤੀ ਗੁਰਸਿੱਖ ਨੂੰ। ਅੱਜ ਦਾ ਸਿੱਖ ਕੀ ਕਹਿੰਦਾ, ਮੈਂ ਸੁਖੀ ਹੋਵਾਂ ਪੰਥ ਵਸੇ ਮੈਂ ਮੂਜਣਾ ਮਨ ਚੌਕ ਹਨੇਰਾ। ਗੁਰੂ ਸਾਹਿਬ ਨੇ ਤਾਂ ਇਹ ਕਹਿਤਾ, ਸਾਰੇ ਦੁਨੀਆ ਦੇ ਲੋਕ ਮੇਰਾ ਪੰਥ ਸੋਹਣਾ ਚੜ੍ਹਦੀ ਕਲਾ ਦੇ ਵਿੱਚ ਰਹੇ, ਮੈਂ ਭਾਵੇਂ ਉੱਜੜ ਜਾਵਾਂ। ਗੁਰੂ ਨੇ ਇਹ ਪ੍ਰਵਾਨ ਕੀਤਾ। ਤੇ ਜਿਹੜਾ ਗੁਰੂ ਦਾ ਸਿੰਘ ਹੋਵੇਗਾ ਤੇ ਜੇ ਉਹੀ ਕਹੂਗਾ ਵੀ ਹੋਰ ਕੋਈ ਉੱਜੜਦਾ ਰਹੇ, ਮੈਂ ਹੀ ਇਕੱਲਾ ਵਸਦਾ ਰਵਾਂ, ਗੁਰੂ ਘਰੇ ਪ੍ਰਵਾਨ ਨਹੀਂ। ਕਲਗੀਧਰ ਪਾਤਸ਼ਾਹ ਨੇ ਕਦੇ ਵਾਸਤੇ ਵੀ ਛਾਤੀ ਨਾਲ ਨਹੀਂ ਲਾਉਣਾ ਉਸ ਸਿੱਖ ਨੂੰ। ਕੀ ਹੋਇਆ? ਇਸੇ ਤਰ੍ਹਾਂ ਮੈਂ ਗੱਲ ਇਤਿਹਾਸ ਜੋੜਨ ਵਾਸਤੇ ਕਰਨਾ, ਗੱਲ ਆਪਾਂ ਉਹ 6ਵੇਂ ਪਾਤਸ਼ਾਹ ਦੀ ਕਰਨੀ ਹੈ। ਹੁਣ ਇਧਰੋਂ ਪਿਆਰਿਓ, ਜਿਹੜਾ ਗੋਦਨਾ ਗੁੰਦਿਆ ਗਿਆ ਤੇ ਗੁਰੂ ਸਾਹਿਬ ਜੇਲ੍ਹ ਦੇ ਵਿੱਚ ਜਾਪ ਕਰਨ ਵਾਸਤੇ, ਕੋਈ ਇਤਿਹਾਸਕਾਰ ਲੰਮਾ ਸਮਾਂ ਦੱਸਦਾ ਹੈ ਕਿ ਜਿਹਨੂੰ ਚਲੀਸਾ ਕਹਿੰਦੇ ਸੀ, ਕਿਉਂਕਿ ਵਹਿਮਾਂ ਭਰਮਾਂ ਵਾਲੇ ਲੋਕਾਂ ਨੇ ਤਾਂ ਇਸ ਤਰ੍ਹਾਂ ਹੀ ਗੁਰੂ ਦੀ ਬਾਣੀ ਨੂੰ ਵੀ ਉਸ ਤਰ੍ਹਾਂ ਵਰਤਣਾ ਹੈ, ਕਿਉਂਕਿ ਕਈ ਨਿਸ਼ਕਾਮ ਪੜ੍ਹਦੇ ਆ, ਉਹ ਗੁਰੂ ਸਾਹਿਬ ਉਹਨਾਂ ਦੀਆਂ ਸਾਰੀਆਂ ਕੰਮ ਪੂਰੀਆਂ ਕਰ ਦਿੰਦੇ ਆ ਇੱਛਾ। ਤੇ ਜਦੋਂ ਗੁਰੂ ਸਾਹਿਬ ਜੀ ਗਏ ਤੇ ਉੱਥੇ ਜੇਲ੍ਹ ਦਾ ਦਰੋਗਾ ਸੀ ਜਿਹੜਾ ਹਰੀਦਾਸ, ਉਹਨੂੰ ਖਰੀਦਣ ਵਾਸਤੇ ਫਿਰ ਇਹਨੇ ਜਿਵੇਂ ਗੋਂਦਲਾ ਪਹਿਲਾਂ ਤਾਂ ਨਜੂਮੀਆਂ ਨੂੰ ਖਰੀਦ ਲਿਆ ਤੇ ਦਿਲ ਖੁਸ਼ੀਆਂ ਵਿੱਚ ਆ ਗਿਆ ਵੀ ਹੁਣ ਗੱਲ ਬਣੂਗੀ। ਹੁਣ ਅੱਗੇ ਮੈਂ ਇਹਨੂੰ ਨਜੂਮੀਆਂ ਨੂੰ ਖਰੀਦ ਲਿਆ ਤੇ ਰਾਜਾ ਬਣ ਗਿਆ ਤੇ ਹੁਣ ਮੈਂ ਦਰੋਗੇ ਨੂੰ ਮਨਾ ਲਵਾਂਗਾ। ਪਰ ਪਿਆਰਿਓ, ਵਾਲ ਵਿੰਗਾ ਨਹੀਂ ਹੋਣ ਦਿੰਦਾ ਗੁਰੂ। ਸੱਚੇ ਕਾ ਸੱਚਾ ਢੋਆ ਵਿੱਚ ਕਰਤਾ ਆਪ ਖਲੋਆ, ਵਾਲ ਨਾ ਵਿੰਗਾ, ਵਾਲ ਨਹੀਂ ਵਿੰਗਾ ਹੋਣ ਦਿੰਦਾ ਗੁਰੂ ਆਪਦੇ ਸਿੱਖ ਦਾ। ਗੁਰੂ ਸਮਰੱਥ ਸੱਚੇ ਪਾਤਸ਼ਾਹ 6ਵੇਂ ਸਤਿਗੁਰੂ ਜੇਲ੍ਹ ਵਿੱਚ ਗਏ ਤੇ ਉੱਥੇ ਚੇਠੇ ਪੈੜੇ ਵਰਗੇ ਸਿੱਖ ਨਾਲ ਲੈ ਕੇ ਗਏ। ਸੱਚੇ ਪਾਤਸ਼ਾਹ ਖੁਸ਼ੀਆਂ ਦੇ ਵਿੱਚ ਹੈ, ਕਿਉਂਕਿ ਜਾਣੀ ਜਾਣ ਸਤਿਗੁਰੂ ਵੀ ਆਉਣ ਵਾਲੇ ਹਵਾਲੇ ਦਾ ਪਤਾ ਗੁਰੂ ਸਾਹਿਬ ਨੂੰ ਵੀ ਇਸ ਤਰ੍ਹਾਂ ਹੋਣਾ। ਜਾਣੀ ਜਾਣ ਪਾਤਸ਼ਾਹ ਉਹਨੂੰ ਹੀ ਕਿਹਾ ਜਾਂਦਾ ਨਾ। ਸਾਡੇ ਹਿਰਦੇ ਦੀਆਂ ਜਾਣਨ ਵਾਲੇ, ਸਾਡੇ ਜਿੰਨੇ ਵਿੱਚ ਕੂੜ ਪਏ ਆ, ਅਪਰਾਧ ਪਏ ਆ, ਇਹ ਜਾਣੀ ਜਾਣ ਸਤਿਗੁਰੂ ਪਾਤਸ਼ਾਹ ਨੂੰ ਪਤਾ ਹੈ। ਸੋ ਆਓ ਪਿਆਰੋ, ਸੱਚੇ ਪਾਤਸ਼ਾਹ ਪਹੁੰਚ ਗਏ। ਹੁਣ ਜੇਲ੍ਹ ਵਿੱਚ ਜਾ ਕੇ ਜਾਪ ਸ਼ੁਰੂ ਕੀਤਾ। ਥੰਮਾਂ ਦੇ ਨਾਲ ਵਿਚਾਰੇ ਬੱਧੇ ਹੋਏ ਰਾਜੇ ਵਿਚਾਰੇ ਨਹੀਂ ਕਹਿ ਸਕਦੇ, ਕਿਉਂਕਿ ਪਿਆਰੇ ਥੋੜਾ ਜਿਹਾ ਸਮਾਂ, ਜਿਵੇਂ ਕਹਿੰਦੇ ਹੁੰਦੇ ਨਾ, ਘਾਹ ਜਿਹੜਾ ਉਹ ਘਾਹ ਦੇ ਉੱਤੋਂ ਦੀ ਪਾਣੀ ਲੰਘਦਾ, ਘਾਹ ਟੇਢਾ ਹੋ ਜਾਂਦਾ ਹੈ। ਜਦੋਂ ਪਾਣੀ ਲੰਘ ਜਾਂਦਾ ਹੈ ਤੇ ਫਿਰ ਘਾਹ ਉਵੇਂ ਦਾ ਉਵੇਂ ਖੜਾ ਹੋ ਜਾਂਦਾ ਹੈ। ਇਹੋ ਜਿਹੇ ਉਹਨਾਂ ਦੇ ਦਿਲ, ਕਠੋਰ ਦਿਲ ਵਾਲੇ ਜਿਹੜੇ ਰਾਜੇ ਸੀ ਨਾ 22 ਧਾਰ ਦੇ, ਉਹਨਾਂ ਨੂੰ ਕੈਦ ਕੀਤਾ ਸੀ ਜਹਾਂਗੀਰ ਬਾਦਸ਼ਾਹ ਨੇ। ਉਹਨਾਂ ਦੀਆਂ ਰਿਆਸਤਾਂ ਛੋਟੀਆਂ ਖੋ ਕੇ ਆਪਣੇ ਰਾਜ ਵਿੱਚ ਜੁਆਇਨ ਕੀਤੀਆਂ ਵੀ ਮੈਂ ਸਾਰਿਆਂ ਤੇ ਰਾਜ ਕਰਾਂ। ਉਹ ਵਿਚਾਰੇ ਫੜ ਕੇ ਥੰਮਾਂ ਦੇ ਨਾਲ ਬੰਨੇ ਵੇ, ਕਿਉਂਕਿ ਜਦੋਂ ਵਿਚਾਰੇ ਤਾਂ ਕਹਿੰਦੇ ਆ ਵੀ ਉਹਨਾਂ ਤੇ ਵੀ ਅਤਿਆਚਾਰ ਹੋਇਆ। ਉਦੋਂ ਬਾਅਦ ਦੇ ਵਿੱਚ ਅਤਿਆਚਾਰ ਦੇ ਨਾਲ ਜ਼ੁਲਮ ਤੇ ਟੱਕਰ ਲਾਉਣ ਵਾਸਤੇ 6ਵੇਂ ਸਤਿਗੁਰੂ ਮਹਾਰਾਜ ਵੇਖੋ, ਜਿਨ੍ਹਾਂ ਨੇ ਉਹਨਾਂ ਰਾਜਿਆਂ ਨੂੰ ਉਹਨਾਂ ਜਿੱਦਾਂ ਜਾ ਕੇ ਜਾਪ ਸ਼ੁਰੂ ਕਰਤਾ ਨਾ 6ਵੇਂ ਸਤਿਗੁਰੂ ਮਹਾਰਾਜ ਨੇ, ਤੇ ਫਿਰ ਪਿਆਰਿਓ, ਉਸ ਦਿਨ ਤੋਂ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹੰਦਾ ਰਾਮ ਰਾਜੇ। ਉਹ ਥਾਂ ਹੀ ਭਾਗਾਂ ਵਾਲਾ ਬਣ ਜਾਂਦਾ ਹੈ। ਭਾਗਾਂ ਭਰੀ ਧਰਤੀ ਹੋ ਗਈ। ਕਿੱਥੇ ਤਾਂ ਉਹਨਾਂ ਨਾਲ ਕਸ਼ਟ ਹੁੰਦਾ ਸੀ ਰੋਜ਼, ਨਿਦਾ ਪ੍ਰਤੀ ਕਿਤੇ ਖਾਣ ਵਾਸਤੇ ਕਿਤੇ ਅੱਧੀ ਰੋਟੀ ਕਿਤੇ ਬੁਰਕੀ ਦਿੱਤੀ ਜਾਂਦੀ ਸੀ। ਕਮਜ਼ੋਰ ਸਰੀਰਾਂ ਵਾਲੇ ਹੋ ਗਏ, ਦਿਲ ਤਾਂ ਕਮਜ਼ੋਰ ਹੋਏ ਸੀ ਜਦੋਂ ਰਾਜ ਖੋਇਆ ਗਿਆ, ਤੇ ਸਰੀਰ ਕਮਜ਼ੋਰ ਹੋ ਗਏ ਚਿੰਤਾ ਨਾਲ। ਜਿਨ੍ਹਾਂ ਦੇ ਨੌਜਵਾਨ ਲੜਕੀਆਂ ਵਿਆਹਣ ਵਾਲੀਆਂ, ਘਰਾਂ ਵਿੱਚ ਰਾਜਾਂ ਦੇ ਨੌਜਵਾਨ ਪੁੱਤਰ ਵਿਆਹਣ ਵਾਲੇ, ਉਹਨਾਂ ਦੇ ਸੁਪਨੇ ਹਿਰਦੇ ਵਿੱਚ ਸਮੋਏ ਗਏ। ਦਿਨੋਂ ਬਦਿਨ ਵਿਚਾਰੇ ਕਮਜ਼ੋਰ ਤੀਲੇ ਵਾਂਗ ਹੁੰਦੇ ਜਾਂਦੇ ਸਨ, ਬੱਧੇ ਵੇ ਥੰਮਾਂ ਨਾਲ ਨੂੜੇ ਸਨ। ਤੇ ਪਰ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਜਾ ਕੇ ਜਾਪ ਸ਼ੁਰੂ ਆਰੰਭ ਕੀਤਾ ਹੈ, ਹਰੀਦਾਸ ਦਰੋਗਾ ਇੰਨਾ ਹੀ ਪ੍ਰਭਾਵਿਤ ਹੋ ਗਿਆ ਸਤਸੰਗ ਸੁਣ ਕੇ ਗੁਰੂ ਸਾਹਿਬ ਦਾ। ਕਿਉਂਕਿ ਪਹਿਲਾਂ ਮੈਂ ਇਹ ਗੱਲ ਕਹਿ ਕੇ ਹਟਿਆ ਵੀ 6ਵੇਂ ਸਤਿਗੁਰੂ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਵਿਖੇ ਆਪਦੇ ਸਿੱਖਾਂ ਨੂੰ, ਭਾਈ ਕਲਿਆਣੇ ਵਰਗਿਆਂ ਨੂੰ ਨਗਰਾਂ ਵਿੱਚ ਭੇਜਿਆ ਵੀ ਜਾ ਕੇ ਪ੍ਰਚਾਰ ਸਿੱਖੀ ਦਾ ਕਰੋ। ਤੇ ਲੋਕ ਨੱਖਾਂ ਹੀ ਮੁਸਲਮਾਨ ਤੇ ਪਿਆਰਿਓ ਸੁਣ ਕੇ ਪ੍ਰਚਾਰ ਗੁਰੂ ਸਾਹਿਬ ਦਾ, ਉਹ ਸੱਚੇ ਗੁਰੂ ਨੂੰ ਪੁੱਛ ਕੇ ਤੇ ਸ੍ਰੀ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ। ਉਹ ਵੀ ਆ ਕੇ ਸਿੱਖ ਬਣੇ। ਉਹੋ ਜਿਹੇ ਸਿੱਖ ਵੀ ਬਹੁਤ ਸੀ। ਤੇ ਪਿਆਰਿਓ, ਜਦੋਂ ਜਾ ਕੇ ਗੁਰੂ ਸਾਹਿਬ ਨੇ ਜਾਪ ਕੀਤਾ ਨਾ,
ਫਿਰ ਉੱਥੇ ਜਿਹੜੇ ਮੁਸਲਮਾਨ ਰਾਜੇ ਹਿੰਦੂ ਰਾਜੇ ਕੈਦ ਕੀਤੇ ਸਨ ਤੇ ਬਾਣੀ ਦਾ ਪ੍ਰਭਾਵ ਵੀ ਐਸਾ ਪੈ ਗਿਆ ਹਿਰਦੇ ਦੇ ਉੱਤੇ ਪਿਆਰੋ ਹਰੀਦਾਸ ਦਰੋਗੇ ਦੇ ਵੀ ਤੇ ਸੱਚੇ ਪਾਤਸ਼ਾਹ ਦੇ ਨਤਮਸਤਕ ਹੋ ਕੇ ਕਹਿੰਦਾ ਮਹਾਰਾਜ ਤੁਹਾਡਾ ਹੁਕਮ ਮੰਨਾਂਗਾ, ਜੋ ਕਹੋਗੇ ਉਸੇ ਤਰ੍ਹਾਂ ਹੋਊ, ਪਰ ਮੈਂ ਤੁਹਾਡਾ ਬਚਨ ਭੰਗ ਨਹੀਂ ਕਰ ਸਕਦਾ। ਮੈਨੂੰ ਜਹਾਂਗੀਰ ਬਾਦਸ਼ਾਹ ਜਿਹੜੀ ਗੱਲ ਕਹੂਗਾ ਨਾ ਮੈਂ ਉਹਦਾ ਹੁਕਮ ਕਦੇ ਨਹੀਂ ਮੰਨਾਂਗਾ, ਤੁਹਾਡਾ ਹੁਕਮ ਮੰਨਾਂਗਾ। ਮੈਨੂੰ ਭਾਵੇਂ ਨੌਕਰੀ ਤੋਂ ਲਾਵੇ ਤੇ ਚਾਹੇ ਮੈਨੂੰ ਮਾਰ ਹੀ ਦੇਵੇ, ਮੈਨੂੰ ਇੰਨਾ ਪ੍ਰਵਾਨ ਹੈ, ਮੈਂ ਤੁਹਾਡਾ ਸਿੱਖ ਅੰਦਰੋਂ ਬਣ ਗਿਆ। ਸੱਚੇ ਪਾਤਸ਼ਾਹ ਤੇ ਇੰਨਾ ਪ੍ਰਭਾਵਿਤ ਹੋਇਆ ਹਰੀਦਾਸ ਦਰੋਗਾ। ਉਹਨੂੰ ਫਿਰ ਕੀ ਕਹਿੰਦੇ, ਮਿੱਤਰਾ ਜੇ ਤੂੰ ਪ੍ਰਭਾਵਿਤ ਹੈ ਇੰਨਾ ਤੇਰਾ ਨਿਰਭਉ ਹੋ ਗਿਆ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਨਿਰਭਉ ਨਿਰਵੈਰ। ਜਿਹੜਾ ਸਿੱਖ ਬਾਣੀ ਨਾਲ ਜੁੜ ਗਿਆ ਉਹ ਨਿਰਭਉ ਹੋ ਜਾਂਦਾ ਤੇ ਵੈਰ ਨਹੀਂ ਕਿਸੇ ਨਾਲ ਕਮਾਉਂਦਾ। ਫਿਰ ਇੰਨਾ ਰੂਹਾਂ ਦੇ ਵਿੱਚ ਸਾਰਾ ਭੈਣਾਂ ਵਿੱਚ ਵੀਰਾਂ ਵਿੱਚ ਬਜ਼ੁਰਗਾਂ ਵਿੱਚ ਹਰ ਬਿਨਾਵਰ ਨਾ ਦੇਖਾਂ ਕੋਈ ਨਦਰੀ ਹਰ ਨਿਹਾਲਿਆ। ਇਹ ਗੁਰੂ ਦੀ ਜੋਤ ਨੂੰ ਵੇਖਦਾ ਹੈ। ਮੁਸਲਮਾਨਾਂ ਬੀਬੀਆਂ ਦੇ ਵਿੱਚ ਵੀ ਆਪਣੀਆਂ ਭੈਣਾਂ ਤੇ ਧੀਆਂ ਮਾਮਾ ਸਮਝਦਾ ਹੈ, ਕਿਉਂਕਿ ਬਾਣੀ ਦਾ ਫਰਮਾਨ ਹੈ ਸਿੱਖ ਤੇ ਜਿਹੜਾ ਕਾਨੂੰਨ ਲਾਗੂ ਹੈ, ਸਿੱਖ ਸਾਰਿਆਂ ਦਾ ਹੀ ਪਿਆਰਾ ਹੈ। ਜਿਹੜਾ ਸਿੱਖ ਹੈ ਨਕਲੀ ਸਿੱਖ ਨੂੰ ਥਾਂ ਨਹੀਂ ਮਿਲਣਾ। ਆਓ ਫਿਰ ਇਧਰ ਹਰੀਦਾਸ ਦਰੋਗਾ ਕਹਿੰਦਾ ਮਹਾਰਾਜ ਮੈਂ ਤੁਹਾਡਾ ਰੀ ਹੈ, ਮੈਨੂੰ ਹੁਕਮ ਜੋ ਕਰੋਗੇ ਉਹ ਹੋਊ। ਕਹਿੰਦੇ ਭਾਈ ਹੁਕਮ ਹੋ ਗਿਆ, ਸੱਚੇ ਪਾਤਸ਼ਾਹ ਕਰੋ। ਆ ਜਿਹੜੇ ਰਾਜੇ ਆ ਨਾ ਬੰਨੇ ਹੋਏ ਥੰਮਾਂ ਦੇ ਨਾਲ ਸਾਰਿਆਂ ਨੂੰ ਖੋਲ ਦੇ। ਇਹਨਾਂ ਦੇ ਪੈਰਾਂ ਨੂੰ ਲੱਗੀਆਂ ਹੋਈਆਂ ਬੀੜੀਆਂ, ਹੱਥੀਂ ਹੱਥ ਕੜੀਆਂ ਖੋਲ ਦੇ, ਯਾਦ ਕਰਦੇ। ਕਹਿਣ ਦੀ ਢੇਰ ਸੀ ਹਰੀਦਾਸ ਦਰੋਗੇ ਨੇ ਬਚਨ ਮੰਨਿਆ ਗੁਰੂ ਸਾਹਿਬ ਦਾ, ਖੋਲ ਦਿੱਤੇ, ਆਜ਼ਾਦ ਕਰ ਦਿੱਤੇ। ਭਾਵ ਉਸ ਜੇਲ੍ਹ ਦੇ ਵਿੱਚ ਪਿਆਰੋ ਕਈਆਂ ਵੀਰਾਂ ਨੇ ਹੁਣ ਜਾ ਕੇ ਕਈਆਂ ਨੇ ਦਰਸ਼ਨ ਜ਼ਰੂਰ ਕੀਤੇ ਹੋਣੇ ਆ, ਜਾ ਕੇ ਜਿੱਥੇ ਛੇਵੇਂ ਸਤਿਗੁਰੂ ਮਹਾਰਾਜ ਜਹਾਂਗੀਰ ਦੇ ਭੇਜੇ ਹੋਏ ਜਾਪ ਕਰਨ ਵਾਸਤੇ ਗਵਾਲੀਅਰ ਦਾ ਕਿਲਾ ਜੀ, ਉੱਥੇ ਜਾ ਕੇ ਜਿਨ੍ਹਾਂ ਨੇ ਦਰਸ਼ਨ ਕੀਤੇ ਜਾਂ ਉਸ ਤਖਤ ਤੇ ਜਾ ਕੇ ਜਿੱਥੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਬਿਰਾਜਮਾਨ ਹੁੰਦੇ, ਦਾਸਾਂ ਨੇ ਦਰਸ਼ਨ ਕੀਤੇ। ਸਾਡੇ ਅੱਖਾਂ ਦੇ ਸਾਹਮਣੇ ਸੀਨ ਉਹ ਆਈ ਜਾ ਰਿਹਾ ਛੇਵੇਂ ਸਤਿਗੁਰੂ ਮਹਾਰਾਜ ਦਾ, ਅਤੇ ਬੱਧੇ ਹੋਏ ਜਿਹੜੇ ਰਾਜੇ ਉਹ ਛਡਵਾਏ, ਉਹਨਾਂ ਥੰਮਾਂ ਦੀ ਯਾਦ ਆਉਂਦੀ ਹੈ। ਪਰ ਪਿਆਰੋ ਜਿਹੜੇ ਅਜੇ ਨਹੀਂ ਗਏ ਵਿਰਤੀ ਲੈ ਚੱਲੋ। ਹੁਣ ਉੱਥੋਂ ਸੱਚੇ ਪਾਤਸ਼ਾਹ ਨੇ ਰਾਜਿਆਂ ਨੂੰ ਖੁਲਵਾ ਦਿੱਤਾ। 52 ਰਾਜੇ ਸਨ, ਉਹਨਾਂ ਰਾਜਿਆਂ ਨੂੰ ਖੁਲਵਾ ਦਿੱਤਾ ਤੇ ਫਿਰ ਆਜ਼ਾਦ ਉਹਨਾਂ ਨੂੰ ਵੀ ਕਰਤਾ ਵੀ ਇੱਥੇ ਆਉਣ ਦਿਆ ਕਰੋ ਇਹਨਾਂ ਨੂੰ। ਨਿਦਾ ਪ੍ਰਤੀ ਭਾਵ ਜਿਹੜਾ ਜਹਾਂਗੀਰ ਬਾਦਸ਼ਾਹ ਪੈਸੇ ਭੇਜਦਾ ਸੀ ਨਾ ਛੇਵੇਂ ਸਤਿਗੁਰੂ ਮਹਾਰਾਜ ਨੂੰ, ਕਾਹਦੇ ਵਾਸਤੇ ਵੀ ਇਹ ਗੁਰੂ ਸਾਹਿਬ ਦਾ ਬਹੁਤ ਵਧੀਆ ਭੋਜਨ ਤਿਆਰ ਕਰਕੇ ਨਾ ਤੇ ਗੁਰੂ ਸਾਹਿਬ ਨੂੰ ਛਕਾਉਣਾ, ਗੁਰੂ ਦੇ ਸਿੱਖਾਂ ਨੂੰ ਛਕਾਉਣਾ। ਪਰ ਮੇਰੇ ਸਤਿਗੁਰੂ ਧੰਨ ਗੁਰੂ ਛੇਵੇਂ ਸਤਿਗੁਰੂ ਮਹਾਰਾਜ ਨੇ ਉਹ ਭੋਜਨ ਨਹੀਂ ਛਕਿਆ। ਆਪਣੇ ਜੇਠੇ ਤੇ ਪੈੜੇ ਨੂੰ ਬਾਹਰੋਂ ਜੰਗਲਾਂ ਦੇ ਵਿੱਚੋਂ ਲੱਕੜਾਂ ਵੱਢ ਕੇ ਤੇ ਸ਼ਹਿਰ ਦੇ ਵਿੱਚ ਵੇਚ ਕੇ ਤੇ ਉਹਦਾ ਜਿੰਨਾ ਕੁ ਭੋਜਨ ਆਉਂਦਾ ਸੀ ਉਹਦੇ ਤੇ ਸਬਰ ਕਰਦੇ ਸਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਕਹਿ ਕੇ ਛਕਣ ਵਾਲੇ ਅਰਦਾਸ ਕਰਕੇ ਗੁਰੂ ਸਾਹਿਬ ਅਕਾਲ ਪੁਰਖ ਅੱਗੇ ਤੇ ਪਿਆਰੋ ਉਹ ਪ੍ਰਵਾਨ ਹੁੰਦੀ ਸੀ ਸਿੱਖਾਂ ਦੀ ਕਮਾਈ। ਕਹਿੰਦੇ ਇਹ ਰਾਜੇ ਦੀ ਕਮਾਈ ਦਾ ਪੈਸਾ ਨਹੀਂ ਲੱਗਾ ਖਾਣਾ ਭੋਜਨ, ਇਹ ਭੋਜਨ ਸਾਰਾ ਇਹਨਾਂ ਨੂੰ ਛਕਾ ਦਿਓ ਬਣਾ ਕੇ। ਪਿਆਰੋ ਨਿਦਾ ਪ੍ਰਤੀ ਇਸੇ ਤਰ੍ਹਾਂ ਚੱਲਦਾ ਹੀ ਰਿਹਾ। ਹੁਣ ਪਿਆਰਿਓ ਉਹ ਦਿਨੋਂ ਬਦਨ ਜਿਵੇਂ ਦਿਨ ਪੈਂਦੇ ਜਾਂਦੇ ਆ ਤੇ ਰਾਜੇ ਵਿਚਾਰਿਆਂ ਨੂੰ ਰੱਜਵਾਂ ਭੋਜਨ ਮਿਲਦਾ। ਇੱਕ ਪਾਸਿਓਂ ਸਰੀਰਕ ਤੌਰ ਤੇ ਤਾਂ ਠੀਕ ਹੋ ਗਏ, ਬਲਵਾਨ ਹੁੰਦੇ ਜਾ ਰਹੇ ਆ। ਆਤਮਿਕ ਤੌਰ ਤੇ ਮੇਰੇ ਸਤਿਗੁਰੂ ਧੰਨ ਗੁਰੂ ਛੇਵੇਂ ਪਾਤਸ਼ਾਹ ਨੇ, ਮਾਸਟਰ ਜੀ ਉਹਨਾਂ ਦਾ ਨਾਮ ਪੁੱਛਣਾ, ਛੇਵੇਂ ਪਾਤਸ਼ਾਹ ਮਹਾਰਾਜ ਨੇ ਧੀਰਜ ਧਰਾਤਾ। ਮਿੱਤਰੋ ਤੁਹਾਨੂੰ ਜਿੰਨਾ ਚਿਰ ਮੈਂ ਜੇਲ੍ਹ ਵਿੱਚੋਂ ਰਿਹਾ ਨਹੀਂ ਕਰਵਾਉਂਦਾ ਉਹਨਾਂ ਚਿਰ ਮੈਂ ਵੀ ਨਹੀਂ ਜਾਂਦਾ। ਹੁਣ ਪਿਆਰੋ ਇਹ ਧਰਵਾਸਾ ਵੀ ਹੋ ਗਿਆ ਵੀ ਹੁਣ ਜਾ ਕੇ ਬੱਚੇ ਬੱਚੀਆਂ ਵਿਆਹਾਂਗੇ, ਜੇਲ੍ਹ ਚੋਂ ਆਜ਼ਾਦ ਹੋ ਜਾਵਾਂਗੇ। ਛੇਵੇਂ ਪਾਤਸ਼ਾਹ ਨੂੰ ਨਤਮਸਤਕ ਨਿਦਾ ਪ੍ਰਤੀ ਬਾਣੀ ਸੁਣਦੇ ਆ ਤੇ ਆਜ਼ਾਦ ਹੋ ਗਏ ਵਿੱਚੇ ਵਿੱਚ। ਹਰੀਦਾਸ ਦਰੋਗਾ ਵੀ ਤੇ ਰਾਜੇ ਵੀ ਸਾਰੇ ਸ਼ਰਨ ਪੈਂਦੇ ਗੁਰੂ ਸਾਹਿਬ ਦੀ ਬਾਣੀ ਸੁਣਦੇ ਆ ਤੇ ਪਿਆਰੇ ਉਹਨਾਂ ਦੇ ਸਰੀਰ ਹੀ ਬਲਵਾਨ ਹੋ ਗਏ। ਉਦੋਂ ਬਾਅਦ ਦੇ ਵਿੱਚ ਫਿਰ ਉਦੋਂ ਬਾਅਦ ਵਿੱਚ ਕੀ ਹੋਇਆ ਗੱਲ ਸ਼ਾਰਟ ਲੈ ਕੇ ਆਈਏ ਵੀ ਇੱਕ ਦਿਨ ਐਸਾ ਆਇਆ ਸੱਚੇ ਪਾਤਸ਼ਾਹ ਨੂੰ ਚਿੱਠੀ ਆ ਗਈ, ਸੱਚੇ ਪਾਤਸ਼ਾਹ ਤੁਸੀਂ ਜਾ ਸਕਦੇ ਆ। ਤੇ ਚਿੱਠੀ ਸੁਣਨ ਵਾਲੇ ਰਾਜੇ ਆ ਉਹ ਨਿਰਾਸ਼ ਹੋ ਗਏ। ਮਹਾਰਾਜ ਕਹਿੰਦੇ ਨਿਰਾਸ਼ ਨਾ ਪੁੱਤਰੋ ਹੋਵੋ, ਤੁਹਾਨੂੰ ਜਿੰਨਾ ਚਿਰ ਲਿਜਾਂਦਾ ਨਹੀਂ ਮੈਂ ਬਾਹਰ ਆਪਣੇ ਨਾਲ ਉਹਨਾਂ ਚਿਰ ਜਾਵਾਂਗਾ ਨਹੀਂ। ਤੇ ਮਹਾਰਾਜ ਨੇ ਚਿੱਠੀ ਵਾਪਸ ਕਰ ਦਿੱਤੀ। ਭਾਈ ਇਹ ਚਿੱਠੀ ਵਿੱਚ ਲਿਖਿਆ ਗਿਆ ਵੀ ਜਿੰਨਾ ਚਿਰ ਇਹ ਰਾਜਾ ਨੂੰ ਨਹੀਂ ਛੱਡਦੇ ਅਸੀਂ ਜੇਲ੍ਹ ਦੇ ਵਿੱਚੋਂ ਜਾਣਾ ਨਹੀਂ ਚਾਹੁੰਦੇ ਰਾਜਨ। ਹੁਣ ਇਧਰੋਂ ਭੇਜਿਆ ਹੋਇਆ ਹਲਕਾਰਾ ਉਹ ਚਿੱਠੀ ਲੈ ਕੇ ਵਾਪਸ ਗਿਆ ਜਹਾਂਗੀਰ ਬਾਦਸ਼ਾਹ ਕੋਲੇ ਤੇ ਸੱਚੇ ਪਾਤਸ਼ਾਹ ਦੀ ਇਹ ਬਚਨ ਸੁਣ ਕੇ ਕਹਿੰਦਾ ਮਹਾਰਾਜ ਸੱਤ ਹੈ, ਤੁਹਾਡੀ ਗੱਲ ਮੰਨਾਂਗਾ, ਪਰ ਕਿਰਪਾ ਕਰੋ ਜੇ ਤੁਸੀਂ ਸਾਰੀ ਜੇਲ੍ਹ ਖਾਲੀ ਸਾਰਿਆਂ ਨੂੰ ਨਹੀਂ
ਪਰ ਆਓ ਗੁਰੂ ਸਾਹਿਬ ਦਾ ਰਚਨ ਹੀ ਐਸਾ ਰਚਿਆ ਗਿਆ ਵੀ ਜਿੰਨੇ ਕੁ ਚੋਲੇ ਨੂੰ ਹੱਥ ਪਾਉਂਦੇ ਹੋਏ ਓਨੇ ਕੁ ਕੱਢ ਲਓ। ਉਹ ਹਾਂ ਹੋ ਗਈ ਸੱਚੇ ਪਾਤਸ਼ਾਹ ਨੇ ਜਾਣੀ ਜਾਣ ਪਾਤਸ਼ਾਹ ਨੇ ਜਿੰਨੇ ਵੀ ਰਾਜੇ ਸਨ ਓਨੀਆਂ ਕਲੀਆਂ ਬਣਵਾਈਆਂ ਚੋੜੇ ਦੀਆਂ ਲੜਫਾਂ ਜਿਹਨੂੰ ਕਹਿ ਲਈਏ ਜੋੜ। ਹੁਣ ਪਿਆਰਿਓ ਉਹਨਾਂ ਰਾਜਾ ਨੂੰ ਕਹਿੰਦੇ ਠੀਕ ਆ ਭਾਈ ਹੁਣ ਦਿਨ ਐਸਾ ਆਇਆ ਗੁਰੂ ਸਾਹਿਬ ਨੇ ਜਿਹੜੀ ਅਸੀਂ ਦੀਵਾਲੀ ਦਾ ਤਿਉਹਾਰ ਮਨਾਉਂਦੇ ਨੂੰ ਆ ਰਿਹਾ ਅੱਗੇ ਪਿਆਰਿਓ ਇਸ ਦਿਨ ਤੇ ਇਹ ਹਿੰਦੂ ਤੇ ਸਿੱਖ ਭਾਵ ਕੋਈ ਵੀ ਇਹ ਧਰਮ ਦੇ ਬੰਦੇ ਆ ਨਾ ਜਿਹੜੇ ਉਹ ਰੱਜ ਕੇ ਮਨਾਉਂਦੇ ਇਹ ਦਿਨ ਨੂੰ। ਹੁਣ ਆਓ ਛੇਵੇਂ ਪਾਤਸ਼ਾਹ ਨੇ ਉਹਨਾਂ ਰਾਜਿਆਂ ਨੂੰ ਰਿਹਾ ਕਰਾਉਣ ਵਾਸਤੇ ਆਪ ਜਦੋਂ ਬਾਹਰ ਆਉਣ ਲੱਗੇ ਸਾਰੇ ਰਾਜਿਆਂ ਨੂੰ ਇੱਕ ਇੱਕ ਤਣੀ ਫੜਾ ਕੇ ਰਾਜੇ ਦੀ ਵੀ ਗੱਲ ਨਾਲ ਹੋ ਗਈ ਤੇ ਨਾਲ ਭਾਈ ਉਹਨਾਂ ਰਾਜਿਆਂ ਦੀ ਵੀ ਬੰਦ ਖਲਾਸੀ ਹੋ ਗਈ ਉਹ ਵੀ ਬਾਹਰ ਕੱਢ ਲਏ। ਹੁਣ ਪਿਆਰਿਓ ਉਸ ਖੁਸ਼ੀ ਦੇ ਵਿੱਚ ਆਪਾਂ ਦੀਵੇ ਘਿਓ ਦੇ ਜਗਾਉਣੇ ਆ ਤੇ ਇਸੇ ਹੀ ਦਿਨ ਆ ਮੈਂ ਗੱਲ ਕਰਾਂ ਵੀ ਗੁਰੂ ਸਾਹਿਬ ਜੀ ਆਪਾਂ ਗੱਲ ਇਤਿਹਾਸ ਇੱਥੇ ਲੈ ਕੇ ਆਉਣਾ ਸੱਚੇ ਪਾਤਸ਼ਾਹ ਬਿਰਾਜਮਾਨ ਹੈ। ਹੁਣ ਇਹ ਤੇ ਇਸ ਧਰਤੀ ਤੇ ਸ੍ਰੀ ਅੰਮ੍ਰਿਤਸਰ ਵਿਖੇ ਬਿਰਾਜਮਾਨ ਹੋਏ ਤੇ ਭਾਵ ਉਹ ਚੰਦੂ ਨੂੰ ਉਦੋਂ ਪਹਿਲਾਂ ਜਿਹੜੀਆਂ ਸਜ਼ਾਵਾਂ ਮਿਲੀਆਂ ਉਹ ਸਜ਼ਾਵਾਂ ਕਿਵੇਂ ਮਿਲੀਆਂ ਜਿਵੇਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਤੋਂ ਤਖਤ ਤੇ ਪਹੁੰਚੇ ਕਿੱਥੇ ਉਹ ਰਾਜੇ ਦੇ ਕੋਲ ਜਹਾਂਗੀਰ ਬਾਦਸ਼ਾਹ ਕੋਲੇ ਬੁਲਾਏ ਗਏ ਬਰਾਬਰ ਚੌਂਕੀ ਡਾਈ ਗਈ ਗੁਰੂ ਸਾਹਿਬ ਦੀ ਤੇ ਸ਼ਾਨ ਵੱਖਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਜੋ ਕਲਗੀ ਲੱਗੀ ਹੋਈ ਹੈ ਜਿਵੇਂ ਰਾਜਾ ਜਹਾਂਗੀਰ ਬਾਦਸ਼ਾਹ ਬੈਠਾ ਤੇ ਬਰਾਬਰ ਛੇਵੇਂ ਪਾਤਸ਼ਾਹ ਬੈਠੇ ਆ ਆ ਲੋਕ ਵੇਖਣ ਵਾਲੇ ਜਹਾਂਗੀਰ ਬਾਦਸ਼ਾਹ ਵੱਲ ਨਹੀਂ ਦੇਖਦੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਵੱਲ ਰੱਜ ਰੱਜ ਕੇ ਤੱਕਦੇ ਆ ਕੀ ਜਹਾਂਗੀਰ ਬਾਦਸ਼ਾਹ ਦੀ ਕੀ ਹੈ ਸ਼ਾਨ ਇਹ ਛੇਵੇਂ ਪਾਤਸ਼ਾਹ ਦੀ ਨਿਰਾਲੀ ਸ਼ਾਨ ਹੈ ਕਿੱਡਾ ਸੋਹਣਾ ਦਸਤਾਰਾ ਸਜਦਾ ਹੈ ਤੇ ਕਲਗੀ ਸਜਦੀ ਹੈ ਇਹ ਤਾਂ ਅੱਧ ਵਿੱਚ ਕੀ ਇਹਦੇ ਜ਼ਮੀਨ ਤੇ ਸਮਾਨ ਦਾ ਫਰਕ ਹੈ ਇਹਦੇ ਤਖਤ ਤੇ ਬੈਠੇ ਸੁਭਾਏਮਨ ਛੇਵੇਂ ਪਾਤਸ਼ਾਹ ਲੱਗਦੇ ਆ ਹੁਣ ਪਿਆਰੇ ਦਰਸ਼ਨ ਕਰਦੇ ਸਾਰੇ ਨਿਹਾਲ ਹੁੰਦੇ ਆ ਤੇ ਫਿਰ ਇਹ ਇੱਛਾ ਪੁੱਛੀ ਗਈ ਮਹਾਰਾਜ ਸਾਡੇ ਲਈ ਸੇਵਾ ਦੱਸੋ ਤੇ ਸੇਵਾ ਕਿਹੜੀ ਦੱਸੀ ਐਂਡ ਤੇ ਛੇਵੇਂ ਸਤਿਗੁਰੂ ਮਹਾਰਾਜ ਨੂੰ ਇਹ ਕਹਿਣ ਲੱਗੇ ਵੀ ਤੁਸੀਂ ਸਾਡੇ ਕੋਲੋਂ ਚਲੇ ਜਾਣਾ ਸਾਨੂੰ ਮਿਲਦਿਆਂ ਜੁਲਦਿਆਂ ਰਹਿਣਾ ਛੇਵੇਂ ਪਾਤਸ਼ਾਹ ਜੀ ਧੰਨਵਾਦ ਆ ਤੁਹਾਡਾ ਤੁਸੀਂ 60 ਸਦੀ ਦਾ ਚੱਕਰ ਮੇਰਾ ਟਾਲ ਦਿੱਤਾ ਮੈਨੂੰ ਤਖਤ ਤੇ ਬੈਠਣ ਦੇ ਯੋਗ ਕਰ ਦਿੱਤਾ ਹੈ। ਹੁਣ ਆਓ ਫਿਰ ਪਿਆਰਿਓ ਇਧਰ ਅੱਗੇ ਕੀ ਹੋਇਆ ਗੱਲ ਚੱਲਦੀ ਆ ਚੰਦੂ ਤੇ ਟਿਕੀ ਆ ਅਕਾਲ ਪੁਰਖ ਦੀ ਉਹ ਪੂਰੀ ਹੋਣ ਜਾ ਰਹੀ ਹੈ। ਹੁਣ ਇਧਰੋਂ ਜਿਹੜੀ ਮਾਲਾ ਪਾਈ ਸੀ ਨਾ ਛੇਵੇਂ ਸਤਿਗੁਰੂ ਮਹਾਰਾਜ ਦੇ ਸਿਮਰਨਾ ਤੇ ਹਰਗੋਬਿੰਦ ਪਾਤਸ਼ਾਹ ਨੂੰ ਬੇਨਤੀ ਕਰਨ ਲੱਗਾ ਰਾਜਾ ਕਹਿੰਦਾ ਮਹਾਰਾਜ ਕਿਰਪਾ ਕਰੋ ਜੀ ਆ ਜਿਹੜੀ ਸਾਡੇ ਤੁਹਾਡੇ ਮਾਲਾ ਪਾਈ ਹੋਈ ਆ ਨਾ ਇਹਦੇ ਵਿੱਚੋਂ ਭਾਵੇਂ ਇੱਕ ਮਣਕਾ ਦੇ ਦਿਓ ਅਸੀਂ ਆਪਣੇ ਘਰ ਵਿੱਚ ਬੜੇ ਸਤਿਕਾਰ ਨਾਲ ਇਹਦੀ ਪੂਜਾ ਕਰਾਂਗੇ ਰੱਖਾਂਗੇ ਸਤਿਕਾਰ ਕਰਾਂਗੇ ਤੇ ਤੁਹਾਡੀ ਯਾਦ ਬਣੀ ਰਹੂ ਸਾਡੇ ਹਿਰਦੇ ਤੇ ਤੁਹਾਨੂੰ ਯਾਦ ਕਰ ਲਿਆ ਕਰਾਂਗੇ। ਗੱਲ ਤਾਂ ਫਰਨਾ ਪਰਮੇਸ਼ਰ ਨੇ ਉਹੀ ਬਣਵਾਇਆ ਨਾ। ਹੁਣ ਜਹਾਂਗੀਰ ਬਾਦਸ਼ਾਹ ਨੂੰ ਕਹਿੰਦੇ ਧੀਰਜ ਧਰ ਰਾਜਨ ਤੂੰ ਇੱਕ ਮਣਕੇ ਦੀ ਗੱਲ ਕਰਦਾ ਇਹਦੇ ਵਿੱਚੋਂ ਅਸੀਂ ਮਣਕਾ ਨਹੀਂ ਕੱਢਣਾ ਸਾਡੇ ਪਿਤਾ ਦੇ ਜਿਹੜੀ ਪਾਈ ਹੋਈ ਮਾਲਾ ਸੀ ਨਾ ਮਾਲਾ ਜਦੋਂ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤੇ ਸਾਡੇ ਪਿਤਾ ਪੰਚਮ ਸਤਿਗੁਰੂ ਮਹਾਰਾਜ ਤੇ ਮਾਲਾ ਲਾ ਕੇ ਚੰਦੂ ਆਪ ਦੇ ਘਰੇ ਲੈ ਗਿਆ ਤੇਰਾ ਐਲ ਕਰ ਉਹ ਤੋਂ ਮੰਗਵਾ ਲੈਣੀ ਸਾਰੀ ਦੀ ਸਾਰੀ ਲੈ ਲਓ। ਹੁਣ ਪੈ ਗਿਆ ਪੰਗਾ ਇਧਰੋਂ ਜਦੋਂ ਚੰਦੂ ਨੂੰ ਪੁੱਛਿਆ ਗਿਆ ਵੀ ਜਿਹੜੀ ਮਾਲਾ ਪੰਚਮ ਸਤਿਗੁਰੂ ਦੇ ਮਹਾਰਾਜ ਤੋਂ ਲਾਈ ਹੋਈ ਤੁਹਾਡੇ ਘਰੇ ਹੈ ਨਾ ਕਰ ਦਿੱਤੀ ਚੰਦੂ ਨੂੰ ਬੁਲਾਇਆ ਗਿਆ ਚੰਦੂ ਕਹਿੰਦਾ ਨਾ ਜੀ ਰਾਜਨ ਕਿੱਥੇ ਨਹੀਂ ਇਹ ਝੂਠ ਹੈ ਤੇ ਛੇਵੇਂ ਸਤਿਗੁਰੂ ਮਹਾਰਾਜ ਨੇ ਆਪਣੇ ਸਿੱਖ ਭੇਜ ਕੇ ਤੇ ਮਾਲਾ ਮੰਗਾ ਲਈ। ਹੁਣ ਰਾਜਾ ਵੀ ਫਿਰ ਉਹਦੇ ਤੇ ਕ੍ਰੋਧੀ ਹੋ ਗਿਆ ਕਹਿੰਦਾ ਵੀ ਏਡਾ ਕਾਫਰ ਬੰਦਾ ਇਹ ਮੁਕਰੀ ਜਾਂਦਾ ਸੀ ਤੇ ਮਾਲਾ ਇਹਦੇ ਘਰੋਂ ਹੀ ਨਿਕਲਿਆ ਹੀ ਹੈ। ਉੱਥੇ ਬੈਠੇ ਚੰਦੂ ਨੂੰ ਪੈ ਗਿਆ ਸਿਰ ਪਾਣੀ ਹੁਣ ਬਣੂ ਕੀ ਰਾਜੇ ਵੱਲੋਂ ਵੀ ਝੂਠਾ ਹੋ ਗਿਆ ਤੇ ਗੁਰੂ ਵੱਲੋਂ ਵੀ ਝੂਠਾ ਹੋ ਗਿਆ ਕਿਉਂਕਿ ਪਿਆਰਿਓ ਇਹ ਜਿਹੜਾ ਝੂਠ ਹੈ ਨਾ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਇਹ ਸੱਚ ਦਾ ਸੱਚ ਨੇ ਰਹਿਣਾ ਓੜਕ ਨੂੰ ਤੇ ਪਿਆਰਿਓ ਸੱਚ ਗੁਰੂ ਸਾਹਿਬ ਜੀ ਦਾ ਖੜ ਗਿਆ ਥੰਮ ਬਣ ਕੇ ਅੱਗੇ ਕੀ ਹੋਇਆ ਆਓ ਫਿਰ ਲੈ ਚੱਲੀਏ। ਹੁਣ ਮਹਾਰਾਜ ਨੂੰ ਕਹਿੰਦੇ ਵੀ ਹੁਣ ਤੁਸੀਂ ਦੱਸੋ ਮਹਾਰਾਜ ਕੀ ਸੇਵਾ ਕਹਿੰਦੇ ਸਾਡੀ ਸੇਵਾ ਫਿਰ ਜਹਾਂਗੀਰ ਬਾਦਸ਼ਾਹ ਆ ਜਿਹੜਾ ਤੁਹਾਡਾ ਬੰਦਾ ਬੈਠਾ ਇੱਕ ਬੰਦਾ ਹੀ ਦੇ ਦਿਓ ਕਿਉਂਕਿ ਸਾਡੇ ਪਿਤਾ ਨੇ ਕਿੱਡਾ ਵੈਰ ਕਮਾ ਕੇ ਸ਼ਹੀਦ ਕੀਤਾ ਗਿਆ ਇਹ ਬੰਦਾ ਸਾਨੂੰ ਸਿਰਫ ਦੇ ਦਿਓ। ਹੁਣ ਜਦੋਂ ਇਧਰੋਂ ਬੈਠੇ ਆ ਨਾ ਜੇਠੇ ਪੈੜੇ ਵਰਗੇ ਵਿਧੀ ਚੰਦ ਵਰਗੇ ਬੈਠੇ ਆ ਵੀ ਕਹਿੰਦੇ ਕਿਤੇ ਸਾਡੇ ਪੇਸ਼ ਆ ਜਾ ਸਾਡੇ ਕੋਲੇ ਆ ਜਾਵੇ ਚਿੱਤ ਦੇ ਵਿੱਚ ਇੰਨਾ ਕ੍ਰੋਧ ਹੈ ਵੀ ਇਹ ਗੁਰੂਆਂ ਦੇ ਨਾਲ ਦਗਾ ਕਮਾਉਣ ਤੇ ਹੁਣ ਛੇਵੇਂ ਪਾਤਸ਼ਾਹ ਮਹਾਰਾਜ ਉਹਦੇ ਪੁੱਤਰ ਪੰਚਮ ਸਤਿਗੁਰੂ ਦੇ ਪੁੱਤਰ ਨਾਲ ਵੀ ਦਗਾ ਕਮਾਉਣੋਂ ਨਹੀਂ ਹਟਦਾ ਇਹ ਜੇ ਸਾਡੇ ਹੱਥ ਵਿੱਚ ਆ ਜੇ ਇਹਨੂੰ ਮਜ਼ਾ ਚਖਾਈਏ ਇਹਨੂੰ ਚਾਟਾ ਛਕਾਈਏ ਨਿਹੰਗਾ ਸਿੰਘ ਜਿਹੜੇ ਆ ਨਾ ਇਹ ਬਾਬਾ
ਬਾਬਾ ਜੀ ਬਣਾ ਰਹੇ ਆ ਢੀਡਗੋ ਨਿਹੰਗ ਸਿੰਘ ਤੇ ਇਹਨਾਂ ਦੀ ਲਾਡਲੀ ਜਿਹੜੀ ਫੌਜ ਹੈ ਨਾ, ਜਦੋਂ ਸੋਧਾ ਲਾਉਣਾ ਹੋਵੇ ਨਾ, ਜਦੋਂ ਕੁੱਟਣਾ ਹੋਵੇ ਉਦੋਂ ਕਹਿੰਦੇ ਸੋਧਾ ਲਾਉਣੇ ਆ, ਕਹਿੰਦੇ ਤੇ ਫਿਰ ਪਿਆਰਿਓ ਇਹ ਜਿਵੇਂ ਕੋਈ ਹੱਥ ਵਿੱਚ ਸੋਟਾ ਫੜਿਆ ਹੋਵੇ, ਆਖਦੇ ਸਲੋਤਰ ਵਿੰਗੇ ਜੇ ਟੰਬੇ ਨੂੰ। ਫਿਰ ਪਿਆਰਿਓ ਇਹਨਾਂ ਦੇ ਜਿਹੜੇ ਬੋਲ ਵਾਲੇ ਆ ਨਾ, ਜੇ ਸੁਣਾਈਏ ਕਹਿੰਦੇ ਬੋਲੇ ਜੇ ਸੁਣਾਈਏ ਤੁਹਾਨੂੰ ਨਿਹੰਗਾਂ ਸਿੰਘਾਂ ਦੇ ਸੁਣ ਕੇ ਭੱਜਣ ਖਾਣ ਵਾਲੇ ਹਿੰਗਾਂ ਦੇ, ਕਹਿੰਦੇ ਜੁੱਤੀ ਨੂੰ ਚਰਨ ਤੇ ਕਬਰ ਤਿੱਕ ਨੂੰ, ਸਵਾ ਲੱਖ ਆਖਦੇ ਸਿਰਫ ਇੱਕ ਨੂੰ। ਬਸ ਤਾਂ ਹੀ ਨੱਕ ਵੱਡੀ ਰੇਲ ਤਾਂ ਹੀ ਭੂਤ ਨਹੀਂ, ਆਉਣ ਜੇ ਤਰੰਗ ਆਮਦੇ ਸੂਤ ਨਹੀਂ, ਜਾਣਾ ਹੋਵੇ ਬਾਹਰ ਜੇ ਜੰਗਲ ਬਾਜੀ ਨੂੰ, ਕਹਿੰਦੇ ਦਿਨ ਚੱਲਿਆ ਰਸਦ ਕਾਜੀ ਨੂੰ। ਕਾਜੀ ਕਿਹਨੂੰ ਕਹਿੰਦੇ ਆ ਭਾਈ? ਕਾਜੀ ਆਪਦੇ ਬੋਲੇ ਦੇ ਵਿੱਚ ਨਾ ਨਿਹੰਗ ਸਿੰਘ ਕੁੱਕੜ ਨੂੰ ਕਾਜੀ ਕਹਿੰਦੇ ਆ। ਕੁੱਕੜ ਬਾਗ ਦਿੰਦਾ ਹੁੰਦਾ ਤੇ ਇਧਰ ਮੌਲਵੀ ਸਾਹਿਬ ਵੀ ਜਿਵੇਂ ਮਸੀਤ ਤੇ ਚੜ ਕੇ ਪਹਿਲਾਂ ਬਾਗ ਦਿੰਦੇ ਹੁੰਦੇ ਸਨ, ਦੱਸਦੇ ਸਨ ਉਸ ਖੁਦਾ ਦੀ ਬੰਦਗੀ ਕਰਨ ਵਾਸਤੇ ਲੋਕਾਂ ਨੂੰ ਉਠਾਉਂਦੇ ਸਨ ਵੀ ਭਾਈ ਖੁਦਾ ਦਾ ਸ਼ੁਕਰਾਨਾ ਕਰੋ। ਤੇ ਆਪਣੇ ਗੁਰਦੁਆਰਾ ਸਾਹਿਬ ਵਿੱਚ ਵੀ ਉਹੀ ਪਰਨ ਹੈ, ਅੰਮ੍ਰਿਤ ਵੇਲੇ ਉੱਠ ਕੇ ਗ੍ਰੰਥੀ ਸਾਹਿਬਾਨ ਆਵਾਜ਼ ਦਿੰਦੇ ਅੰਮ੍ਰਿਤ ਵੇਲਾ ਹੋ ਚੁੱਕਾ ਹੈ ਭਾਈ, ਅੰਮ੍ਰਿਤ ਵੇਲੇ ਦੀ ਸੰਭਾਲ ਕਰੋ, ਇਸ਼ਨਾਨ ਸੋਧੋ ਤੇ ਇਸ਼ਨਾਨ ਸੋਧ ਕੇ ਮਨ ਨੂੰ ਸੋਧਾ ਲਾਓ, ਬਾਣੀ ਪੜੋ ਤੇ ਬਾਣੀ ਸੁਣੋ। ਤੇ ਇਹ ਪਿਆਰੋ ਸਾਰਿਆਂ ਤੇ ਕਾਨੂੰਨ ਲਾਗੂ ਆ। ਹੁਣ ਆਓ ਫਿਰ ਇਧਰ ਗੱਲ ਚੱਲ ਰਹੀ ਸੀ ਨਿਹੰਗਾਂ ਸਿੰਘਾਂ ਦੇ ਬੋਲਿਆਂ ਦੀ। ਆਉਣ ਜੇ ਤਰੰਗ ਆਮਦੇ ਸੂਤ ਨਹੀਂ, ਜਾਣਾ ਹੋਵੇ ਬਾਹਰ ਜੇ ਜੰਗਲ ਬਾਜੀ ਨੂੰ, ਕਹਿੰਦੇ ਦਿਨ ਚੱਲਿਆ ਰਸਦ ਕਾਜੀ ਨੂੰ। ਫਿਰ ਕਹਿੰਦੇ ਨੂਣ ਨੂੰ ਸਰਬ ਰਸ, ਲੂਣ ਨੂੰ ਸਰਬ ਰਸ, ਰੂਪਾ ਗੰਢੇ ਨੂੰ, ਆਖਦੇ ਸਲੋਤਰ ਕਹਿੰਦਾ ਵਿੰਗੇ ਜੇ ਟੰਬੇ ਨੂੰ। ਮਾਰ ਕੇ ਜੇ ਭੰਨਣ ਕਿਸੇ ਦਾ ਗਾਟਾ ਜੀ, ਉਹਨੂੰ ਕਹਿੰਦੇ ਗਰਮ ਸ਼ਿਕਾਤਾ ਚਾਟਾ ਜੀ। ਆਓ ਫਿਰ ਨਿਹੰਗਾਂ ਸਿੰਘਾਂ ਦੇ ਬੋਲਿਆਂ ਦੀ ਗੱਲ ਪਹੁੰਚ ਗਈ ਛੇਵੇਂ ਪਾਤਸ਼ਾਹ ਦੇ ਕੋਲ। ਉੱਥੇ ਬੈਠੇ ਭਾਈ ਬਿਧੀ ਚੰਦ ਵਰਗੇ, ਜੇਠੇ ਵਰਗੇ, ਪੈੜੇ ਵਰਗੇ ਅੰਦਰ ਹਲੂਣਾ ਦਿੰਦੇ ਕਿਤੇ ਇਹ ਜ਼ਾਲਮ ਨੂੰ ਸਾਡੇ ਪੇਸ਼ ਕਰ ਦੇਣਾ। ਗੁਰੂ ਛੇਵੇਂ ਪਾਤਸ਼ਾਹ ਹੁਕਮ ਕਰਨ, ਜਹਾਂਗੀਰ ਦੇ ਹੁਕਮ ਦੀ ਲੋੜ ਨਹੀਂ। ਹੁਣ ਛੇਵੇਂ ਪਾਤਸ਼ਾਹ ਦੇ ਹੁਕਮਾਂ ਦੀ ਵੇਟ ਕਰ ਰਹੇ ਆ ਭਾਈ ਬਿਧੀ ਚੰਦ ਵਰਗੇ, ਜੇਠੇ ਵਰਗੇ, ਪੈੜੇ ਵਰਗੇ। ਹੁਣ ਪਿਆਰੋ ਜਦੋਂ ਛੇਵੇਂ ਪਾਤਸ਼ਾਹ ਦੇ ਹੁਕਮ ਤੇ ਜਹਾਂਗੀਰ ਬਾਦਸ਼ਾਹ ਨੇ ਕਹਿੰਦਾ ਜੀ ਇਹ ਤੁਹਾਡਾ ਤੇ ਤੁਸੀਂ ਲੈ ਜਾਓ, ਜੋ ਮਰਜ਼ੀ ਕਰੋ। ਗੁੱਸੇ ਦੇ ਨਾਲ ਉਹਨੇ ਵੀ ਕੁਝ ਬੁਰਾ ਭਲਾ ਬੋਲਿਆ, ਲੈ ਜਾਓ ਪਾਪੀ ਨੂੰ ਕਹਿੰਦਾ। ਹੁਣ ਪਿਆਰੋ ਇੰਨੀ ਕਹਿਣ ਦੀ ਢੇਰ ਸੀ, ਸੱਚੇ ਪਾਤਸ਼ਾਹ ਨੇ ਛੇਵੇਂ ਪਾਤਸ਼ਾਹ ਨੇ ਆਪਣੇ ਯੋਧਿਆਂ ਨੂੰ, ਬਲਵਾਨ ਯੋਧਿਆਂ ਨੂੰ ਹੁਕਮ ਦਿੱਤਾ ਭਾਈ ਬਿਧੀ ਚੰਦ ਫੜੋ ਇਹਨੂੰ ਲੈ ਚੱਲੀਏ। ਹੁਣ ਪਿਆਰੋ ਜਦੋਂ ਪਾਸੇ ਕਰਕੇ ਤੇ ਉਹਨਾਂ ਮਹਾਰਾਜ ਦਾ ਬਚਨ ਮੰਨ ਕੇ ਤੇ ਲੈ ਕੇ ਪਾਸੇ ਨੂੰ ਹੋਏ, ਕਿਸੇ ਨੇ ਚਪੇੜਾ, ਕਿਸੇ ਨੇ ਜੁੱਤੀ, ਕਿਸੇ ਨੇ ਮੁੱਕੀ ਤੇ ਪਿਆਰੋ ਢਾਟ ਪੈ ਗਿਆ। ਹੁਣ ਜਹਾਂਗੀਰ ਬਾਦਸ਼ਾਹ ਦੇ ਸਾਹਮਣੇ ਪਿਸ਼ਾਬ ਕਰਦਾ ਕੁੱਟ-ਕੁੱਟ ਕੇ ਜੁੱਤੀਆਂ ਦੇ ਨਾਲ। ਭਾਈ ਬਿਧੀ ਚੰਦ ਦੀ ਜੁੱਤੀ ਏਡੀ ਲੰਮੀ ਸੀ, ਮਾਰਿਆ ਛੱਤਰ ਸਿਰ ਦੇ ਵਿੱਚ ਤੇ ਢਾਟ ਪੈ ਗਿਆ ਤੇ ਪਿਆਰੋ ਡਰਦੇ ਦਾ ਪਿਸ਼ਾਬ ਵਿੱਚ ਨਿਕਲ ਗਿਆ। ਤੇ ਛੇਵੇਂ ਪਾਤਸ਼ਾਹ ਦੇ ਘੋੜੇ ਦੇ ਉੱਤੇ ਬੈਠਣੋਂ ਤਾਂ ਰਹਿ ਗਿਆ, ਕਿਉਂਕਿ ਉਦੋਂ ਘੋੜੇ ਹੁੰਦੇ ਸਨ, ਰਥ ਹੁੰਦੇ ਸਨ। ਗੱਡੀਆਂ ਤਾਂ ਹੁਣ ਬਣੀਆਂ ਪਿਆਰਿਓ, ਗੱਡੀਆਂ ਮੋਟਰਸਾਈਕਲ ਨਹੀਂ ਸੀ ਹੁੰਦੇ ਉਦੋਂ ਫਿਰ ਘੋੜੇ ਤੇ ਬਿਠਾ ਕੇ ਲਿਆਉਣਾ ਸੀ ਲਾਹੌਰ। ਇੱਥੇ ਵੇਖੋ ਜਿੱਥੇ ਗੁਰੂ ਸਾਹਿਬ ਦੇ ਨਾਲ ਜ਼ੁਲਮ ਹੋਏ ਨਾ, ਛੇਵੇਂ ਪਾਤਸ਼ਾਹ ਨੇ ਹੁਕਮ ਕਰਤਾ ਇਹਨੂੰ ਆਪਾਂ ਨਾਲ ਲੈ ਕੇ ਚੱਲਣਾ ਹੈ ਭਾਈ। ਉੱਥੇ ਉਸ ਸਥਾਨ ਤੇ ਚੱਲਣਾ ਜਿੱਥੇ ਗੁਰੂ ਸਾਹਿਬ ਨੂੰ ਬਿਠਾ ਕੇ ਸ਼ਹੀਦ ਕੀਤਾ ਗਿਆ, ਵੱਡਿਆਂ ਦੇ ਨਾਲ ਵੈਰ ਕਮਾਇਆ ਗਿਆ, ਇਹਨੂੰ ਸਾਰੇ ਦਾ ਸਾਰਾ ਅਹਿਸਾਸ ਦਿਵਾਉਣਾ। ਉਹਨਾਂ ਨੂੰ ਵੀ ਰੋਕਿਆ ਨਾ ਭਾਈ ਕੁੱਟੋ ਨਾ, ਨਾਮ ਵੀ ਬਿਧੀ ਚੰਦ ਜਿੱਠੇ ਵਰਗੇ, ਪੈੜੇ ਵਰਗਾ ਸਿੱਖਾਂ ਨੂੰ ਬੁਲਾਇਆ ਨਾ ਕੁੱਟਣਾ ਨਹੀਂ। ਪਿਆਰਿਓ ਉਦੋਂ ਬਾਅਦ ਦੇ ਵਿੱਚ ਫਿਰ ਜਹਾਂਗੀਰ ਬਾਦਸ਼ਾਹ ਕਹਿੰਦਾ ਮਹਾਰਾਜ ਹੁਣ ਤੁਹਾਡੇ ਘੋੜੇ ਤੇ ਰਹਿਣ ਦੇ ਇਹ ਯੋਗਤਾ ਨਹੀਂ ਹੋ ਗਿਆ, ਕਿਉਂਕਿ ਪਲੀਤ ਹੋ ਗਿਆ। ਬਾਣੀ 'ਚ ਵੀ ਲਿਖਿਆ ਨਾ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ। ਹੁਣ ਮਹਾਰਾਜ ਇਹਨੂੰ ਨਵਾ ਨੂੰ ਦਿੰਨੇ ਆ, ਆਪਦੇ ਅਹਿਲਕਾਰ ਸੇਵਾਦਾਰਾਂ ਨੂੰ ਬੁਲਾਇਆ, ਕਹਿੰਦਾ ਇਹਦੇ ਸਾਫ਼ ਕੱਪੜੇ ਪਾਓ, ਛੇਵੇਂ ਪਾਤਸ਼ਾਹ ਦੇ ਘੋੜਿਆਂ ਤੇ ਬਿਠਾ ਕੇ ਲਿਜਾਣਾ ਇਹਨੂੰ ਪਵਿੱਤਰ ਕਰੋ, ਸਰੀਰ ਪਵਿੱਤਰ ਕਰੋ, ਇਹਦਾ ਨਿਭਾਓ ਧਵਾਓ। ਇਧਰੋਂ ਛੇਵੇਂ ਪਾਤਸ਼ਾਹ ਦੇ ਕਹਿਣ ਤੇ ਉਹਨੂੰ ਨਿਭਾਇਆ ਗਿਆ। ਜਹਾਂਗੀਰ ਬਾਦਸ਼ਾਹ ਨੇ ਆਪਣੇ ਨੌਕਰ ਸੱਦ ਕੇ ਉਹਨੂੰ ਨਿਭਾ ਕੇ, ਕਿਉਂਕਿ ਸੱਟਾਂ ਤਾਂ ਸਿਰ ਦੇ ਵਿੱਚ ਤੇ ਗੁੱਝੀਆਂ ਸੱਟਾਂ ਦਾ ਸਿੱਖਾਂ ਨੇ ਮਾਰ ਕੇ ਉੱਥੇ ਨਿਸਲ ਕਰ ਦਿੱਤਾ ਹੈ, ਕਿਉਂਕਿ ਗੁੱਸਾ ਸੀ ਯਾਰ ਸਾਡੇ ਗੁਰੂ ਸਾਹਿਬ ਤੇ ਕੋਈ ਅਤਿਆਚਾਰ। ਅੱਜ ਗੁਰੂ ਗ੍ਰੰਥ ਸਾਹਿਬ ਤੇ ਕੋਈ ਹੱਥ ਚੱਕ ਕੇ ਵੇਖੇ, ਆ ਖਾਲਸਾ ਪੰਥ ਕਦੇ ਇੱਥੋਂ ਹੀ ਨਹੀਂ ਨਿਕਲਣ ਦਿੰਦਾ। ਤੁਸੀਂ ਆ ਵਾਪਰੀ ਕਹਾਣੀ ਸ੍ਰੀ ਹਰਮੰਦਰ ਸਾਹਿਬ ਦੀ ਦੇਖੀ ਹੈ, ਜਿਵੇਂ ਜ਼ਾਲਮ ਕੋਈ ਕਿਸੇ ਦਾ ਸਿੱਖਿਆ ਸਿਖਾਇਆ, ਪੈਸਿਆਂ ਦਾ ਖਰੀਦਿਆ ਵਾ, ਜਿਵੇਂ ਨਜੂਮੀਆਂ ਖਰੀਦਿਆ ਸੀ, ਇਸ ਤਰ੍ਹਾਂ ਗੁਰੂ ਤੇ ਅਤਿਆਚਾਰ ਕਰਨ ਵਾਸਤੇ ਭੇਜਿਆ, ਪਰ ਗੁਰਸਿੱਖਾਂ ਨੇ ਕਦੇ ਵੀ ਉਹਨੂੰ ਮੁਆਫ ਨਹੀਂ ਕੀਤਾ, ਉੱਥੇ ਹੀ ਉਹਨਾਂ ਨੂੰ ਚਾਟਾ ਛਕਾਤਾ ਸਿੱਖਾਂ ਨੇ। ਪਿਆਰੋ ਇਹ ਇਦਾਰੀ ਐਸਾ ਹੈ, ਗੁਰੂ ਤੇ ਅਤਿਆਚਾਰ ਕਰਦਾ ਕੋਈ ਝੱਲਿਆ ਨਹੀਂ ਜਾਂਦਾ। ਆਪਦੇ ਤੇ ਸਿੱਖ ਵਾਰ ਕੀਤਾ ਹੋਇਆ ਜਰਲੂ ਜ਼ਾਲਮ ਦਾ, ਪਰ ਜ਼ਾਲਮ ਜੇ ਆਪਣੇ ਗੁਰੂ ਤੇ ਵਾਰ ਕਰਿਆ ਵਾ ਜਰਦਾ ਨਹੀਂ।
ਬਰਗਾੜੀ ਵਾਲਾ ਸਾਕਾ ਤੁਸੀਂ ਸੁਣਦੇ ਆ, ਉੱਥੇ ਵੀ ਦਾਸਾਂ ਨੇ ਕਵਿਤਾ ਲਿਖੀ, ਗੁਰੂ ਸਾਹਿਬ ਤੇ ਖਾਲਸਾ ਪੰਥ ਕੀ ਕਹਿੰਦਾ, ਗੁਰੂ ਸਾਹਿਬ ਤੇ ਵਾਰ ਜੋ ਕੀਤਾ ਨਹੀਂ ਹੁਣ ਜਾਣਾ ਜਰਿਆ। ਉਹ ਗੁਰੂ ਸਾਹਿਬ ਦੇ ਸਿੰਘੋ ਤੁਹਾਨੂੰ ਵਿਰਤਾ ਖੋਲ ਸੁਣਾਜੇ, ਪਿੰਡ ਬਰਗਾੜੀ ਵਾਲਾ ਦੁੱਖਾਂ ਭਰਿਆ ਹਾਲ ਸੁਣਾਜੇ, ਜਿਹੜਾ ਤੁਸੀਂ ਆਪ ਹੱਡਾਂ ਨਾਲ ਹੰਢਾਇਆ ਹੈ, ਭਰਿਆ ਹਾਲ ਸੁਣਾਈਏ, ਅੰਗ ਅੰਗ ਕਰਕੇ ਗੁਰੂ ਗ੍ਰੰਥ ਦਾ ਗਲੀਆਂ ਦੇ ਵਿੱਚ ਧਰਿਆ, ਬਈ ਗੁਰੂ ਸਾਹਿਬ ਤੇ ਵਾਰ ਜੋ ਕੀਤਾ ਨਹੀਂ ਹੁਣ ਜਾਣਾ ਜਰਿਆ। ਹੁਣ ਪਿਆਰੋ ਅੱਗੇ ਕੀ ਹੋਇਆ, ਗੁਰੂ ਸਾਹਿਬ ਤੇ ਵਾਰ ਜੋ ਕਰਦਾ ਕੋਈ ਅੱਖਾਂ ਮੂਰੇ ਅੱਖਾਂ ਮੂਰੇ ਦੇਖ ਨਹੀਂ ਸਕਦਾ। ਹੁਣ ਆਓ ਫਿਰ ਅੱਗੇ ਕੀ ਹੋਇਆ, ਖਾਲਸਾ ਪੰਥ ਸਿੱਖ ਪੰਥ ਉੱਥੇ ਵੀ ਬੈਠਾ ਤੇ ਭਾਈ ਬਿਧੀ ਚੰਦ ਵਰਗਿਆਂ ਨੇ ਕੁੱਟ-ਕੁੱਟ ਕੇ ਉਹਦੀ ਬੇਹੋਸ਼ੀ ਦੇ ਵਿੱਚ ਕਰ ਦਿੱਤਾ। ਤੇ ਨਾਲ ਜਦੋਂ ਹੋਸ਼ ਲਿਆ ਕੇ ਤੇ ਫਿਰ ਨਾਲ ਲਿਆਉਣ ਵਾਸਤੇ ਆਏ ਲਾਹੌਰ ਦੀ ਗਲੀ ਗਲੀ ਦੇ ਵਿੱਚ, ਉੱਥੇ ਫਿਰ ਨੱਥ ਪਾ ਕੇ ਨਾ ਚੰਦੂ ਦੇ, ਗੱਲ ਹੁਣ ਉੱਥੇ ਲਾਉਣੀ ਅੰਮ੍ਰਿਤਸਰ ਵਿੱਚ, ਹੁਣ ਨੱਥ ਪਾ ਕੇ ਚੰਦੂ ਦੇ ਜੇਠੇ ਵਰਗੇ ਪੈੜੇ ਵਰਗੇ ਭਾਈ ਬਿਧੀ ਚੰਦ ਵਰਗੇ ਜਿੱਧਰ ਨੂੰ ਖਿੱਚਦੇ ਉਧਰ ਨੂੰ ਜਾਂਦੇ, ਕਾਲਾ ਮੂੰਹ ਕਰਿਆ ਗਿਆ ਉਸ ਜ਼ਾਲਮ ਦਾ। ਇਹ ਡਰ ਨਾਲ ਵੈਰ ਕਮਾਉਣ ਵਾਲਿਆਂ ਦਾ ਮੂੰਹ ਕਾਲੇ ਤਿਸਨੰਦਕਾਂ ਨਰਕੇ ਘੋਰ ਪਵਨ, ਐ ਕਰਦਾ ਗੁਰੂ ਸਾਹਿਬ। ਨਰਕਾਂ ਦੇ ਵਿੱਚ ਵਾਸਾ ਕੀ, ਵਿਸ਼ਨੂੰ ਦਾ ਕੀੜਾ ਬਣਨਾ ਪੈਂਦਾ ਹੈ। ਸਾਨੂੰ ਆਮ ਵੀ ਬੰਦੇ ਨਾਲ ਫਰੇਬ ਨਹੀਂ ਕਰਨੇ ਚਾਹੀਦੇ, ਆਮ ਬੰਦੇ ਨਾਲ ਵੈਰ ਵਿਰੋਧ ਕਮਾਉਣਾ ਨਹੀਂ ਚਾਹੀਦਾ। ਤੇ ਜਿਹੜੇ ਵੈਰ ਵਿਰੋਧ ਕਮਾਉਣ ਵਾਲੇ ਆ ਗੁਰੂ ਨਾਲ, ਤੇ ਉਹਨਾਂ ਨਾਲ ਆਹ ਹਾਲਤ ਹੋਈ। ਹੁਣ ਉੱਥੇ ਕਾਲਾ ਮੂੰਹ ਕਰਕੇ ਗਲੀਆਂ ਦੇ ਵਿੱਚ ਲਾਹੌਰ ਦੀਆਂ ਦੇ ਵਿੱਚ ਫੇਰਿਆ ਗਿਆ, ਕੁੱਟ-ਕੁੱਟ ਕੇ ਚੰਦੂ ਦਾ ਪਿਆਰੋ ਬੁਰਾ ਹਾਲ ਕਰ ਦਿੱਤਾ। ਜਿੱਧਰ ਨੂੰ ਜਾਂਦੇ ਆ ਗਲੀਆਂ ਦੇ ਵਿੱਚ ਜਾਂਦੇ ਆ, ਜਿਹੜਾ ਗੁਰੂ ਦਾ ਪਿਆਰਾ ਹੈ ਉਹ ਸਿਰ ਦੇ ਵਿੱਚ ਜੁੱਤੀ ਮਾਰਦਾ, ਕਹਿੰਦਾ ਬਹੁਤ ਮਾੜੀ ਗੱਲ ਕੀਤੀ ਜ਼ਾਲਮ ਨੇ, ਇਹਦਾ ਬਹੁਤ ਡੂੰਘਾ ਯੋਗਦਾਨ ਹੈ। ਗੁਰੂ ਸਾਹਿਬ ਨੂੰ ਪੰਚਮ ਸਤਿਗੁਰੂ ਮਹਾਰਾਜ ਨੂੰ ਤਵੀ ਤੇ ਬਿਠਾ ਕੇ ਸ਼ਹੀਦ ਕਰਵਾਇਆ ਗਿਆ ਹੈ। ਤੇ ਪਿਆਰੋ ਜਦੋਂ ਫਿਰ ਇੱਥੇ ਕਿ ਜੇ ਲਿਆਂਦਾ ਨਾ ਸਾਰੀਆਂ ਗਲੀਆਂ ਦੇ ਵਿੱਚ, ਫੇਰ ਕਿਤੇ ਐਂਡ ਤੇ ਕਿੱਥੇ ਆ ਗਿਆ, ਐਂਡ ਆ ਗਈ ਹਰਦਿੱਤ ਇਤਿਹਾਸ ਵਿੱਚ ਲਿਖਿਆ ਹੋਇਆ, ਭਾਈ ਹਰਦਿੱਤ ਭੜਪੂੰਜਾ ਜੀ ਤੋਂ ਕੜਛੇ ਪਵਾਏ ਗਏ ਸੀ, ਕੜਛੇ ਪਵਾਏ ਗਏ ਸੀ, ਉਹਦੇ ਕੋਲ ਲਿਆਂਦਾ ਗਿਆ। ਤੇ ਜਦੋਂ ਉਹਦੇ ਭੱਠ ਦੇ ਕੋਲ ਦੀ ਲੰਘਣ ਲੱਗਾ ਨਾ ਚੰਦੂ ਦਾ ਕਾਫਲਾ ਚੰਦੂ ਦਾ, ਕਿਉਂਕਿ ਬਹੁਤ ਸਿੱਖ ਸਿੱਖਣੀਆਂ ਆਮ ਲੋਕ ਉੱਥੇ ਤਮਾਸ਼ਗਰੀ ਪਹੁੰਚੇ ਵੇਖਣ ਵਾਸਤੇ, ਤਮਾਸ਼ਾ ਬਹੁਤ ਲੋਕਾਂ ਦਾ ਇਕੱਠ ਭਾਰੀ ਹੋਇਆ, ਭਾਰੀ ਇਕੱਠ ਹੋ ਗਿਆ। ਤੇ ਭਾਰੀ ਇਕੱਠ ਦੇ ਵਿੱਚ ਹੁਣ ਉਹਨੂੰ ਭੜਪੂੰਜੇ ਨੂੰ ਪਤਾ ਲੱਗਿਆ ਵੀ ਪੰਚਮ ਸਤਿਗੁਰੂ ਮਹਾਰਾਜ ਦਾ ਦੋਸ਼ੀ ਚੰਦੂ ਉਹਦੇ ਨੱਥ ਪਾ ਕੇ ਤੇ ਅੱਗੇ ਸਿੱਖ ਲਈ ਆ ਰਿਹਾ। ਪਿਆਰਿਓ ਬਾਹਰ ਨਿਕਲਿਆ, ਥੋੜਾ ਜਿਹਾ ਉਰੇ ਆਇਆ ਤੇ ਕੀ ਹੋਇਆ, ਗੁੱਸਾ ਚੜ ਗਿਆ, ਕਹਿੰਦਾ ਮੈਨੂੰ ਧੱਕੇ ਦੇ ਨਾਲ ਓਏ ਗਰਮ ਕੜਛੇ ਪਵਾ ਕਰਾ ਕੇ ਇੱਕ ਪਾਸੇ ਅੱਗ ਮਚਾ ਕੇ ਤੇ ਕੜਾਹੀ ਦੇ ਵਿੱਚ ਬਹੁਤ ਅੱਗ ਵਰਗਾ ਰੇਤਾ ਕਰਾ ਕੇ ਮੇਰੇ ਗੁਰੂ ਦੇ ਸਿਰ ਤੇ ਪੰਚਮ ਸਤਿਗੁਰੂ ਮਹਾਰਾਜ ਦੇ ਸੀਸ ਤੇ ਪਵਾਇਆ, ਪਰ ਮੇਰਾ ਦਿਲ ਨਹੀਂ ਸੀ ਕਰਦਾ। ਪਰ ਆ ਬਹੁਤ ਮਾੜੀ ਗੱਲ ਕੀਤੀ, ਗੁੱਸਾ ਆਇਆ ਤੇ ਉਹੀ ਕੜਛਾ ਜਿਹਦੇ ਨਾਲ ਗੁਰੂ ਸਾਹਿਬ ਦੇ ਸਿਰ ਤੇ ਪਾਏ ਸੀ, ਸੀਸ ਤੇ ਪਾਏ ਸੀ, ਉਹ ਜ਼ਾਲਮ ਦੇ ਸਿਰ ਦੇ ਵਿੱਚ ਬੜੇ ਗੁੱਸੇ ਨਾਲ ਕੜਛਾ ਮਾਰਿਆ ਤੇ ਉੱਥੇ ਹੀ ਉਹਦੀ ਕਲਿਆਣ ਹੋ ਗਈ। ਪਿਆਰੋ ਵੇਖੋ, ਤੇ ਪਾਪੀਆਂ ਕੇ ਮਾਰਨੇ ਕੋ ਪਾਪ ਬਲੀਦਾਨ ਹੈ। ਆਪਾਂ ਇਧਰ ਨੂੰ ਚਲੀਏ, ਛੇਵੇਂ ਪਾਤਸ਼ਾਹ ਮਹਾਰਾਜ ਦੇ ਜੋ ਅੱਗੇ ਕੌਤਕ ਹੈ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਮਾਲਵੇ ਦੀ ਧਰਤੀ ਤੇ, ਇਸ ਧਰਤੀ ਤੇ ਉਹ ਹਰਿਮੰਦਰ ਸਾਹਿਬ ਦੀ ਧਰਤੀ ਤੇ ਅਨੇਕਾਂ ਚੋਜ ਕੌਤਕ ਕੀਤੇ ਗੁਰੂ ਸਾਹਿਬ ਦੀਆਂ ਸਿੱਖ ਸੰਗਤਾਂ ਵਾਸਤੇ। ਅਕਾਲ ਤਖਤ ਦੀ ਰਚਨਾ, ਤਖਤ ਦੀ ਰਚਨਾ, ਉੱਥੇ ਸਾਰੇ ਆਪਣੇ ਝਗੜੇ ਝੇੜੇ ਨਿਬੜਦੇ ਸਨ। ਜੋ ਵੀ ਜਾਂਦਾ ਸੀ ਭਰਾਵਾਂ ਦੇ ਵਿੱਚ ਕੋਈ ਪਾੜਾ ਪਿਆ ਵਾ, ਛੇਵੇਂ ਸਤਿਗੁਰੂ ਮਹਾਰਾਜ ਐਸੀ ਸਿੱਖਿਆ ਦਿੰਦੇ, ਐਸਾ ਉਪਦੇਸ਼ ਦਿੰਦੇ, ਉਹਨਾਂ ਭਰਾਵਾਂ ਦੇ ਵਿੱਚੋਂ ਪਾੜੇ ਕੱਢ ਕੇ ਜੱਫੀਆਂ ਪਵਾ ਦਿੰਦੇ। ਤੇ ਜੇ ਭਾਵ ਕਿਸੇ ਮਨਮੁਖ ਬੰਦਿਆਂ ਤੋਂ ਕਤਲ ਵੀ ਹੋ ਗਿਆ, ਉਸ ਕਤਲ ਦਾ ਅਹਿਸਾਸ ਕਰਾ ਕੇ ਤੇ ਗਾਂ ਨੂੰ ਅੱਗੇ ਤੋਂ ਉਸ ਨੂੰ ਗੁਰਮਤਿ ਦੇ ਕੇ ਗੁਰੂ ਨਾਲ ਜੋੜਦੇ, ਪਰਮੇਸ਼ਰ ਦੀ ਬਾਣੀ ਨਾਲ ਜੋੜਦੇ। ਤੇ ਪਿਆਰੋ ਉਹਨਾਂ ਦੇ ਵਿੱਚ ਗਾਂ ਵਾਸਤੇ ਵੈਰ ਵਿਰੋਧ ਵੀ ਖਤਮ ਹੋ ਜਾਂਦਾ, ਅੱਗੇ ਤੋਂ ਮਾਰਗ ਪਾਉਂਦਾ ਗੁਰੂ। ਹੁਣ ਆਓ ਫਿਰ ਅੱਗੇ ਕੀ ਹੋਇਆ, ਅੱਗੇ ਕੀ ਹੋਇਆ, ਸੱਚੇ ਪਾਤਸ਼ਾਹ ਮਹਾਰਾਜ ਉੱਥੇ ਲੰਮਾ ਸਮਾਂ ਵਿਰਾਜਮਾਨ, ਜਿਵੇਂ ਜਹਾਂਗੀਰ ਬਾਦਸ਼ਾਹ ਨੇ, ਜਿਵੇਂ ਇਧਰੋਂ ਅਕਾਲ ਤਖਤ ਦੀ ਰਚਨਾ ਹੋ ਰਹੀ ਸੀ, ਸੇਵਾ ਚੱਲ ਰਹੀ ਸੀ, ਤੇ ਜਹਾਂਗੀਰ ਬਾਦਸ਼ਾਹ ਹੁੰਦਾ ਹੋਇਆ ਦਿਲ ਦੇ ਵਿੱਚ ਪਿਆਰ ਆਇਆ ਵੀ ਜਿਹਨੇ ਮੈਨੂੰ ਬਚਾਇਆ, ਮੇਰੀ ਜਾਨ ਬਚਾਈ ਹੈ, ਹੋਵੇ ਨਾ ਤਾਂ ਉਸ ਗੁਰੂ ਦੇ ਦਰਸ਼ਨ ਕਰੀਏ। ਜਦੋਂ ਦਰਸ਼ਨਾਂ ਵਾਸਤੇ ਆਇਆ ਨਾ, ਦਰਸ਼ਨ ਕੀਤੇ ਗੁਰੂ ਦਰਬਾਰ ਦੇ ਤੇ ਮਹਿਮਾ ਦੇਖੀ ਗੁਰੂ ਦਰਬਾਰ ਦੀ, ਅੱਧਾ ਹੀ ਰਹਿ ਗਿਆ। ਹੁਣ ਛੇਵੇਂ ਪਾਤਸ਼ਾਹ ਦੀ ਸ਼ਰਨ ਪੈ ਕੇ ਨਤਮਸਤਕ ਹੋ ਕੇ ਕਹਿੰਦਾ, ਸੱਚੇ ਪਾਤਸ਼ਾਹ ਆਹ ਜਿਹੜੀ ਤੁਹਾਡੀ ਸੇਵਾ ਚੱਲ ਰਹੀ ਹੈ,
ਕਿਰਪਾ ਕਰੋ ਦਾਸ ਨੂੰ, ਜਿਹੜਾ ਦਾਸ ਬਣ ਕੇ ਆ ਜਾਂਦਾ ਨਾ ਉਹ ਬਖਸ਼ਿਆ ਹੀ ਜਾਂਦਾ ਪਿਆਰੋ। ਹੁਣ ਜਹਾਂਗੀਰ ਬਾਦਸ਼ਾਹ ਕਹਿੰਦਾ ਮੈਂ ਆ ਤੁਹਾਡੀ ਸੇਵਾ ਜੋ ਚੱਲ ਰਹੀ ਆ ਸਾਰੀ ਦੀ ਸੇਵਾ ਮੇਰੇ ਵਿਰਸੇ ਵਿੱਚ ਪਾਓ, ਕਿਰਪਾ ਕਰੋ ਜੀ ਮੈਨੂੰ ਸੇਵਾ ਦੇ ਦਿਓ, ਮੈਂ ਕਰ ਦਿੰਦਾ ਇਕੱਲਾ ਹੀ। ਮਹਾਰਾਜ ਕਹਿੰਦੇ ਭਾਈ ਨਾ 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 ਨਾ, ਇਹ ਬਚਨ ਨਹੀਂ ਕਰਨਾ। ਆ ਮੇਰੇ ਪਿਆਰੇ ਗੁਰਸਿੱਖ ਹੈ, ਇਹਨਾਂ ਨੇ ਮੇਰੇ ਬੱਚੇ ਬੱਚੀਆਂ ਨੇ, ਇਹਨਾਂ ਨੇ ਇੱਕ ਇੱਕ ਸਵਾਸ ਚੱਲਿਆ ਘਰਾਂ ਦੇ ਵਿੱਚੋਂ ਕਦਮ ਤੇ ਇੱਥੇ ਆ ਕੇ ਸੇਵਾ ਕਰਨੀ ਨਾ ਹੱਥਾਂ ਨਾਲ, ਇਹਨਾਂ ਸਰੀਰਾਂ ਨੂੰ ਬਲਵਾਨਤਾ ਕਿਵੇਂ ਮਿਲੂ? ਜਿਵੇਂ ਤੂੰ ਇੱਕ ਦਿਨ ਸੇਵਾ ਲੁੱਟ ਗਿਆ, 10 ਨੌਂ ਦੀ ਕਿਰਤ ਕਰਕੇ ਮੇਰਾ ਸਿੱਖ 5 ਦਮੜੇ 1 ਦਮੜਾ 1 ਟਕਾ ਲੈ ਕੇ ਆਉਂਦਾ, ਉਹ ਜਿਹੜੇ ਉਹਦੇ ਹੱਥ ਉਹਦੇ ਪੈਰ ਤੇ ਉਹਦਾ ਸਰੀਰ ਪਵਿੱਤਰ ਹੁੰਦਾ ਹੈ। ਇੱਥੇ ਆ ਕੇ ਯੋਗਦਾਨ ਜਿੰਨਾ ਪਾਉਂਦਾ ਨਾ ਮੇਰਾ ਸਿੱਖ, ਭਾਵੇਂ ਦੀ ਇੱਕ ਤਿਲ ਮਾਤਰ ਵੀ ਲਿਆ ਕੇ ਦਸਵੰਧ ਕੱਢਦਾ, ਉਹਦਾ ਦਸਵੰਧ ਅਕਾਲ ਪੁਰਖ ਨੇ ਪ੍ਰਵਾਨ ਕਰਨਾ। ਉਹ ਦਸਵੰਧ ਨਾਲ ਲੱਗਿਆ ਹੋਇਆ ਇਹ ਜਿਹੜਾ ਮੇਰਾ ਅਕਾਲ ਤਖਤ, ਉਸ ਅਕਾਲ ਪੁਰਖ ਦਾ ਤਖਤ ਹੈ। ਇਹ ਉਹਦੀ ਸੇਵਾ ਦੇ ਵਿੱਚ ਮੈਂ ਆਪਣੇ ਸਿੱਖਾਂ ਦਾ ਆਧਾਰ ਕਰਨ ਵਾਸਤੇ ਸਤਿਕਾਰ ਸੱਚੇ ਪਾਤਸ਼ਾਹ ਦੇ ਦਰ ਤੋਂ ਮਿਲਦਾ ਸਾਰਿਆਂ ਨੂੰ ਹੈ, ਪਰ ਜਿੰਨਾ ਵੀ ਤੁਹਾਡਾ ਯੋਗਦਾਨ ਹੈ ਆਪਣੀ ਸ਼ਰਧਾ ਦੇ ਨਾਲ ਬਾਈ ਦੇਣਾ, ਸ਼ਰਧਾ ਦੇ ਨਾਲ ਯੋਗਦਾਨ ਪਾ ਸਕਦੇ ਆ, ਕਿਉਂਕਿ ਸੰਗਤ ਦੇ ਰੂਪ ਵਿੱਚ ਤੁਹਾਡਾ ਇਸ ਤਰ੍ਹਾਂ ਮਾਇਆ ਪ੍ਰਵਾਨ ਨਹੀਂ ਹੋਣੀ। ਹਾਂ, ਇੰਨੀ ਮਾਇਆ ਅਸੀਂ ਲੱਗਣ ਨਹੀਂ ਦੇਣੀ। ਇਹ ਮੇਰੇ ਸਿੱਖਾਂ ਦੀ ਸੇਵਾ ਦੇ ਨਾਲ ਇਹ ਅਕਾਲ ਤਖਤ ਦੀ ਰਚਨਾ ਹੋ ਰਹੀ ਹੈ। ਇਹ ਜੋ ਵੀ ਹੈ ਤੇ ਆਓ ਫਿਰ ਪਿਆਰਿਓ ਉਸ ਅਕਾਲ ਤਖਤ ਤੇ ਨਵੇੜੇ ਹੁੰਦੇ ਆ, ਝਗੜੇ ਝੇੜੇ ਦੂਰ ਹੁੰਦੇ ਆ। ਅੱਜ ਜਿਵੇਂ ਵਖੇੜੇ ਪੈ ਰਹੇ ਆ ਨਾ, ਸਾਡੇ 2 ਪਰਿਵਾਰਾਂ ਦੇ ਵਿੱਚ ਬੱਚੇ ਬੱਚੀ ਦਾ ਵਖੇੜਾ ਪੈ ਰਿਹਾ। ਇਹ ਮਨਮੁਖਤਾ ਦੇ ਹਿਸਾਬ ਨਾਲ ਇੱਕ ਗੁਰਸਿੱਖ ਮਿਲ ਜੇ ਤੇ ਦੂਜੇ ਪਾਸੇ ਮਨਮੁਖ ਪਰਿਵਾਰ ਮਿਲ ਜੇ, ਉੱਥੇ ਪੈ ਜਾਂਦਾ ਵਖੇੜਾ ਪੈ ਜਾਂਦਾ ਹੈ। ਉਹਨਾਂ ਦੇ ਤਲਾਕਾਂ ਤੱਕ ਵੀ ਗੱਲ ਹੋ ਜਾਂਦੀ, ਕਿਉਂਕਿ ਇੱਕ ਮਤ ਨਹੀਂ ਨਾ ਬਣਦੀ। ਜਦੋਂ ਗੁਰਸਿੱਖ ਇੱਕ ਦੂਜੇ ਨੂੰ ਮਿਲਦਾ ਨਾ, ਜਦੋਂ ਸਿੱਖ ਪਿਆਰਾ ਜੀ ਇੱਕ ਦੂਜੇ ਨੂੰ ਗੁਰਸਿੱਖ ਮਿਲੇ, ਜੇ ਗੁਰਮਤ ਮਿਲ ਜਾਂਦੀ, ਗੁਰਸਿੱਖ ਨਾ ਗੁਰਸਿੱਖ ਕੋਲੋਂ ਹਿੱਲੇ, ਫਿਰ ਤਾਂ ਹਿੱਲਣ ਨੂੰ ਚਿੱਤ ਨਹੀਂ ਕਰਦਾ ਪਿਆਰੋ। ਜਦੋਂ ਗੁਰਸਿੱਖ ਮਿਲ ਜਾਂਦਾ ਗੁਰਸਿੱਖ ਨੂੰ ਤੇ ਆਪਣੇ ਗੁਰੂ ਦੀ ਗੱਲ ਕਰਦਾ ਤੇ ਗੁਰੂ ਦੀ ਗੱਲ ਸੁਣਾਉਂਦਾ, ਇੱਕ ਪਾਸੋਂ ਸੁਣਾਈ ਜਾਂਦੀ ਦੂਜਾ ਸੁਣਦਾ, ਫਿਰ ਇੱਕ ਪਾਸੋਂ ਬੰਦ ਹੋ ਜਾਂਦੀ ਦੂਜਾ ਸੁਣਾਉਂਦਾ। ਉਹ ਗੁਰੂ ਦੀ ਮੱਤ ਨਾਲ ਜੁੜ ਜਾਂਦੇ ਤੇ ਹਿੱਲਣ ਨੂੰ ਚਿੱਤ ਹੀ ਨਹੀਂ ਕਰਦਾ ਉਹਨਾਂ ਦਾ, ਕਿਉਂਕਿ ਸੰਜੋਗ ਬਣ ਗਿਆ। ਗੁਰੂ ਨੇ ਬੜਾ ਕਿਰਪਾ ਕੀਤੀ ਹੈ। ਹਾਂ, ਸਤਿਕਾਰਯੋਗ ਬਾਬਾ ਲਾਭ ਸਿੰਘ ਜੀ, ਉਹਨਾਂ ਦੇ ਪਰਿਵਾਰ ਵੱਲੋਂ ਸਾਡੇ ਸਤਿਕਾਰਯੋਗ ਮਾਤਾ ਜੀ ਆ ਕਾਫੀ ਸਾਰਾ ਮਾਣ ਭੇਜ ਗਏ ਆ। ਗੁਰੂ ਸਾਹਿਬ ਕਿਰਪਾ ਕਰਨ, ਇਸ ਦਰਬਾਰ ਦੀ ਸੇਵਾ ਅਣਥੱਕ ਬਖਸ਼ਿਸ਼ ਕਰਨ, ਸਿੱਖੀ ਨਾਮ ਦਾ ਭਰੋਸਾ ਆਪਣੇ ਤੇ ਪ੍ਰਤੀਤ ਬਖਸ਼ਿਸ਼ ਕਰਨ। ਗੁਰੂ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਆਪਣੇ ਖਾਲਸੇ ਪੰਥ ਨੂੰ ਚਰਨ ਨਾਲ ਜੋੜ ਕੇ ਰੱਖਣ ਜੀ। ਗੁਰੂ ਅੱਗੇ ਅਰਦਾਸ। ਆਓ ਫਿਰ ਗੱਲ ਚੱਲੀ ਹੈ ਹੁਣ ਅੱਗੇ ਕੀ ਹੋਇਆ। ਸੱਚੇ ਪਾਤਸ਼ਾਹ ਨੇ ਉਹਨੂੰ ਯੋਗਤਾ ਸੇਵਾ, ਜਿੰਨੀ ਕੁ ਯੋਗਤਾ ਭਾਈ ਉਨੀ ਕੁ ਸੇਵਾ ਪਾ ਸਕਦਾ ਜਹਾਂਗੀਰ ਬਾਦਸ਼ਾਹ, ਪਰ ਸਾਰੀ ਸੇਵਾ ਨਹੀਂ ਤੈਨੂੰ ਦੇਣੀ, ਇਹ ਮੇਰੇ ਸਿੱਖਾਂ ਦੀ ਸੇਵਾ ਹੈ। ਆਓ ਗੱਲ ਚੱਲਦੀ ਗਈ ਹੈ। ਜਿਵੇਂ ਭਾਵ 2 ਪਰਿਵਾਰਾਂ ਦਾ ਵਿੱਚ ਵਖੇੜਾ ਪੈ ਗਿਆ, ਬੱਚੇ ਬੱਚੀ ਦਾ ਇੱਕ ਦੂਜੇ ਦੇ ਨਾਲੋਂ ਵਖੇੜਾ ਪੈ ਗਿਆ, ਤਲਾਕਾਂ ਤੇ ਗੱਲ ਜਾਵੜੀ। ਉੱਥੇ ਫਿਰ ਜਿਹੜਾ ਉਹ ਫੈਸਲਾ ਗੁਰੂ ਦਰਬਾਰ ਦੇ ਵਿੱਚ ਜਾ ਵੜਦਾ ਸੀ, ਅਕਾਲ ਤਖਤ ਤੇ ਜਾਂਦੇ ਸੀ, 6ਵੇਂ ਪਾਤਸ਼ਾਹ ਦੇ ਨਤਮਸਤਕ ਹੁੰਦੇ ਸੀਗੇ ਤੇ ਪਿਆਰੋ ਦੋਨਾਂ ਪਰਿਵਾਰਾਂ ਦੇ ਵਿੱਚੋਂ ਉਹ ਵਖੇੜਾ ਕੱਟ ਕੇ ਜੋੜ ਮੇਲ ਤੇ ਥਵਾਕ ਐਸਾ ਹੁੰਦਾ ਸੀ, ਪਿਆਰ ਹੀ ਐਸਾ ਬਣਾਉਂਦੇ ਸੀ ਗੁਰੂ 6ਵੇਂ ਪਾਤਸ਼ਾਹ। ਇਹ ਝਗੜੇ ਜਿਹੜੇ ਉਸੇ ਅਕਾਲ ਤਖਤ ਤੇ, ਅਕਾਲ ਪੁਰਖ ਦੇ ਤਖਤ ਤੇ ਜਾ ਕੇ ਨਿਬੜਦੇ ਸਨ। 6ਵੇਂ ਪਾਤਸ਼ਾਹ ਕਰਦੇ ਸਨ ਨਵੇੜੇ। ਹੁਣ ਆਓ ਪਿਆਰੋ, ਇਹ ਤੁਸੀਂ ਇਤਿਹਾਸ ਸ਼ਰਮ ਕਰ ਹੀ ਲਏ ਸਨ ਪਹਿਲਾਂ, ਤੇ ਅੱਗੇ ਕੀ ਕਿੱਥੇ ਆ ਰਹੀ ਆ ਗੱਲ। ਕੁਸ਼ਤੀਆਂ ਵਾਸਤੇ, ਯੋਧਿਆਂ ਦੇ ਵਾਸਤੇ ਉੱਥੇ ਉਸ ਦਰਬਾਰ ਦੇ ਵਿੱਚ ਰੰਗਣਾ ਲੱਗੀ ਪਈ ਹੈ। ਤੇ ਪਰ ਇੱਥੋਂ ਦੀਆਂ ਸੰਗਤਾਂ ਨੇ ਜਿਹੜੀ ਮਾਲਵੇ ਦੀ ਧਰਤੀ ਆ, ਅੱਜ ਇਹਨੂੰ ਮਾਣ ਬਖਸ਼ਿਸ਼ ਕੀਤਾ ਹੈ। ਬਾਬਾ ਲਾਭ ਸਿੰਘ ਜੀ ਨੇ ਮਾਲਵੇ ਦੀ ਧਰਤੀ ਤੇ ਲਿਆਉਣ ਵਾਸਤੇ 6ਵੇਂ ਪਾਤਸ਼ਾਹ ਨੂੰ ਇਤਿਹਾਸ ਲਿਖਿਆ ਵੀ ਮਾਲਵੇ ਦੀ ਧਰਤੀ ਤੇ ਰਾਏ ਜੋਧ ਦਾ ਪਿਆਰ ਦੇਖ ਕੇ ਤੇ ਇਧਰ ਜੋ ਵੱਡਾ ਘਰ ਆ ਜਿਹਨੂੰ ਆਪਾਂ ਕਹਿੰਦੇ ਆ, ਇਸ ਧਰਤੀ ਤੇ ਡੋਲੀ ਦੀ ਧਰਤੀ ਤੇ ਪਹਿਲਾਂ ਗੁਰੂ ਸਾਹਿਬ ਨੇ ਆ ਕੇ ਇੱਥੇ ਕਿਸ ਤਰ੍ਹਾਂ ਭਾਗ ਲਾਉਣੇ ਆ। ਹੁਣ ਇਧਰ 6ਵੇਂ ਪਾਤਸ਼ਾਹ ਇਧਰ ਮਾਲਵੇ ਦੀ ਧਰਤੀ ਤੇ ਆਉਣ ਵਾਸਤੇ ਤਿਆਰੇ ਵਜਾਉਂਦੇ ਆ। ਤਿਆਰੀ ਮੈਂ ਗੱਲ ਇੱਥੋਂ ਆਰੰਭ ਕਰਾਂ। 6ਵੇਂ ਪਾਤਸ਼ਾਹ ਮਹਾਰਾਜ ਜੀ ਮਾਲਵੇ ਦੀ ਧਰਤੀ ਨੂੰ ਆਉਣ ਵਾਸਤੇ ਤਿਆਰੀਆਂ ਕਰ ਰਹੇ ਆ। ਕਿੱਥੋਂ? ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ। ਵੀ ਇਹ ਮਾਲਵੇ ਦੇ ਸਿੱਖਾਂ ਦਾ ਆਧਾਰ ਸਤਿਕਾਰ ਵੇਖਣ ਵਾਸਤੇ, ਪਿਆਰ ਦੇਖਣ ਵਾਸਤੇ, ਉਹਨਾਂ ਦਾ ਪਿਆਰ ਜਿੱਤਣ ਵਾਸਤੇ, ਕਿਉਂਕਿ ਸ਼ਰਧਾ ਨਾਲ ਯਾਦ ਕਰਦੇ ਆ ਵੀ ਗੁਰੂ ਸਾਹਿਬ ਆਉਣ, ਸੱਚੇ ਪਾਤਸ਼ਾਹ ਮਿਹਰ ਕਰਨ। ਤੇ ਇਧਰ ਫਿਰ ਇਹਨਾਂ ਸਿੱਖਾਂ ਦਾ ਪਿਆਰ ਦੇਖੇ ਮਾਲਵੇ ਦੀ ਧਰਤੀ ਨੂੰ ਭਾਗ ਲਾਉਣ ਵਾਸਤੇ। ਹੁਣ ਪਿਆਰਿਓ, ਜਿਸ ਤਰ੍ਹਾਂ ਉੱਥੇ ਰਚਨ ਰਚਦੇ ਆ, ਜਿਵੇਂ ਕਿ ਪਹਿਲਾਂ ਬਾਬਾ ਬੁੱਢਾ ਜੀ ਨੂੰ ਮਾਣ ਮਿਲਿਆ ਪਹਿਲੇ ਪਾਤਸ਼ਾਹ ਤੋਂ ਲੈ ਕੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ 6ਵੇਂ ਜਾਮੇ ਤੱਕ 6 ਗੁਰੂ ਸਾਹਿਬਾਨਾਂ ਦੀ ਸੇਵਾ ਬਾਬਾ ਬੁੱਢਾ ਜੀ ਤੇ ਇੱਕ ਉਹਨਾਂ ਦਾ ਬਿਲਕੁਲ 19 ਸੇਮ
ਉਹੋ ਜਿਹੀ ਅਵਸਥਾ ਵਾਲਾ, ਉਹੋ ਜਿਹਾ ਜੀਵਨ ਵਾਲਾ ਤੇ ਉਹੋ ਜਿਹੇ ਗੁਰੂ ਦੇ ਨਾਲ ਪਿਆਰ ਵਾਲਾ ਅੰਦਰੋਂ ਇੱਕ ਪਿਆਰਾ ਗੁਰਸਿੱਖ ਜਿਹੜੇ ਇੱਕ ਦਿਨ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੇ ਨਾਲ ਸੰਗ ਹੋਇਆ। ਬਾਬਾ ਬੁੱਢਾ ਜੀ ਦਾ ਪਹਿਲਾਂ ਤੇ ਨਾਲ ਫਿਰ ਬਾਬਾ ਕਲਿਆਣਾ ਜੀ। ਬਾਬਾ ਬੁੱਢਾ ਜੀ ਤੇ ਕਲਿਆਣਾ ਜੀ ਸਾਰਿਆਂ ਤੋਂ ਉੱਚੀ ਅਵਸਥਾ ਦੇ ਧੰਨ ਗੁਰੂ ਛੇਵੇਂ ਪਾਤਸ਼ਾਹ ਉਹਨਾਂ ਨੂੰ ਮਾਣ ਦਿੰਦੇ, ਸਤਿਕਾਰ ਦਿੰਦੇ ਵੀ ਇਹ ਸਾਰਿਆਂ ਦੀ ਸਾਡੇ ਉਮਰ ਤੋਂ ਉੱਤੋਂ ਦੀ ਹੈ। ਸਾਡੇ ਗੁਰੂ ਨਾਨਕ ਸਾਹਿਬ ਮੌਕੇ ਅੰਗਦ ਦੇ ਪਾਤਸ਼ਾਹ ਅਮਰਦਾਸ, ਰਾਮਦਾਸ ਤੇ ਪੰਚਮ ਸਤਿਗੁਰੂ ਸਾਡੇ ਪਿਤਾ ਮੌਕੇ ਵੀ ਇਹ ਰਹੇ। ਇਹਨਾਂ ਦੋਨਾਂ ਦਾ ਸਤਿਕਾਰ ਉੱਚਾ ਤੇ ਸੁੱਚਾ ਹੈ। ਉਹਨਾਂ ਨੂੰ ਬਹੁਤ ਵੱਡੇ ਬਾਬਾ ਜੀ ਕਹਿ ਕੇ ਬੁਲਾਉਂਦੇ ਸਨ ਛੇਵੇਂ ਸਤਿਗੁਰੂ ਮਹਾਰਾਜ ਬਾਬਾ ਬੁੱਢਾ ਜੀ, ਜਿਨ੍ਹਾਂ ਨੂੰ ਪਹਿਲੇ ਹਿੱਡ ਗ੍ਰੰਥੀ ਸਾਹਿਬਾਨ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਣਾਏ। ਇਹ ਬਾਬਾ ਬੁੱਢਾ ਜੀ ਦੀ ਗੱਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਗੱਦੀ ਤੇ ਬੈਠ ਕੇ ਜੋ ਵਿਖਿਆਨ ਕਰਦੇ ਉਹ ਵਜ਼ੀਰ ਆ ਗੁਰੂ ਦੇ। ਹੁਣ ਆਓ ਫਿਰ ਇੱਥੇ ਕਿਤੇ ਬਾਬਾ ਲਾਭ ਸਿੰਘ ਜੀ ਨੇ ਗੁਰੂ ਛੇਵੇਂ ਪਾਤਸ਼ਾਹ ਨੂੰ ਮਾਲਵੇ ਦੀ ਧਰਤੀ ਤੇ ਲਿਆਉਣ ਵਾਸਤੇ ਇਤਿਹਾਸ ਇੱਥੋਂ ਆਰੰਭ ਕਰਨ ਲੱਗੇ। ਹੁਣ ਪਿਆਰਿਓ ਸਿੱਖੋ, ਛੇਵੇਂ ਸਤਿਗੁਰੂ ਮਹਾਰਾਜ ਮਾਲਵੇ ਦੀ ਧਰਤੀ ਤੇ ਆਉਣ ਤੋਂ ਪਹਿਲਾਂ ਬਾਬਾ ਬੁੱਢਾ ਜੀ ਤੇ ਬਾਬਾ ਕਲਿਆਣਾ, ਭਾਈ ਕਲਿਆਣਾ ਜੀ, ਉਹਨਾਂ ਨੂੰ ਬੁਲਾਇਆ। ਜਿੱਥੇ ਬਾਬਾ ਬੁੱਢਾ ਜੀ ਆਰਾਮ ਕਰਦੇ ਸੀ ਨਾ, ਜਿਹੜੇ ਕਮਰੇ ਦੇ ਵਿੱਚ ਉਹਨਾਂ ਨੂੰ ਸਪੈਸ਼ਲ ਕਮਰਾ ਦਿੱਤਾ ਗਿਆ ਸੀ, ਛੇਵੇਂ ਪਾਤਸ਼ਾਹ ਨੇ ਸਤਿਕਾਰ ਉਹਨਾਂ ਦਾ ਬਹੁਤ ਉੱਚਾ ਰੱਖਿਆ ਵੀ ਬਾਬਾ ਜੀ ਵਾਲੇ ਕਮਰੇ ਦੇ ਵਿੱਚ ਚਲੋ। ਧੰਨ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਕੀਆਂ ਸਿੱਖ ਸੰਗਤਾਂ ਨੂੰ, ਜਿਹੜੇ ਅਨਲ ਸਿੱਖ ਸਨ ਆਗੂ, ਉਹਨਾਂ ਨੂੰ ਬੁਲਾਇਆ ਗਿਆ ਬਾਬਾ ਬੁੱਢਾ ਜੀ ਵਾਲੇ ਕਮਰੇ 'ਚ ਚਲੋ। ਹੁਣ ਮਾਲਵੇ 'ਚ ਆਉਣ ਵਾਸਤੇ ਇੱਕ ਕਵਿਤਾ ਬੋਲਦਾ, ਉਥੋਂ ਤਿਆਰੀਆਂ ਵਜਾ ਰਹੇ ਆ ਗੁਰੂ ਛੇਵੇਂ ਪਾਤਸ਼ਾਹ। ਕਵਿਤਾ ਨਹੀਂ ਸੋ ਆਪਾਂ ਮਾਲਵੇ ਚ ਗੁਰੂ ਛੇਵੇਂ ਪਾਤਸ਼ਾਹ ਨੂੰ ਲਿਆਉਣਾ ਤੇ ਐਸ ਦਰ ਤੇ ਭਾਗ ਜਿਵੇਂ ਲਾਏ ਨਾ ਛੇਵੇਂ ਪਾਤਸ਼ਾਹ ਨੇ ਆ ਕੇ। ਸਭ ਤੋਂ ਪਹਿਲਾਂ ਡਰੋਲੀ ਭਾਈ, ਡਰੋਲੀ ਤੋਂ ਵੱਡਾ ਘਰ ਭਾਗਮਲ ਚੌਧਰੀ ਅਤੇ ਜੋ ਪਿਆਰਾ ਸਿੱਖ ਗੁਰੂ ਸਾਹਿਬ ਜੀ ਦਾ ਭਾਗਮਲ ਚੌਧਰੀ ਦੇ ਪਿਆਰ ਸਦਕਾ ਤੇ ਭਾਈ ਆਕਲ ਜੀ ਦੇ ਪਿਆਰ ਸਦਕਾ, ਜਿੱਥੇ ਮਾਤਾ ਸੂਰਤੀ ਦਾ ਪੇਕੇ ਪਿੰਡ ਹੈ, ਛੇਵੇਂ ਪਾਤਸ਼ਾਹ ਦੇ ਵਰਦਾਨ ਦਿੱਤੇ ਭਾਈ ਰੂਪਚੰਦ ਜੀ ਨੂੰ। ਭਾਈ ਰੂਪਚੰਦ ਦੇ ਪਿਤਾ ਦੇ ਘਰ ਵਾਲੀ ਮਾਤਾ ਸੂਰਤੀ ਬਾਬਾ ਰੂਪਚੰਦ ਦੀ ਮਾਤਾ ਨੂੰ ਕਿੱਥੋਂ ਵਿਆਹ ਕੇ ਲਿਆਂਦਾ ਪਿਆਰਿਓ? ਇਹ ਵੱਡਾ ਘਰ ਨੱਥੂ ਵਾਲੇ ਦੇ ਤੇ ਡਰੋਲੀ ਦੇ ਸੰਨ ਵਿੱਚ ਪੈਂਦਾ। ਪਹਿਲਾਂ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਨੇ ਡਰੋਲੀ ਵਿਖੇ ਆਉਣਾ ਆਪਣੇ ਸਾਧੂ ਸਾਈਂ ਦਾਸ ਦਾ ਆਸ ਪੂਰੀ ਕਰਨ ਵਾਸਤੇ, ਕਿਉਂਕਿ ਸਮਾਂ ਕਿਸੇ ਨਾਲ ਲਿਹਾਜ਼ ਨਹੀਂ ਕਰਦਾ। ਇਹ ਬਾਬਾ ਭੋਲਾ ਸਿੰਘ ਜੀ, ਬਾਬਾ ਲਾਭ ਸਿੰਘ ਜੀ ਦੇ ਭਰਾ, ਉਹਨਾਂ ਨੇ ਆਪਣਾ ਹੁਕਮ ਕੀਤਾ ਸੀ ਵੀ ਪੁੱਤਰੋ ਅੱਜ ਟਾਈਮ ਆਪਾਂ ਖੁੱਲਾ ਲਾਉਣਾ, ਤੇ ਮੈਂ ਤਾਂ ਖੁੱਲਾ ਤੇਰਾ ਲੈ ਕੇ ਚੱਲਿਆ ਸੀ, ਪਰ ਹੁਣ ਹੁਕਮ ਹੈ ਜਿਹੜਾ ਗੁਰੂ ਦੇ ਦਰਬਾਰ ਦਾ ਉਹ ਜ਼ਰੂਰ ਮੰਨਾਂਗੇ, ਕਿਉਂਕਿ ਇੱਥੇ ਸਮਾਪਤੀ ਦਾ ਸਮਾਂ ਹੋ ਰਿਹਾ ਹੈ। ਫਿਰ ਚੱਲਾਂਗੇ ਵੀ ਇੱਧਰ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਨੇ ਨਾ ਇਸ ਮਾਲਵੇ ਦੀ ਧਰਤੀ ਤੇ ਪਿਆਰ ਦੇਣ ਵਾਸਤੇ, ਇਹਨੂੰ ਮਾਣ ਬਖਸ਼ਿਸ਼ ਕਰਨ ਵਾਸਤੇ, ਇਹ ਜੰਗਾਂ ਜੁੱਧਾਂ ਫਿਰ ਉਦੋਂ ਬਾਅਦ ਦੇ ਵਿੱਚ ਹੋਣੀਆਂ ਪਿਆਰੋ, ਮਹਾਰਾਜ ਦੀ ਜੰਗ ਵਗੈਰਾ ਇਹਦੀਆਂ ਗੱਲਾਂ ਬਾਅਦ ਚ ਆਉਣੀਆਂ। ਹੁਣ ਉਦੋਂ ਪਹਿਲਾਂ ਦਾ ਗੁਰੂ ਸਾਹਿਬ ਨੇ ਇੱਧਰ ਨੂੰ ਉਤਾਰਾ ਕਰਨਾ ਹੈ ਆਪਣੇ ਮਾਲਵੇ ਦੀ ਧਰਤੀ ਤੇ ਆਉਣ ਵਾਸਤੇ, ਤੇ ਪਹਿਲਾਂ ਉਦੋਂ ਮਾਤਾ ਮਹਾਰਾਜ ਜੀ, ਮਾਤਾ ਨਾਨਕੀ ਜੀ, ਉਹਨਾਂ ਦਾ ਆਸਣ ਕਿੱਥੇ ਲਾਉਣਾ ਹੈ? ਕੀਰਤਪੁਰ ਵਿਖੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਹੜੇ ਉਹਨਾਂ ਦੇ ਪੁੱਤਰ ਹੈ, ਸੂਰਜਮਲ ਵਰਗੇ ਉਹਨਾਂ ਦੇ ਪੁੱਤਰ ਛੇਵੇਂ ਪਾਤਸ਼ਾਹ ਮਹਾਰਾਜ ਦੇ ਅਣੀ ਰਾਏ, ਉਹਨਾਂ ਨੂੰ ਛੱਡ ਕੇ ਕਿੱਥੇ ਆਉਣਾ ਹੈ? ਇੱਥੇ ਕੀਰਤਪੁਰ। ਤੇ ਉਦੋਂ ਪਹਿਲਾਂ ਮੈਂ ਹੋਰ ਨਹੀਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ, ਕਿਉਂਕਿ ਸਮਾਂ ਤੁਹਾਡਾ ਗੱਲਾਂ 'ਚ ਨਾ ਲੰਘ ਜੇ, ਕਿਉਂਕਿ ਸਾਡਾ ਸਮਾਂ ਵੀ ਕਵਿਤਾ ਹੀ ਲਾ ਦੇ। ਮਾਲਵੇ 'ਚ ਆਉਣ ਦੀ ਤਿਆਰੀ ਕਿਸ ਤਰ੍ਹਾਂ ਬਾਬਾ ਬੁੱਢਾ ਜੀ ਦੇ ਨਾਲ ਕਿਸ ਤਰ੍ਹਾਂ ਵਿਚਾਰਾਂ ਗੁਰੂ ਸਾਹਿਬ ਜੀ ਕਰ ਰਹੇ ਹੈ, ਪਿਆਰੇ ਸਿੱਖਾਂ ਦਾ ਆਗੂ ਸਿੱਖਾਂ ਦਾ ਕਿਸ ਤਰ੍ਹਾਂ ਡਿਊਟੀਆਂ ਲਾਉਂਦੇ ਵੀ ਅੰਮ੍ਰਿਤਸਰ ਕਿਹਨੇ ਰਹਿਣਾ, ਇੱਥੋਂ ਦੀ ਸੇਵਾ ਕਿਹਨੇ ਅੰਮ੍ਰਿਤਸਰ ਦੀ ਸਾਂਭਣੀ ਹੈ, ਤੇ ਕੀਰਤਪੁਰ ਦੀ ਸੇਵਾ ਕਿਹੜੇ ਕਿਹੜੇ ਸਿੱਖਾਂ ਦੀ ਡਿਊਟੀ ਲਾਉਣੀ ਹੈ। ਹੁਣ ਉਹ ਆਪਾਂ ਇਤਿਹਾਸ ਫਿਰ ਅੱਗੇ ਆਰੰਭ ਕਰਾਂਗੇ। ਦਾਸ ਭੱਟੀ ਹਰਦੇਵ ਸਿੰਘ ਨਧੜਕ ਪਿੰਡ ਚੌਧਰੀ ਵਾਲਾ ਗੁਰਦੁਆਰਾ ਸਾਹਿਬ ਦਾ ਹਜ਼ੂਰੀ ਜਥਾ ਸ੍ਰੀ ਜ਼ਫਰਨਾਮਾ ਸਾਹਿਬ ਲਿਖਣਸਰ ਗੁਰਦੁਆਰਾ, ਇੱਥੇ ਲਿਖਿਆ ਹੈ ਪਿਆਰੋ ਜ਼ਫਰਨਾਮਾ ਕੋਰੇ ਕਾਗਜ਼ ਦੀ ਛਾਤੀ ਤੇ, ਜਿਹਨੂੰ ਕਹਿ ਲਈਏ ਚਿੱਠੀ ਪਿਆਰੋ। ਜ਼ਫਰਨਾਮਾ ਕੋਈ ਹੋਰ ਨਹੀਂ, ਇਹ ਚਿੱਠੀ ਸੀ, ਇੱਥੋਂ ਚਿੱਠੀ ਲਿਖੀ ਗਈ। ਧੰਨ ਗੁਰੂ ਕਲਗੀਧਰ ਬਾਪੂ ਨੇ ਆਪਦੇ ਦਾਦੇ ਵਾਲੇ ਕਦਮਾਂ ਤੇ ਚੱਲ ਕੇ ਨਾ ਇੱਥੇ ਆ ਕੇ ਬੈਠੇ। ਰੋਹੀ ਬਿਆਵਾਨ ਸੀ, ਸੰਘਣੇ ਜੰਗਲ ਸੀ ਪਿਆਰੋ, ਇੱਥੇ ਤਾਂ ਕੋਈ ਬਣਦਾ ਨਹੀਂ ਸੀ ਉਸ ਮੌਕੇ ਦਾ ਸੀਨ। ਆ ਹੁਣ ਤਾਂ ਰੰਗ ਭਾਗ ਲੱਗੇ ਆ। ਸਤਿਗੁਰੂ ਧੰਨ ਗੁਰੂ 11ਵੇਂ ਸਤਿਗੁਰੂ ਵਿਰਾਜਮਾਨ ਹੋਏ ਆ, ਸਾਰੀਆਂ ਸੰਗਤਾਂ ਨਤਮਸਤਕ ਹੁੰਦੀਆਂ।
ਇਹ ਨਤਮਸਤਕ ਹੁੰਨੇ ਆ। ਉੱਥੇ ਰੋਹੀ ਵੀ ਆਬਾਨਾਂ ਦੇ ਵਿੱਚ ਸੰਘਣੇ ਜੰਗਲਾਂ ਦੇ ਵਿੱਚ ਇੱਥੇ ਆ ਕੇ ਜਿਹੜਾ ਹੈ ਯਾਦ ਆਈ ਪੁੱਤਰਾਂ ਦੀ। ਭਾਵ ਪਿਆਰੋ ਦੁਨਿਆਵੀ ਤੌਰ ਤੇ ਆਪਾਂ ਨੂੰ ਯਾਦਾਂ ਪੁੱਤਰਾਂ ਦੀਆਂ ਆਉਂਦੀਆਂ ਹੀ ਐ। ਸ਼ਹੀਦ ਕਰਾ ਕੇ ਦੁਨੀਆ ਦੀ ਖਾਤਰ ਪਿਆਰੋ ਗੁਰੂ ਸਾਹਿਬ ਆ ਤੁਹਾਡੇ ਇਸ ਨਗਰ ਵਿੱਚ ਜਿਹਦਾ ਨਾਂ ਦਿਆਲਪੁਰਾ ਭਾਈ ਕਾ, ਇੱਥੇ ਆ ਕੇ ਕੋਰੇ ਕਾਗਜ਼ ਦੀ ਛਾਤੀ ਤੇ ਜਦੋਂ ਯਾਦ ਆਈ ਨਾ ਪੁੱਤਰਾਂ ਦੀ, ਤੇ ਫਿਰ ਔਰੰਗਜ਼ੇਬ ਬਾਦਸ਼ਾਹ ਨੂੰ ਇੱਕ ਲਾਹਨਤ ਦੀ ਚਿੱਠੀ ਲਾਹਨਤ ਪਾਈ ਵੀ ਅਸੀਂ ਇੰਨੇ ਕੁ ਸੀਗੇ ਤੇ ਤੂੰ ਵੇਖ ਕਿੰਨੇ 10,000 ਨਹੀਂ। ਉਦੋਂ ਬਾਅਦ ਚਮਕੌਰ ਦੀ ਕੱਚੀ ਗੜੀ ਤੇ ਉਦੋਂ ਪਹਿਲਾਂ ਜਿਹੜੇ ਜੰਗ ਹੋਏ ਆਨੰਦਪੁਰ ਸਾਹਿਬ ਵਿੱਚ, ਉਹ ਵੀ ਜ਼ਾਲਮਾ ਤੇਰੀਆਂ ਫੌਜਾਂ ਆਉਂਦੀਆਂ ਰਹੀਆਂ ਵਾਰੀ-ਵਾਰੀ, ਪਰ ਝੜ ਕੇ ਗਈਆਂ ਜਿਹੜੀਆਂ ਚੜ ਕੇ ਆਈਆਂ। ਸੋ ਆਓ ਮੈਂ ਇਧਰ ਨੂੰ ਨਾ ਜਾਵਾਂ। ਸੋ ਇੱਥੋਂ ਜ਼ਫਰਨਾਮਾ ਲਿਖ ਕੇ ਦੀਨੇ ਦੀ ਧਰਤੀ ਤੋਂ ਗੁਰੂ ਸਾਹਿਬ ਜੀ ਨੇ ਜੋ ਅਸੀਂ ਜ਼ਫਰਨਾਮਾ ਪਹਿਲਾਂ ਪੜ੍ਹਦੇ ਆਏ ਆ ਵੀ ਦੀਨਾ ਸਾਹਿਬ ਜ਼ਫਰਨਾਮਾ ਸਿਰਫ ਕੱਲਾ ਐ ਨਹੀਂ, ਸਾਰਾ ਨਹੀਂ, ਉੱਥੋਂ ਸਿੰਘ ਭੇਜੇ ਜ਼ਰੂਰ ਗਏ ਆ। ਕਲਗੀਆਂ ਵਾਲੇ ਪਾਤਸ਼ਾਹ ਨੇ ਭੇਜੇ ਉੱਥੋਂ ਆ ਸਿੰਘਾਂ ਨੂੰ ਔਰੰਗਾਬਾਦ ਵੀ ਜਾ ਕੇ ਉਹਨੂੰ ਚਿੱਠੀ ਲਿਖ ਕੇ ਦੇ ਕੇ ਉਹਦਾ ਵੀ ਆਧਾਰ ਕਰਨਾ। ਵੇਖੋ ਕਿੱਡੇ ਪਾਪੀ, ਉਦੋਂ ਪਾਪ ਕਮਾਉਣ ਵਾਲੇ ਬੰਦੇ ਦਾ ਵੀ ਆਧਾਰ ਕੀਤਾ ਗੁਰੂ ਸਾਹਿਬ ਨੇ। ਥੱਲੇ ਫਿਰ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ, ਸਾਰਾ ਕੁਝ ਲਿਖ ਕੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਦਾ ਦੋ ਵਾਰੀ ਸ਼ਬਦ ਉਹਦੀ ਜ਼ੁਬਾਨ ਤੋਂ ਕਢਾ ਕੇ ਤੇ ਉਹਦੀ ਕਲਿਆਣ ਫੇਰ ਹੋਣੀ ਹੈ ਔਰੰਗਜ਼ੇਬ ਬਾਦਸ਼ਾਹ ਦੀ। ਹਜੇ ਤਾਂ ਲੜਕਦਾ ਹੈ, ਯਾਦ ਕਰਦਾ ਗੁਰੂ ਸਾਹਿਬ ਦਰਸ਼ਨ ਦੇ ਜਾਣ ਮੈਂ ਬਹੁਤ ਵੱਡਾ ਪਾਪ ਕੀਤਾ ਹੈ। ਅਜੇ ਤਾਂ ਜਦੋਂ ਚਿੱਠੀ ਗਈ ਉਦੋਂ ਵੇਖੀ ਕਿਵੇਂ ਤੜਫਦਾ ਹੈ। ਹੁਣ ਸੱਚੇ ਪਾਤਸ਼ਾਹ ਨੇ ਇੱਥੇ ਚਿੱਠੀ ਲਿਖੀ ਹੈ ਤੇ ਅੱਗੇ ਕੀ ਹੋਣਾ ਹੈ। ਔਰੰਗਾਬਾਦ ਸਿੱਖਾਂ ਨੇ ਜਾ ਕੇ ਸਿੰਘਾਂ ਨੇ ਦੇਣੀ ਆ ਚਿੱਠੀ ਤੇ ਪੜ੍ਹ ਕੇ ਉਹਦੀ ਕਲਿਆਣ ਹੋਣੀ ਹੈ, ਨਹੀਂ ਤਾਂ ਖਹਿੜਾ ਨਹੀਂ ਛੁੱਟਣਾ ਸੀ। ਤੇ ਜਾਣੀ ਜਾਣ ਸਤਿਗੁਰੂ ਵੇਖੋ ਕਿੱਡੇ ਕਿਰਪਾਲੂ ਤੇ ਦਿਆਲੂ ਹੈ, ਕਿਰਪਾ ਕਰ ਦਿੰਦੇ ਆ ਪਿਆਰੋ। ਨਿਮਾਣਿਆਂ ਨੂੰ ਵੀ, ਇਹ ਪਾਪੀਆਂ ਨੂੰ ਵੀ ਤਾਰਨ ਵਾਲਾ ਗੁਰੂ ਇਹ ਹੈ। ਗੁਰੂ ਗ੍ਰੰਥ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤਾਰਿਆ। ਸੋ ਆਓ ਦੁਨੀਆ ਨੂੰ ਤਾਰਨ ਹਾਰਿਆਂ ਦਾ ਅੱਜ ਅਸਥਾਨ ਹੈ। ਇੱਥੇ ਹੀ ਸਮਾਪਤੀ ਹੈ। ਨਾਲ ਦੇ ਸਾਥੀ ਭਾਈ ਗੁਰਮੇਲ ਸਿੰਘ ਖਾਲਸਾ ਅਤੇ ਗੁਰਸੇਵਕ ਸਿੰਘ ਸਰੰਗੀ ਮਾਸਟਰ ਪਿੰਡ ਚੌਧਰੀ ਵਾਲਾ ਦਾਸ ਭੱਟੀ ਹਰਦੇਵ ਸਿੰਘ ਨਤੜਕ ਇੰਨਾ ਕੁਝ ਕਹਿੰਦਾ ਖਿਮੰਦਾ ਜੱਜ ਕਾ ਗੁਰੂ ਪਿਆ ਸਿੱਖ ਸੰਗਤਾਂ ਥੋੜੀ ਸੇਵਾ ਨੂੰ ਬਹੁਤੀ ਕਰਕੇ ਜਾਣੋ। ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਉਣਾ ਨਹੀਂ ਭੁੱਲਣਾ ਤੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।